10 दिन बाद उन्होंने मार दिता। ਉਹਦੀ ਲਾਸ਼ ਜਿਹੜੀ ਸੀ ਉਹ ਵੀ ਨਹੀਂ ਸਾਨੂੰ ਦੱਸੀ ਜੇ ਮੁੰਡਾ ਮਾਰਿਆ ਗਿਆ ਤਾਂ ਸਾਨੂੰ ਵੀ ਮਾਰ ਦਿਓ। बड़े औखे जाते हैं क्योंकि मेरा कौन ही आदमी मर गया ही, पुत भी शहीद हो गया ही। मेरे पापा की डैथ मेरे होने तो पहला ही हो चुकी सी। सोलह साल दा मेरा वीर झोने नूं पानी लाउंदा बलदेव सिंह ने फड़ के गोलियां मार के मार दिता। घट्टो घट्ट डेथ सर्टिफिकेट तो अवेलेबल होने चाहिए है ना कि बच्चे कुछ ना कुछ कर सकन अगे। उसका कोर्ट बड़ा है, एक ना एक दिन इंसाफ मिलेगा, जरूर मिलेगा। सिख चैनल देख रही यूके यूरोप ते देश विदेश की संगत नूं वाहिगुरू जी का खालसा वाहिगुरू जी की फतेह। मैं हरिंदर सिंह गिल ते अज असीं पहुंचे अमृतसर की मदन मोहन मालवीया रोड ते बनी आर्ट गैलरी दे विच। इत्थे आउण दा मकसद यह है कि इत्थे अज एक डॉक्यूमेंटरी फिल्म दिखाई जा रही है लापता पंजाब, जिहदा बोर्ड तुसीं पिछे भी देख सकते हो, पंजाब डिसअपीयर्ड। सो ह्यूमन राइट्स दे वल्लों गल कीती जावे ਤਾਂ ਇਹ ਇੱਕ ਵੱਡਾ ਵਿਸ਼ਾ ਜਿਹੜਾ ਰਿਹਾ ਹੈ ਤੇ ਜਸਵੰਤ ਸਿੰਘ ਖਾਲੜਾ ਜਿਹੜੇ ਆ ਉਹਨਾਂ ਦੁਆਰਾ ਇਸ ਵਿਸ਼ੇ ਦੇ ਉੱਤੇ ਕੰਮ ਕੀਤਾ ਗਿਆ। ਬਹੁਤ ਸਾਰੇ ਉਹ ਨੌਜਵਾਨ ਜਿਨ੍ਹਾਂ ਦੇ ਪੁਲਿਸ ਮੁਕਾਬਲੇ ਬਣਾ ਕੇ ਉਹਨਾਂ ਦੇ ਪਰਿਵਾਰਾਂ ਨੂੰ ਦੱਸੇ ਤੋਂ ਬਿਨਾਂ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤੇ ਉਹਨਾਂ ਦੀਆਂ ਲਾਸ਼ਾਂ ਵੀ ਉਹਨਾਂ ਦੇ ਪਰਿਵਾਰਾਂ ਨੂੰ ਨਹੀਂ ਮਿਲ ਸਕੀਆਂ। ਬਹੁਤ ਸਾਰੇ ਨੌਜਵਾਨਾਂ ਨੂੰ ਜਸਵੰਤ ਸਿੰਘ ਖਾਲੜਾ ਹੋਰਾਂ ਨੇ ਲੱਭਿਆ ਸੀਗਾ। ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਜਾ ਕੇ ਉਹਨਾਂ ਨੇ ਇਸ ਚੀਜ਼ ਦਾ ਖੁਲਾਸਾ ਵੀ ਕੀਤਾ ਤੇ ਭਾਸ਼ਣ ਵੀ ਦਿੱਤਾ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਵੀ ਆਪਣੀ ਸ਼ਹਾਦਤ ਜਿਹੜੀ ਆ ਉਹ ਦੇਣੀ ਪਈ ਸੀ। ਸੋ ਅੱਜ ਉਸੇ ਹੀ ਸਬੰਧ ਦੇ ਵਿੱਚ ਇੱਕ ਵੱਡੀ ਅਨਾਉਂਸਮੈਂਟ ਇੱਥੇ ਹੋਣ ਜਾ ਰਹੀ ਹੈ। ਉਹ ਅਨਾਉਂਸਮੈਂਟ ਕੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਨਾਲ ਹੀ ਇੱਕ ਟੀਮ ਜਿਸ ਨੇ ਇਸ ਦੇ ਉੱਤੇ ਸਾਰਾ ਕੰਮ ਕੀਤਾ ਆ, ਇਹ ਡਾਕੂਮੈਂਟਰੀ ਤਿਆਰ ਕੀਤੀ ਆ ਗਰਾਊਂਡ ਲੈਵਲ ਦੇ ਉੱਤੇ ਕੰਮ ਕਰਕੇ, ਉਹਨਾਂ ਨਾਲ ਅਸੀਂ ਅੰਦਰ ਚੱਲ ਕੇ ਆਰਟ ਗੈਲਰੀ ਦੇ ਤੇ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਜਾਣਾਂਗੇ ਕਿ ਇਹ ਡਾਕੂਮੈਂਟਰੀ ਉਹਨਾਂ ਦਾ ਵਿਖਾਉਣ ਦਾ ਕੀ ਮਕਸਦ ਆ। ਇੱਥੇ ਡਾਕੂਮੈਂਟਰੀ ਜਿਹੜੀ ਆ ਉਹ ਦਿਖਾਈ ਜਾ ਰਹੀ ਆ ਅੱਜ। ਤੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਪਹਿਲਾਂ ਇਹ ਦਿੱਲੀ ਦੇ ਵਿੱਚ ਵੀ ਡਾਕੂਮੈਂਟਰੀ ਜਿਹੜੀ ਆ ਉਹ ਦਿਖਾਈ ਗਈ ਆ। ਦਿੱਲੀ ਤੋਂ ਇਲਾਵਾ ਯੂਕੇ ਦੀ ਗੱਲ ਕਰੀਏ ਤਾਂ ਉੱਥੇ ਵੀ ਦਿਖਾਈ ਗਈ ਆ। ਮੈਂ ਇੱਥੇ ਗੱਲਬਾਤ ਕਰੂੰਗਾ ਭਾਜੀ ਸਤਨਾਮ ਸਿੰਘ ਨੇ ਉਹਨਾਂ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਜੀ ਅੱਜ ਜਿਹੜੀ ਇੱਥੇ ਡਾਕੂਮੈਂਟਰੀ ਦਿਖਾਈ ਜਾ ਰਹੀ ਆ ਇਹਨੂੰ ਦਿਖਾਉਣ ਦਾ ਕੀ ਕਾਰਨ ਆ ਤੇ ਕਿਵੇਂ ਤੁਹਾਡੀ ਟੀਮ ਨੇ ਕੰਮ ਕੀਤਾ ਤੇ ਕੀ ਕੰਮ ਜਿਹੜਾ ਕੀਤਾ ਜਸਵੰਤ ਸਿੰਘ ਖਾਲੜਾ ਤੋਂ ਬਾਅਦ ਦੇ ਵਿੱਚ ਜਿਹੜਾ ਕੁਝ ਕੰਮ ਰਹਿ ਗਿਆ ਸੀਗਾ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਦੇ ਵਿੱਚ ਕੀ ਉਸੇ ਨੂੰ ਹੀ ਅੱਗੇ ਲੈ ਕੇ ਗਏ ਹੋ ਤੁਸੀਂ? ਹਾਂਜੀ, ਇਹ ਜੀ ਇੱਕ ਡਾਕੂਮੈਂਟਰੀ ਦਸਤਾਵੇਜ਼ੀ ਫਿਲਮ ਆ ਲਾਪਤਾ ਪੰਜਾਬ, ਇੰਗਲਿਸ਼ ਵਿੱਚ ਪੰਜਾਬ ਡਿਸਪੇਅਰਡ। ਇਹ 10 ਸਾਲ ਦੀ ਜਿਹੜੀ ਡਾਕੂਮੈਂਟੇਸ਼ਨ ਅਸੀਂ ਪੰਜਾਬ ਵਿੱਚ ਕੀਤੀ ਸੀਗੀ, ਜਿਹੜੇ ਮੁੰਡੇ ਚੁੱਕੇ ਗਏ, ਲਾਪਤਾ ਕੀਤੇ ਗਏ ਤਾਂ ਪੁਲਿਸ ਹਿਰਾਸਤ ਵਿੱਚ ਰੱਖ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਸੀਗਾ ਤਾਂ ਫਿਰ ਉਹਨਾਂ ਦੀਆਂ ਲਾਸ਼ਾਂ ਅਣਪਛਾਤੀਆਂ ਲਵਾਰਿਸ ਲਾਸ਼ਾਂ ਦਾ ਇਕਰਾਰ ਦੇ ਕੇ ਤਾਂ ਪੁਲਿਸ ਵਾਲਿਆਂ ਨੇ ਉਹਨਾਂ ਦਾ ਇੱਦਾਂ ਕੀਤਾ ਹੋਇਆ ਸੀਗਾ। ਸੋ ਸਾਡਾ ਮੇਨ ਜਿਹੜਾ ਉਪਰਾਲਾ ਸੀਗਾ ਡਾਕੂਮੈਂਟਰੀ ਬਣਾਉਣ ਦਾ ਵੀ ਲੋਕਾਂ 'ਚ ਜਾਗਰਤੀ ਪਹਿਲਾਂ ਆਉਣੀ ਚਾਹੀਦੀ ਆ ਵੀ ਇੰਨੇ ਵੱਡੇ ਪੱਧੇ 'ਤੇ ਇਹ ਸਾਰਾ ਕੰਮ ਹੋਇਆ ਸੀਗਾ। ਭਾਈ ਜਸਵੰਤ ਸਿੰਘ ਖਾਲੜੇ ਜੀ ਨੇ ਇੱਕ ਫਿਗਰ ਦਿੱਤੀ ਸੀਗੀ ਵੀ 25,000 ਲਾਸ਼ਾਂ ਲਵਾਰਿਸ ਲਾਸ਼ਾਂ ਪੰਜਾਬ 'ਚ ਸੀਗੀਆਂ ਉਸ ਟਾਈਮ ਦੀਆਂ, ਉਹ 'ਚ ਕੋਈ ਕਾਰਵਾਈ ਨਹੀਂ ਹੋਈ। ਭਾਈ ਜਸਵੰਤ ਸਿੰਘ ਖਾਲੜੇ ਜੀ ਦਾ ਸਟੋਰੀ ਦਾ ਤੁਹਾਨੂੰ ਪਤਾ ਹੀ ਆ, ਉਹਨਾਂ ਨੂੰ ਆਪ ਖੁਦ ਚੁੱਕ ਕੇ ਲਾਪਤਾ ਮਾਰ ਦਿੱਤਾ ਗਿਆ ਸੀਗਾ। ਤਾਂ ਸਾਡੀ ਕੋਸ਼ਿਸ਼ ਇਹ ਸੀਗੀ ਵੀ ਜਿਹੜਾ ਇਹ ਮਸਲਾ ਆ ਇੰਨੇ ਵੱਡੇ ਪੱਧਰ 'ਤੇ ਸਾਰਾ ਕੁਝ ਹੋਇਆ ਵੀ ਦੁਬਾਰਾ ਇਹਦੇ ਉੱਤੇ ਜਾਂਚ ਹੋਣੀ ਚਾਹੀਦੀ ਆ ਤਾਂ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ। ਸੋ ਸਾਡਾ ਪਹਿਲਾ ਸਟੈਪ ਸੀਗਾ ਵੀ ਲੋਕਾਂ ਨੂੰ ਥੋੜ੍ਹਾ ਜਾਗਰਤ ਕਰਨਾ
ਤਾਂ ਦੂਸਰਾ ਸਟੈਪ ਇਹ ਸੀਗਾ ਵੀ ਹੁਣ ਸਾਡਾ 8257 ਕੇਸ ਸੁਪਰੀਮ ਕੋਰਟ ਵਿੱਚ ਸਾਡੇ ਫਾਈਲ ਹੋ ਚੁੱਕੇ ਆ। ਤਾਂ ਸਾਡੀ ਮੰਗ ਇਹ ਆ ਵੀ ਇਹ ਵੱਡੇ ਪੱਧਰ ਤੇ ਇੱਕ ਇਨਕੁਆਇਰੀ ਹੋਣੀ ਚਾਹੀਦੀ ਆ। ਤਾਂ ਅਣਪਛਾਤੀਆਂ ਲਾਸ਼ਾਂ ਦੀ ਪਛਾਣ ਹੋਣੀ ਚਾਹੀਦੀ ਆ, ਪਰਿਵਾਰਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ, ਤਾਂ ਜਿਹੜੇ ਦੋਸ਼ੀ ਲੋਕ ਆ ਉਹਨਾਂ ਦੇ ਉੱਤੇ ਕੇਸ ਪੈਣੇ ਚਾਹੀਦੇ, ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ। ਤੁਹਾਡੇ ਕਿਵੇਂ ਮਨ ਦੇ ਵਿੱਚ ਆਇਆ ਇਹ ਸਾਰਾ ਕੁਝ ਕਰਨ ਦਾ? ਕਿਵੇਂ ਤੁਹਾਡੀ ਟੀਮ ਨੇ ਫਿਰ ਸਾਰਾ ਕੁਝ ਸੋਚ ਕੇ ਤੇ ਕਿਵੇਂ ਕੰਮ ਕੀਤਾ ਇਸ ਤੇ? ਦੇਖੋ ਜੀ, ਸਾਡੀ ਜਿਹੜੀ ਬੜੀ ਇੱਕ ਵਧੀਆ ਟੀਮ ਸਾਡੇ ਨਾਲ ਜੁੜੀ ਸੀਗੀ। ਕੁਛ ਖੁਦ ਵੀ ਪੀੜਤ ਪਰਿਵਾਰ ਆਪ ਵੀ ਉਹਨਾਂ ਨੇ ਹੰਢਾਇਆ ਸੀਗਾ, ਕੁਛ ਜਿਹੜੇ ਇਸ ਚੀਜ਼ ਨੂੰ ਕੁਛ ਦੁੱਖ ਸਮਝਦੇ ਆ। ਬੀਬੀ ਖਾਲੜਾ ਜੀ ਦਾ ਤੁਹਾਨੂੰ ਪਤਾ ਹੀ ਆ ਵੀ ਬੜਾ ਲੰਬਾ ਉਹਨਾਂ ਦਾ ਵੀ 20-25 ਸਾਲ ਦਾ ਸੰਘਰਸ਼ ਸੀਗਾ ਇਨਸਾਫ ਦੀ ਲੜਾਈ ਦਾ। ਤਾਂ ਫਿਰ ਸਾਡਾ ਆਪਸ ਵਿੱਚ ਦਾ ਮੇਲ ਇਸ ਤਰ੍ਹਾਂ ਦਾ ਹੋ ਗਿਆ ਸੀਗਾ ਵੀ ਇਹਨੂੰ ਗਾਹਾਂ ਵਧਾਈਏ। ਮੇਰੀ ਆਪ ਦੀ ਜਿਹੜੀ ਬੈਕਗਰਾਉਂਡ ਹੈ, ਮੈਂ ਯੂਕੇ ਦਾ ਇੱਕ ਬੈਰਿਸਟਰ ਹਾਂ, ਕੁਝ ਸਾਲਾਂ ਤੋਂ ਅਸੀਂ ਇੱਥੇ ਸੁਪਰੀਮ ਕੋਰਟ 'ਚ ਵੀ ਪ੍ਰੈਕਟਿਸ ਕਰਦੇ ਹਾਂ। ਤਾਂ ਇੱਕ ਇਹ ਕੋਸ਼ਿਸ਼ ਸੀਗੀ ਵੀ ਇਹਨੂੰ ਗਾਹਾਂ ਤੋਰਿਆ ਜਾਵੇ। ਇਹ ਪੁਰਾਣਾ ਮਸਲਾ ਨਹੀਂ ਹੈਗਾ, ਸਬੂਤ ਵੀ ਹੈਗੇ, ਤਾਂ ਜਿਹੜੇ ਵਿਕਟਿਮ ਆ ਉਹ ਵੀ ਮੌਜੂਦ ਆ। ਤਾਂ ਇਹ ਬਿਲਕੁਲ ਇਹਦੇ ਉੱਤੇ ਕੁਝ ਹੋਣਾ ਚਾਹੀਦਾ ਕਾਨੂੰਨੀ ਤੌਰ ਤੇ। ਜਿਹੜਾ ਤੁਸੀਂ ਇੱਥੇ ਕੰਮ ਕੀਤਾ ਵੱਖ-ਵੱਖ ਜਗ੍ਹਾ ਤੇ ਜਾ ਕੇ, ਗੁਰਦਾਸਪੁਰ, ਤਰਨਤਾਰਨ, ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਕਿੰਨੀਆਂ ਕੁ ਮੁਸ਼ਕਲਾਂ ਜਿਹੜੀਆਂ ਪੇਸ਼ ਆਈਆਂ ਤੁਹਾਨੂੰ, ਜਿਵੇਂ ਤੁਸੀਂ ਇੱਥੇ ਕੰਮ ਕੀਤਾ, ਸਾਰਾ ਕੁਝ ਲੱਭਿਆ, ਡਾਟਾ ਜਿਹੜਾ ਇਕੱਠਾ ਕੀਤਾ? ਦੇਖੋ ਜੀ, ਇੱਕ ਤਾਂ ਅਸੀਂ ਪਿੰਡਾਂ ਜਾ ਕੇ ਉਹ ਲੋਕਾਂ ਦੇ ਦਸਤਾਵੇਜ਼ ਇਕੱਠੇ ਕੀਤੇ ਸੀਗੇ, ਪੀੜਤ ਪਰਿਵਾਰਾਂ ਨੂੰ ਮਿਲੇ, ਉਹਨਾਂ ਦੀਆਂ ਜੋ ਕਹਾਣੀਆਂ, ਜੋ ਸਟੋਰੀਆਂ ਸੀਗੀਆਂ ਉਹ ਲਈਆਂ। ਤਾਂ ਅਸੀਂ ਇਹ ਕਹਿ ਸਕਦੇ ਹਾਂ ਵੀ ਭਾਵੇਂ ਪਿੰਡਾਂ ਦਾ ਜਿੱਦਾਂ ਦਾ ਮਰਜ਼ੀ ਸਿਆਸਤੀ ਮਾਹੌਲ ਆ, ਜਿਹੜੇ ਪਿੰਡਾਂ 'ਚ ਵੀ ਜਾਂਦੇ ਸੀਗੇ ਤਾਂ ਭਾਵੇਂ ਉਹ ਸਾਬਕਾ ਸਰਪੰਚ ਸੀਗਾ, ਚਾਹੇ ਮੌਜੂਦਾ ਸਰਪੰਚ ਜਾਂ ਹੋਰ ਜ਼ਿੰਮੇਵਾਰ ਪਿੰਡ ਦੇ, ਸਾਰਿਆਂ ਨੇ ਇੱਕ ਕਿਸਮ ਦੀ ਸਪੋਰਟ ਕੀਤੀ। ਉਹ ਵੀ ਚਾਹੁੰਦੇ ਆ, ਪਿੰਡ ਦੇ ਲੋਕ ਵੀ ਚਾਹੁੰਦੇ ਆ ਵੀ ਜਿਨ੍ਹਾਂ ਨਾਲ ਇਦਾਂ ਦੇ ਧੱਕੇ ਹੋਏ ਆ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਇਨਸਾਫ ਮਿਲਣਾ ਚਾਹੀਦਾ ਆ। ਤਾਂ ਅਸੀਂ ਇਹ ਕਹਿ ਸਕਦੇ ਹਾਂ ਵੀ ਇੰਨਾ ਅਸੀਂ ਐਕਸਪੈਕਟ ਨਹੀਂ ਸੀ ਕਰਦੇ ਵੀ ਸ਼ਾਇਦ ਲੋਕ ਇਸ ਪਾਸੇ ਤੁਰਨ। ਬਾਕੀ ਤੁਹਾਨੂੰ ਇਹ ਵੀ ਪਤਾ ਆ ਵੀ ਬੀਬੀ ਖਾਲੜਾ ਜੀ ਇਲੈਕਸ਼ਨ 'ਚ ਵੀ ਖਲੋਤੇ ਸੀਗੇ, ਜੇ ਨਾ ਵੀ ਜਿੱਤੇ ਤਾਂ 2.25 ਲੱਖ ਵੋਟ ਵੀ ਉਹਨਾਂ ਨੂੰ ਮਿਲੀ ਸੀਗੀ। ਕਿਉਂਕਿ ਲੋਕਾਂ 'ਚ ਇਹ ਹੈਗਾ ਵੀ ਜਦ ਇੰਨਾ ਵੱਡਾ ਜਬਰ ਜ਼ੁਲਮ ਹੁੰਦਾ ਆ ਤਾਂ ਇਹ ਕੋਰਟਾਂ ਦਾ ਕੰਮ ਹੁੰਦਾ ਵੀ ਉਹਨੂੰ ਇਨਸਾਫ ਲੋਕਾਂ ਨੂੰ ਦਿਲਾਉਣ ਵਾਸਤੇ। ਸੋ ਇਸ ਕਰਕੇ ਅਸੀਂ ਇਹ ਕਹਿੰਦੇ ਹਾਂ ਵੀ ਲੋਕ ਇਸ ਪਾਸੇ ਜੁੜਨ, ਜਿਹੜੇ ਹੋਰ ਵੀ ਪੀੜਤ ਪਰਿਵਾਰ ਹੈਗੇ ਆ ਉਹ ਵੀ ਸਾਡੇ ਨਾਲ ਸੰਪਰਕ ਕਰਨ, ਤਾਂ ਇਹ ਮਸਲਾ ਜੋ ਵੀ ਹੈਗਾ ਆ ਇਹ ਸੱਚ ਸਾਹਮਣੇ ਆਉਣਾ ਚਾਹੀਦਾ। ਹਾਂਜੀ, ਇਸ ਡਾਕੂਮੈਂਟਰੀ ਦੇ ਵਿੱਚ ਅਸਲ 'ਚ ਹੈਗਾ ਕੀ ਹੈ? ਪਰਿਵਾਰਾਂ ਦੇ ਇੰਟਰਵਿਊਜ਼ ਆ ਜਾਂ ਕੁਝ ਹੋਰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ? ਕਿਸੇ ਹੋਰ ਪੱਖ ਤੋਂ ਜਿਹੜੀ ਆ ਉਹ ਗੱਲ ਕੀਤੀ ਗਈ? ਦੇਖੋ ਜੀ, ਪੂਰੇ ਪੱਖਾਂ ਤੋਂ ਸਾਰੀ ਚੀਜ਼ ਦਿਖਾਈ ਗਈ ਆ। ਤੁਸੀਂ ਇਸ ਡਾਕੂਮੈਂਟਰੀ 'ਚ ਇਹ ਵੀ ਦੇਖੋਗੇ ਵੀ ਜਿਹੜੇ ਪਰਿਵਾਰ ਆ, ਇੱਕ ਐਸੀ ਜਗ੍ਹਾ ਦੇ ਉੱਤੇ ਇੱਕ ਪੀਪਲ ਟ੍ਰਾਈਬਿਊਨਲ, ਲੋਕਤੰਤਰਿਕ ਇੱਕ ਟ੍ਰਾਈਬਿਊਨਲ ਬਿਠਾਇਆ ਗਿਆ ਸੀਗਾ 2017 ਵਿੱਚ। ਇੱਥੇ 600 ਪਰਿਵਾਰ ਪਹੁੰਚਿਆ ਸੀ। ਤਾਂ ਜਸਟਿਸ ਗੰਗੂਲੀ, ਰਿਟਾਇਰਡ ਸੁਪਰੀਮ ਕੋਰਟ ਜੱਜ, ਕਵਿਤਾ ਸ਼੍ਰੀਵਾਸਤਵ, ਬਬਲੂ ਲੋਇੰਗ ਬਤਮ, ਮਤਲਬ ਇੰਡੀਆ ਦੇ ਵੱਖੋ-ਵੱਖ ਸਟੇਟਾਂ ਤੋਂ ਬੜੀਆਂ ਮਨੁੱਖੀ ਅਧਿਕਾਰੀਆਂ ਦੀਆਂ ਜਿਹੜੀਆਂ ਪਾਵਰਫੁਲ ਸ਼ਖਸੀਅਤਾਂ ਆਈਆਂ ਸੀਗੀਆਂ। ਉਹਨਾਂ ਨੇ ਇਹਨਾਂ ਦੇ ਦੁੱਖ ਤਕਲੀਫਾਂ ਜੋ ਵੀ ਇਹਨਾਂ ਨਾਲ ਹੋਇਆ ਸਾਰਾ ਕੁਝ ਸੁਣਿਆ। ਤਾਂ ਇੱਕ ਰਿਪੋਰਟ ਤਿਆਰ ਕੀਤੀ ਗਈ ਸੀਗੀ। ਤਾਂ ਉਹ ਜਿਹੜੇ ਰਿਟਾਇਰਡ ਜੱਜਾਂ ਦਾ, ਉਹਨਾਂ ਦਾ ਵੀ ਆਪ ਦਾ ਬਿਆਨ ਸੀਗਾ ਵੀ ਇਹ ਮਸਲੇ ਨੂੰ ਤੁਸੀਂ ਦੁਬਾਰਾ ਸੁਪਰੀਮ ਕੋਰਟ ਵਿੱਚ ਲਿਆਓ। ਸੋ ਸਾਡਾ ਮੇਨ ਏਮ ਜਿਹੜਾ ਹੈਗਾ ਵੀ ਇਹ ਅੱਗੇ ਵਧੇ, ਤਾਂ ਇਹਦਾ ਕੁਝ ਉਸ ਪਰਿਵਾਰਾਂ ਲਈ ਕੁਝ ਹੋਣਾ ਚਾਹੀਦਾ, ਇਨਸਾਫ ਮਿਲਣਾ ਚਾਹੀਦਾ। ਸਰਕਾਰਾਂ ਨੇ ਇਸ ਦੇ ਉੱਤੇ ਕੁਝ ਨਹੀਂ ਕੀਤਾ, ਇਹ ਵੀ ਸੱਚਾਈ ਆ। ਹੁਣ ਤੁਸੀਂ ਆਪਣੇ ਤੌਰ ਦੇ ਉੱਤੇ ਜਿਵੇਂ ਇਹ ਗਰਾਊਂਡ ਲੈਵਲ ਦੇ ਉੱਤੇ ਕੰਮ ਕੀਤਾ ਤੇ ਇਸ ਨੂੰ ਹੁਣ ਅੱਗੇ ਕਿੱਥੇ ਲੈ ਕੇ ਜਾ ਰਹੇ ਹੋ? ਕੀ ਤੁਹਾਡਾ ਅਗਲਾ ਸਟੈਪ ਜਿਹੜਾ ਹੈਗਾ? ਦੇਖੋ ਜੀ, ਜਿੰਨੀ ਕੁ ਸਾਡੀ ਹਿੰਮਤ ਸੀਗੀ, 10 ਸਾਲ ਲੱਗ ਗਏ ਸੀਗੇ, 8257। ਤਾਂ ਜੇ ਮਤਲਬ ਇਹ ਸਰਕਾਰੀ ਕੰਮ ਹੋਵੇ ਜਾਂ ਕੋਰਟਾਂ ਦੇ ਰਾਹੀਂ ਹੋਵੇ, ਇਹ ਤਾਂ ਸਾਲ ਦੇ ਅੰਦਰ ਵੀ ਪੂਰੀ ਅਸਲੀਅਤ ਆ ਸਕਦੀ ਹੈ ਵੀ ਕਿੰਨੇ। ਸੋ ਸਾਡੀ ਕੋਸ਼ਿਸ਼ ਇਹ ਸੀ ਕਿ ਪਹਿਲਾਂ ਅਸੀਂ ਦੁਨੀਆ ਨੂੰ ਦਿਖਾਉਣਾ ਵੀ ਮਤਲਬ ਇੰਨੀ ਕੁ ਛੋਟੀ ਐਫਰਟਸ ਨਾਲ ਇੰਨਾ ਕੁਝ ਨਿਕਲਿਆ ਆ। ਤਾਂ ਜੇ ਇੰਨਾ ਸਾਰਾ ਅਸੀਂ ਸਬੂਤ ਪੇਸ਼ ਕਰ ਸਕਦੇ ਹਾਂ, ਸੰਸਕਾਰ ਕਿੱਥੇ ਹੋਏ ਆ, FIRਾਂ ਕੀ ਬੋਲ ਰਹੀਆਂ, ਤਾਂ ਬੰਦੇ ਕਿੱਥੋਂ ਚੁੱਕੇ ਗਏ, ਕੁਝ ਜੱਜਮੈਂਟਸ ਵੀ ਆ ਚੁੱਕੀਆਂ ਆ ਸੁਪਰੀਮ ਕੋਰਟ, ਹਾਈ ਕੋਰਟ, ਸੈਸ਼ਨਸ ਕੋਰਟ ਤੋਂ ਵੀ ਇਹ ਚੀਜ਼ਾਂ ਅਸਲੀਅਤ ਸੀਗੀ ਵੀ ਕਿਸੇ ਬੰਦੇ ਨੂੰ ਚੁੱਕ ਕੇ ਮਾਰ ਕੇ ਲਾਪਤਾ ਕਰਨਾ, ਫਿਰ ਉਹਦੀ ਲਾਸ਼ ਨੂੰ ਅਣਪਛਾਤੀ ਦਾ ਇਕਰਾਰ ਦੇ ਕੇ, ਇਹ ਮਤਲਬ ਇੱਕ ਪੂਰਾ ਇੱਕ ਪੈਟਰਨ ਸੀਗਾ। ਸੋ ਸਾਡੀ ਕੋਸ਼ਿਸ਼ ਇਹ ਆ, ਹੁਣ ਜ਼ਿੰਮੇਵਾਰੀ ਫਿਰ ਦੁਬਾਰਾ ਸਰਕਾਰ ਦੀ ਬਣਦੀ ਆ, ਕੋਰਟਾਂ ਦੀ ਬਣਦੀ ਆ ਵੀ ਤੁਸੀਂ ਵੱਡੇ ਲੈਵਲ ਤੇ ਕਮਿਸ਼ਨ ਬਿਠਾਓ। ਤਾਂ ਉਹਨਾਂ ਕੋਲ ਜੋ ਵੀ ਤੁਹਾਡੇ ਰਿਸੋਰਸਿਸ ਹੈਗੇ, ਪਿੰਡਾਂ 'ਚ ਤੁਸੀਂ ਡੇਟਾ ਤੁਹਾਨੂੰ ਮਿਲ ਸਕਦਾ, ਥਾਣਿਆਂ 'ਚ ਮਿਲ ਸਕਦਾ, ਵੱਖੋ ਵੱਖ ਜ਼ਿਲ੍ਹਿਆਂ 'ਚ ਪੂਰਾ ਹੋ ਸਕਦਾ। ਤਾਂ ਜਿਹੜਾ ਸਾਡਾ ਉਪਰਾਲਾ ਉਹ ਤਾਂ ਚੱਲਦਾ ਰਹੂਗਾ, ਪਰ ਇਹਨੂੰ ਹੁਣ ਵੱਡੇ ਲੈਵਲ ਤੇ ਅਸੀਂ ਕਰਨਾ ਚਾਹੁੰਦੇ ਹਾਂ। ਹਾਂਜੀ, ਸੋ ਬਿਲਕੁਲ, ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਵਾਸਤੇ। ਸੋ ਇਹ ਸਨ ਸਰਦਾਰ ਸਤਨਾਮ ਸਿੰਘ ਜਿਨ੍ਹਾਂ ਨੇ ਜਾਣਕਾਰੀ ਦਿੱਤੀ। ਸੋ ਅੱਗੇ ਚੱਲ ਕੇ ਇਹ ਡਾਕੂਮੈਂਟਰੀ ਜਿਹੜੀ ਆ ਉਹ ਦਿਖਾਈ ਵੀ ਜਾਣੀ ਆ ਤੇ ਹੋਰ ਵੀ ਸੱਜਣ ਜਿਹੜੇ ਇੱਥੇ ਪਹੁੰਚਣਗੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ।
ਬੈਠੇ ਹੋਏ ਆ ਉਹਨਾਂ ਦੇ ਜੋ ਦੋ ਲੜਕੇ ਸਰਦਾਰ ਐਡਵੋਕੇਟ ਜਗਜੀਤ ਸਿੰਘ ਜੀ ਤਾਂ ਬਲਜਿੰਦਰ ਸਿੰਘ ਜੀ, ਤਾਂ ਸਾਡਾ ਉਸ ਟਾਈਮ ਦਾ ਪ੍ਰੋਜੈਕਟ ਇਹੀ ਸੀਗਾ ਵੀ ਚਲੋ ਜੇ ਹੋਰ ਨਹੀਂ ਕੁਝ ਕਰ ਸਕਦੇ 5-6 ਮਹੀਨੇ ਲਾ ਲਵਾਂਗੇ ਪਿੰਡਾਂ ਜਾ ਕੇ, ਤਾਂ ਜੋ ਜਿੰਨਾ ਇਨਫੋਰਮੇਸ਼ਨ ਇਕੱਠੀ ਹੁੰਦੀ ਆ ਤਾਂ ਅਸੀਂ ਉਹ ਕਰ ਲਾਂਗੇ। ਸਾਨੂੰ ਇਹ ਨਹੀਂ ਸੀ ਪਤਾ ਵੀ ਜਿੰਨਾ ਇਹਦੇ ਗੱਲ 'ਚ ਅਸੀਂ ਗੰਭੀਰਤਾ ਨਾਲ ਗਏ, ਜਿਹੜੇ ਪਿੰਡਾਂ 'ਚ ਅਸੀਂ ਗਏ, ਵੀ ਇਹ 6 ਮਹੀਨਿਆਂ ਦਾ ਕੰਮ ਨਹੀਂ ਸੀਗਾ ਵੀ ਜਿਹੜਾ ਤੁਸੀਂ ਕੁਛ ਪਰਿਵਾਰਾਂ ਨੂੰ ਮਿਲ ਕੇ ਉਹਨਾਂ ਦਾ ਦਸਤਾਵੇਜ਼ੀ ਫਾਰਮ ਭਰ ਕੇ ਤਾਂ ਤੁਸੀਂ ਜੋ ਕੌਮਨਾ ਬੀਤੀ ਤੋਂ 10 ਸਾਲਾਂ 'ਚ 84 ਤੋਂ ਲੈ ਕੇ 95 ਤੱਕ, ਸਾਨੂੰ ਇਹ ਲੱਗਾ ਵੀ ਇਹ ਇੰਨੀ ਵੱਡੀ ਮਨੁੱਖੀ ਅਧਿਕਾਰਾਂ ਦੀ ਕਾਂਡ ਹੋਈ ਆ, ਨਸਲ ਖੁਸ਼ੀ ਹੋਈ ਆ ਵੀ ਜਿਨ੍ਹਾਂ ਨੂੰ ਅਸੀਂ ਫਰੋਲੀ ਜਾਂਦੇ ਹਾਂ ਉਹਨਾਂ ਹੋਰ ਵਧੀ ਜਾਂਦਾ ਕੰਮ। ਤਾਂ ਉਹ ਜਿਹੜੇ 6 ਮਹੀਨੇ ਆ 10 ਸਾਲ ਦਾ ਇੱਕ ਪ੍ਰੋਜੈਕਟ ਬਣ ਗਿਆ, 2008 ਤੋਂ ਲੈ ਕੇ ਤਾਂ ਅੱਜ ਤੱਕ ਚੱਲਦਾ ਰਿਹਾ। ਤਾਂ ਲਗਭਗ ਜਿੰਨੇ ਵੀ ਗੁਰਦਾਸਪੁਰ ਦੇ ਪਿੰਡ ਸੀਗੇ ਅਸੀਂ ਸ਼ੁਰੂ ਕਰਦੇ ਤਾਂ ਹੋਰ ਜਿਹੜੇ 22 ਜਿਹੜੇ ਆ ਪੰਜਾਬ ਦੇ 14 ਜ਼ਿਲ੍ਹਿਆਂ 'ਚ ਅਸੀਂ ਗਏ, ਤਾਂ ਉੱਥੇ ਹੋਰ ਵੀ ਦਸਤਾਵੇਜ਼ੀ ਡਾਕੂਮੈਂਟੇਸ਼ਨ ਕੀਤੀ। ਇਹ ਕੰਮ ਦਾ ਤਾਂ ਤੁਹਾਨੂੰ ਪਤਾ ਹੀ ਆ ਕਿੱਥੋਂ ਸ਼ੁਰੂ ਹੋਇਆ ਸੀਗਾ। ਇੱਕ ਇਹੋ ਜਿਹੇ ਵਿਅਕਤੀ ਸੀਗੇ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਸਵਾਲ ਉਠਾਇਆ ਸੀਗਾ 1995 ਵਿੱਚ। ਉਹ ਸੀਗੇ ਜੀ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ, ਜਿਨ੍ਹਾਂ ਨੇ ਇੱਕ ਇਹੋ ਜਿਹਾ ਸਵਾਲ ਪੁੱਛਿਆ ਸੀ ਵੀ ਅੱਜ ਤੱਕ ਕਿਸੇ ਨੇ ਉਹ ਜਵਾਬ ਨਹੀਂ ਕੋਈ ਦੇ ਪਾਇਆ ਵੀ ਪੰਜਾਬ ਦੇ ਨੌਜਵਾਨ ਬੰਦੇ ਮੁੰਡੇ ਸਾਡੀ ਉਸ ਟਾਈਮ ਦੀ ਪੀੜ੍ਹੀ ਕਿੰਨੇ ਮਾਰੇ ਗਏ, ਕਿੰਨੇ ਚੁੱਕੇ ਗਏ, ਤਾਂ ਕਿੰਨੇ ਇਸ ਤਰ੍ਹਾਂ ਕਬਾਹ ਕਰਕੇ ਉਹਨਾਂ ਦੀ ਲਾਸ਼ਾਂ ਦੀ ਅਨਕਲੇਮਡ ਅਨਆਇਡੈਂਟੀਫਾਈਡ ਦਾ ਦਰਜਾ ਦੇ ਕੇ ਇਹਨਾਂ ਨੇ ਕਿਸ ਤਰ੍ਹਾਂ ਕੀਤਾ। ਜੇ ਅੱਜ ਦੀ ਘੜੀ ਵਿੱਚ ਦੇਖਿਆ ਜਾਵੇ ਤਾਂ ਬਹੁਤ ਮਨੁੱਖੀ ਅਧਿਕਾਰ ਐਕਟਿਵਿਸਟ ਹੈਗੇ ਦੁਨੀਆ ਵਿੱਚ। ਇੱਕ ਸਾਡੇ ਯੂਕੇ ਵਿੱਚ ਇੱਕ ਜੂਲੀਅਨ ਅਸਾਂਜ ਸੀਗਾ, ਜਿਹਨੇ ਸਰਕਾਰਾਂ ਦੇ ਖੁਲਾਸੇ ਉਹਨਾਂ ਦੀਆਂ ਜਿਹੜੀਆਂ ਈਮੇਲਾਂ ਸੀਗੀਆਂ ਉਹ ਉਹਨਾਂ ਨੇ ਦੁਨੀਆ ਦੇ ਸਾਹਮਣੇ ਜਾਰੀ ਕੀਤੀਆਂ ਵੀ ਜਿੱਥੇ ਵੀ ਗੜਬੜ ਹੁੰਦੀ ਆ, ਸੀਰੀਆ 'ਚ ਹੁੰਦੀ ਆ, ਇਰਾਕ 'ਚ ਹੁੰਦੀ ਆ, ਇਰਾਨ 'ਚ ਹੁੰਦੀ ਆ, ਵੀ ਸਰਕਾਰਾਂ ਕਿੱਦਾਂ ਆਪਣੇ ਲੋਕਾਂ ਨੂੰ ਮਾਰਦੀ ਆ, ਤਾਂ ਉਹਨਾਂ ਦੀਆਂ ਸਾਜ਼ਿਸ਼ਾਂ ਕਿਹੋ ਜਿਹੀਆਂ ਹੁੰਦੀਆਂ। ਉਸ ਤੋਂ ਪਹਿਲਾਂ 20 ਸਾਲ ਪਹਿਲਾਂ ਇਹੋ ਜਿਹੇ ਵਿਅਕਤੀ ਸੀਗੇ ਭਾਈ ਜਸਵੰਤ ਸਿੰਘ ਜੀ ਖਾਲੜਾ, ਜਿਨ੍ਹਾਂ ਨੇ ਇਹੋ ਜਿਹੇ ਸਬੂਤ ਇਕੱਠੇ ਕਰ ਲਏ ਵੀ ਸਿਰਫ ਇੱਕ ਕਹਿਣ ਕਹਾਈਆਂ ਗੱਲਾਂ ਨਹੀਂ ਰਹੀਆਂ ਵੀ ਸਾਡੇ ਮੁੰਡੇ, ਸਾਡੇ ਜਿਹੜੇ ਭਰਾ, ਸਾਡੀਆਂ ਭੈਣਾਂ ਜਾਂ ਸਾਡੇ ਜਿਹੜੇ ਪੁੱਤ ਆ ਉਹਨਾਂ ਨੂੰ ਚੁੱਕਿਆ ਗਿਆ, ਪਰ ਅਸੀਂ ਤੁਹਾਨੂੰ ਉਹਦਾ ਸਬੂਤ ਵੀ ਦਿਖਾ ਸਕਦੇ ਹਾਂ ਜਿਹੜਾ ਉਹਨਾਂ ਨੇ ਉਹ 3 ਸ਼ਮਸ਼ਾਨ ਘਾਟ ਚੋਂ ਸਾਰਾ ਕਲੈਕਟ ਕੀਤਾ ਹੋਇਆ। ਸਾਨੂੰ ਇਸ ਚੀਜ਼ ਦਾ ਥੋੜਾ ਅਹਿਸਾਸ ਹੋ ਗਿਆ ਸੀਗਾ ਜਦ ਅਸੀਂ ਡਾਕੂਮੈਂਟੇਸ਼ਨ ਕੀਤੀ ਵੀ ਬਹੁਤ ਸਾਰੇ ਇਹੋ ਜਿਹੇ ਲੋਕ ਆ, ਤਾਂ ਜੇ ਭਾਈ ਜਸਵੰਤ ਸਿੰਘ ਜੀ ਖਾਲੜਾ ਨਾ ਸ਼ਹੀਦ ਹੁੰਦੇ ਤਾਂ ਕਹਾਣੀ ਸਾਡੀ ਬਿਲਕੁਲ ਅੱਜ ਹੋਰ ਹੋਣੀ ਸੀਗੀ। ਸ਼ਾਇਦ ਸਾਨੂੰ ਇੱਥੇ ਖੜਨੇ ਦਾ ਟਾਈਮ ਨਹੀਂ ਸੀ ਦੇਖਣਾ ਪਿਆ ਵੀ 20-25 ਸਾਲ ਬਾਅਦ ਵੀ ਅਸੀਂ ਉਹੀ ਦੁਖਦਾਈ ਕਹਾਣੀਆਂ ਦੁਨੀਆ ਦੇ ਸਾਹਮਣੇ ਲਿਆ ਰਹੇ ਹਾਂ। ਫਰਕ ਸਿਰਫ ਇੰਨਾ ਹੀ ਆ ਵੀ ਜਦ ਤੁਸੀਂ ਇੰਨੇ ਵੱਡੇ ਪੱਧਰ ਤੇ ਇਹੋ ਜਿਹੇ ਕੰਮ ਕਰਦੇ ਆ ਤਾਂ ਤੁਸੀਂ ਉਹ ਚੀਜ਼ ਨੂੰ ਕਦੇ ਮਿਟਾ ਨਹੀਂ ਸਕਦੇ। ਉਹ ਸਬੂਤ ਜਿਹੜਾ ਹੈਗਾ ਉਹ ਸਬੂਤ ਹੀ ਰਹਿਣਾ। ਉਹ ਜਿਹੜੇ ਪੀੜਤ ਪਰਿਵਾਰ ਆ ਉਹ ਜਿਉਂਦੇ ਜਾਗਦੇ ਆ, ਤਾਂ ਜਿਨ੍ਹਾਂ ਨੇ ਸਾਰੀਆਂ ਗੱਲਾਂ ਹੋਈਆਂ ਪਿੰਡੇ ਤੇ ਸਾਰਾ ਕੁਝ ਹਟਾਇਆ, ਉਹਨਾਂ ਲਈ ਇਹ ਸਾਰੀਆਂ ਸਾਰੇ ਉਹਨਾਂ ਦੇ ਜ਼ਖਮ ਹਜੇ ਵੀ ਉਸੇ ਤਰ੍ਹਾਂ ਦੇ ਆ। ਬੀਬੀ ਪਰਮਜੀਤ ਕੌਰ ਖਾਲੜਾ ਜੀ ਨੇ 25 ਸਾਲ ਦਾ ਸੰਘਰਸ਼ ਲੜਿਆ ਇਸ ਇਸ਼ੂ ਦੇ ਉੱਤੇ, ਤਾਂ ਤੁਹਾਨੂੰ ਬਹੁਤ ਘੱਟ ਲੋਕ ਇਹੋ ਜਿਹੇ ਨਜ਼ਰ ਆਉਣਗੇ ਜਿਨ੍ਹਾਂ ਨੇ ਇਸ ਸੰਘਰਸ਼ ਨੂੰ ਪੂਰੀ ਤਰ੍ਹਾਂ ਡਟ ਕੇ, ਦੇਖੋ ਕਿੰਨੇ ਸਾਲ ਬਾਅਦ ਵੀ ਇੱਕ ਇਲੈਕਸ਼ਨ ਲੜੀ ਤਾਂ 2.25 ਲੱਖ ਵੋਟਰਾਂ ਨੇ ਉਹਨੂੰ ਇਸੇ ਇਸ਼ੂ ਤੇ ਵੋਟ ਪਾਈ ਆ, ਤੇ ਹਜੇ ਵੀ ਲੋਕ ਉਸ ਚੀਜ਼ ਦੀ ਮੰਗ ਰੱਖਦੇ ਆ ਵੀ ਸਾਨੂੰ ਇਨਸਾਫ ਨਹੀਂ ਮਿਲਿਆ ਤਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ। ਇਹ ਜਿਹੜੀ ਡਾਕੂਮੈਂਟਰੀ ਹੁਣ ਤੁਸੀਂ ਦੇਖੋਗੇ, ਇਹ 70 ਮਿੰਟ ਦੀ ਡਾਕੂਮੈਂਟਰੀ ਆ। ਇਹ ਅਸੀਂ ਇੱਕ ਨਵੀਂ ਨੌਜਵਾਨ ਪੀੜ੍ਹੀ ਦੇ ਸਾਹਮਣੇ ਲਿਆਉਣੀਆਂ ਚਾਹੁੰਦੇ ਆ ਗੱਲਾਂ, ਵੀ ਕੋਈ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਹੈਗੀਆਂ। ਇਹ ਇਕੱਲਾ ਸਿੱਖਾਂ ਦਾ ਪੱਖ ਨਹੀਂ ਹੈਗਾ। ਤੁਸੀਂ ਦੇਖੋਗੇ ਡਾਕੂਮੈਂਟਰੀ 'ਚ ਹੋਰ ਵੀ ਸਟੇਟਾਂ ਦੇ ਲੋਕ ਆ, ਇਹਨਾਂ ਨੇ ਇਸੇ ਜਗ੍ਹਾ ਦੇ ਉੱਤੇ ਆਪਣੇ ਸਾਰੇ ਵਿਚਾਰ ਸਾਂਝੇ ਕੀਤੇ ਸੀਗੇ, ਤਾਂ ਜਿਨ੍ਹਾਂ ਨੇ ਇਹ ਕੰਮ ਕੀਤਾ ਤੁਸੀਂ ਉਹਨਾਂ ਦੇ ਮੂੰਹ 'ਚੋਂ ਵੀ ਇਹ ਗੱਲਾਂ ਸੁਣੋਗੇ ਵੀ ਹਾਂ ਅਸੀਂ ਕੀਤਾ ਆ, ਇੱਦਾਂ ਦੇ ਅਸੀਂ ਮੁੰਡੇ ਚੁੱਕੇ, ਅਸੀਂ ਮਾਰੇ ਵੀ ਆ, ਤਾਂ ਉਹਨਾਂ ਦੇ ਖਿਲਾਫ ਕੋਈ ਕਾਰਵਾਈਆਂ, ਕੋਈ ਇਹੋ ਜਿਹੀਆਂ ਉਪਰਾਲੇ ਜਿਹੜੇ ਸੀਗੇ ਜਾਂ ਜਿਹੜੇ ਸਟੈਪ ਕਦੋਂ ਸਰਕਾਰ ਨੂੰ ਚੁੱਕਣੇ ਪਏ ਜਾਂ ਚੁੱਕਣੇ ਚਾਹੀਦੇ ਸੀਗੇ ਉਹ ਨਹੀਂ ਚੁੱਕੇ ਗਏ। ਸਰ ਮੈਂ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦਾ, ਸਿਰਫ ਭਾਈ ਨਰੈਣ ਸਿੰਘ ਜੀ ਨੂੰ ਮੈਂ 2 ਮਿੰਟ ਸਟੇਜ ਤੇ ਬੁਲਾਉਣਾ ਚਾਹੁੰਦਾ, ਕਿਉਂਕਿ ਇਹਨਾਂ ਦੇ ਜੋ ਲੜਕਿਆਂ ਨੇ ਜਾਂ ਇਹਨਾਂ ਨੇ ਜਿਹੜੀ ਸਾਨੂੰ ਗੁਰਦਾਸਪੁਰ ਦੇ ਹਾਲਾਤ ਸਾਰੇ ਸਮਝਾ ਕੇ ਪਿੰਡਾਂ ਚੋਂ ਪਰਿਵਾਰਾਂ ਨੂੰ ਮਿਲਾਇਆ, ਤਾਂ ਸਾਡਾ ਕੰਮ ਜਿਹੜਾ ਤੋਰਿਆ, ਅਸੀਂ ਉਹਨਾਂ ਨੂੰ ਧੰਨਵਾਦ ਵੀ ਕਰਦੇ ਹਾਂ। ਤਾਂ ਕੁਝ ਮਿੰਟਾਂ ਲਈ ਉਹ ਵੀ ਆਪਣੇ ਵਿਚਾਰ ਸਾਂਝੇ ਕਰਨਗੇ, ਤਾਂ ਫਿਰ ਅਸੀਂ ਡਾਕੂਮੈਂਟਰੀ ਦਿਖਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਲਾਪਤਾ ਕੋਈ ਅਜਿਹੀ ਫਿਲਮ ਨਹੀਂ ਜਿਹੜੀ ਕਿਸੇ ਵਪਾਰਕ ਨਜ਼ਰੀਏ ਦੇ ਨਾਲ ਬਣਾਈ ਗਈ ਹੋਵੇ। ਇਹ ਤਾਂ ਪੰਜਾਬ ਵਿੱਚ ਜੋ ਵਾਪਰਿਆ, ਕਾਨੂੰਨਾਂ ਦੀਆਂ ਜੋ ਧੱਜੀਆਂ ਅਡਾ ਕੇ ਕੀਤਾ ਗਿਆ, ਇਨਸਾਨੀਅਤ ਦਾ ਲਹੂ ਡੋਲਿਆ ਗਿਆ, ਮਾਵਾਂ ਭੈਣਾਂ ਤੇ ਨਾਰੀਆਂ ਅੱਜ ਤੱਕ ਆਪਣੇ ਪੁੱਤਰਾਂ ਨੂੰ, ਵੀਰਾਂ ਨੂੰ ਤੇ ਪਤਨੀਆਂ ਨੂੰ ਉਡੀਕਦੀਆਂ ਸਨ। ਯਤੀਮ ਬੱਚਿਆਂ ਦੇ ਹੌਕੇ ਨਿਕਲਦੇ ਸਨ ਕਿ ਪੰਜਾਬ ਵਿੱਚ ਕੀ ਵਾਪਰਿਆ, ਕਿਉਂ ਵਾਪਰਿਆ ਤੇ ਕਿਹਨ ਕੀਤਾ। ਇਹ ਸਵਾਲ ਸੀ ਪੂਰੀ ਮਨੁੱਖਤਾ ਦੇ ਸਾਹਮਣੇ, ਤੇ ਉਸ ਸਵਾਲ ਦਾ ਜਵਾਬ ਦੇਣ ਵਾਸਤੇ ਨਿਤਰਿਆ ਪੰਜਾਬ ਦਾ ਇੱਕ ਬਹਾਦਰ ਸਪੂਤ ਸਰਦਾਰ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਨੇ 3 ਸ਼ਮਸ਼ਾਨ ਘਾਟ ਖੋਲੇ ਤੇ 2258 ਅਣਪਛਾਤੀਆਂ ਲਾਵਾਰਸ ਲਾਸ਼ਾਂ, ਜਿਨ੍ਹਾਂ ਨੂੰ ਕਰਾਰ ਦੇ ਕੇ ਪੁਲਿਸ ਨੇ ਸੰਸਕਾਰ ਦਿੱਤਾ ਸੀ, ਉਹ ਇੱਕ ਸੂਚੀ ਸਬੂਤਾਂ ਦੇ ਤਹਿਤ ਸਾਹਮਣੇ ਲੈ ਆਂਦੀ ਤੇ ਪੂਰੀ ਦੁਨੀਆ ਦੇ ਵਿੱਚ ਇੱਕ ਸਵਾਲ ਰੱਖਤਾ ਕਿ ਜੇ ਪੰਜਾਬ ਦੇ 3 ਸ਼ਮਸ਼ਾਨ ਘਾਟਾਂ ਵਿੱਚ ਇੱਕ ਜ਼ਿਲ੍ਹੇ ਦੇ 3 ਸ਼ਮਸ਼ਾਨ ਘਾਟਾਂ ਵਿੱਚ ਇਹ ਵਾਪਰਿਆ ਹੈ, ਤਾਂ ਪੂਰੇ ਪੰਜਾਬ ਦੇ ਵਿੱਚ 25,000 ਨੌਜਵਾਨਾਂ ਨੂੰ ਇਸੇ ਤਰੀਕੇ ਦੇ ਨਾਲ ਹੀ ਖਪਾ ਦਿੱਤਾ ਗਿਆ। ਤੇ ਉਹਦੇ ਵਾਸਤੇ ਉਹਨਾਂ ਨੇ ਕੁਰਬਾਨੀ ਕੀਤੀ। ਉਹ ਕੋਈ ਸਿਰਫ ਉਹਨਾਂ ਨੇ ਇਕੱਲੀ ਆਵਾਜ਼ ਹੀ ਨਹੀਂ ਉਠਾਈ, ਉਹ ਆਪਣੀ ਜਾਨ ਬਚਾ ਸਕਦੇ ਸੀ, ਪਨਾਹ ਲੈ ਸਕਦੇ ਸੀ, ਪਰ ਉਹਨਾਂ ਨੇ ਵੇਖਿਆ ਜਦੋਂ ਉਹਨਾਂ ਨੂੰ ਇਹ ਵੀ ਕਹਿ ਦਿੱਤਾ ਗਿਆ ਸੀ ਕਿ 25,000 ਲਾਸ਼ਾਂ ਦਾ ਹਿਸਾਬ ਮੰਗਦਾ ਹੈ, ਅਸੀਂ 25,000 ਇੱਕ ਦਾ ਹਿਸਾਬ ਦੇਣ ਨੂੰ ਤਿਆਰ ਹਾਂ। ਇੱਕ ਤੋਂ ਕੀ ਮਤਲਬ ਸੀ ਕਿ ਤੈਨੂੰ ਵੀ ਇਸੇ ਤਰ੍ਹਾਂ ਹੀ ਅਣਪਛਾਤੀ ਤੇ ਲਾਵਾਰਸ ਲਾਸ਼ ਬਣਾ ਕੇ ਖਪਾ ਦਿੱਤਾ ਜਾਵੇਗਾ, ਔਰ ਉਹ ਕਰ ਦਿੱਤਾ ਗਿਆ। ਉਸ ਤੋਂ ਬਾਅਦ ਬੀਬੀ ਜੀ ਬੈਠੇ ਹਨ, ਇਹਨਾਂ ਨੇ ਉਹ ਕੇਸ ਬੜੀ ਦ੍ਰਿੜਤਾ ਦੇ ਨਾਲ ਲੜਿਆ ਤੇ ਅੱਜ ਉਹ ਜਿਹੜਾ 25,000 ਲਾਸ਼ਾਂ ਦੇ ਵਿੱਚੋਂ 8,327 ਪੂਰੇ ਹੀ ਸਬੂਤਾਂ ਦੇ ਤਹਿਤ ਸ਼ਮਸ਼ਾਨ ਘਾਟਾਂ ਦੀ ਲਿਸਟ, FIR ਦੀ ਨਕਲਾਂ ਤੇ ਪੋਸਟਮਾਰਟਮ ਦੀਆਂ ਰਿਪੋਰਟਾਂ ਤੇ ਹੋਰ ਬਹੁਤ ਸਾਰੇ ਸਬੂਤ ਇਕੱਠੇ ਕਰਕੇ ਉਹ ਜਿਹੜਾ ਕੇਸ ਹੈ, ਜਿਹੜੇ ਬਰਿਸਟਰ ਸਾਹਿਬ ਇੱਥੇ ਬੋਲ ਰਹੇ ਸਨ, ਸਰਦਾਰ ਸਤਨਾਮ ਸਿੰਘ ਜੀ, ਇਹਨਾਂ ਦੀ ਮਿਹਨਤ ਦਾ ਸਦਕਾ ਇਹਨਾਂ ਇੱਕ ਟੀਮ ਬਣਾਈ ਔਰ ਟੀਮ ਨੇ ਘਰ ਘਰ ਜਾ ਕੇ ਕੰਮ ਕੀਤਾ ਤੇ ਉਹ ਅੱਜ ਕੇਸ ਸੁਪਰੀਮ ਕੋਰਟ ਦੇ ਵਿੱਚ ਦਾਇਰ ਹੋ ਚੁੱਕਾ ਹੈ। ਅੱਗੇ ਹੁਣ ਕੌਮ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਦ੍ਰਿੜਤਾ ਬੀਬੀ ਖਾਲੜਾ ਵਾਲੀ ਵਿਖਾਉਣੀ ਹੈ ਜਾਂ ਡੋਲ ਜਾਣਾ ਹੈ। ਜੇ ਦ੍ਰਿੜਤਾ ਰੱਖੀ ਤਾਂ 1 ਲੱਖ ਜ਼ਾਲਮ ਨਰਦਈ ਕਰੂਅਲ ਉਹ ਅਧਿਕਾਰੀ, ਉਹ ਮੁਲਾਜ਼ਮ ਜਿਨ੍ਹਾਂ ਨੇ ਤਰੱਕੀਆਂ ਤੇ ਇਨਾਮ ਲੈਣ ਵਾਸਤੇ ਪੰਜਾਬ ਦੇ ਵਿੱਚ ਕਤਲੇ ਆਮ ਕੀਤਾ, ਉਹ ਸਾਰੇ ਕਟਹਿਰੇ ਵਿੱਚ ਖੜੇ ਹੋ ਜਾਣਗੇ ਤੇ ਉਹ ਦਿਨ ਦੂਰ ਨਹੀਂ ਜਦੋਂ ਜੇਲ੍ਹਾਂ ਦੀਆਂ ਕਾਲ ਕੋਠਰੀਆਂ ਦੇ ਵਿੱਚ ਬੰਦ ਹੋ ਸਕਦੇ ਹਨ। ਦ੍ਰਿੜਤਾ ਦਿਖਾਉਣ ਦੀ ਲੋੜ ਹੈ। 1-2 ਮਿਸਾਲਾਂ ਦੇਵਾਂਗਾ ਕੀਤਾ ਕਿਵੇਂ ਗਿਆ। ਇੱਕ ਬੀਬੀ ਦੀ ਇਹਦੇ ਵਿੱਚ ਫੋਟੋ ਦੇਖੋਗੇ, ਜਿੰਨੇ 1997 ਦੇ ਵਿੱਚ ਆਪਣਾ ਕੇਸ ਟ੍ਰਾਇਲ ਕੋਰਟ ਦੇ ਵਿੱਚ ਦਰਜ ਕੀਤਾ ਤੇ ਉਹਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ। 2 ਮਹੀਨੇ ਪਹਿਲਾਂ ਉਹਦੀ ਮੌਤ ਹੋ ਗਈ। ਕਹਾਣੀ ਕੀ ਸੀ? ਇੱਕ ਬੀਬੀ ਇੱਥੇ ਹੋਰ ਬੈਠੀ ਹੈ। ਇੱਕ ਪਿੰਡ ਸੀ ਸ੍ਰੀ ਹਰਗੋਬਿੰਦਪੁਰ ਥਾਣੇ ਦੇ ਵਿੱਚ, ਅਲਾਵਲਪੁਰ, ਦੂਜਾ ਸੀ ਕਲਾਨੌਰ ਥਾਣੇ ਦੇ ਵਿੱਚ। ਉਹਦਾ ਨਾਮ ਹੀ ਬਲਵਿੰਦਰ ਸਿੰਘ ਸ਼ਾਹ ਤਲਵੰਡੀ ਰਾਮਾ ਪਿੰਡ ਦੇ ਵਿੱਚ ਡੇਰਾ ਬਾਬਾ ਨਾਨਕ ਪੁਲਿਸ ਦੇ SHO ਨੇ ਨਾਕਾ ਲਾਇਆ। ਦੋਵੇਂ ਮਾਂ ਪੁੱਤ
ਮਾਂ ਆਪਣੀ ਧੀ ਦਾ ਰਿਸ਼ਤਾ ਕਰਨ ਵਾਸਤੇ ਤੇ ਪੁੱਤ ਆਪਣੀ ਭੈਣ ਦਾ ਰਿਸ਼ਤਾ ਕਰਨ ਵਾਸਤੇ ਆਪਣੀ ਮਾਸੀ ਤੇ ਉਹ ਆਪਣੀ ਭੈਣ ਨੂੰ ਸੁਨਾਹ ਦੇਣ ਗਏ ਸਨ ਕਿ ਇਸ ਦਿਨ ਆਉਣਾ, ਅਸੀਂ ਰਿਸ਼ਤਾ ਪੱਕਾ ਕਰਨਾ। ਪੁੱਛਿਆ ਤੇਰਾ ਨਾਂ ਕੀ ਹੈ? ਉਹਨੇ ਦੱਸਿਆ ਬਲਵਿੰਦਰ ਸਿੰਘ। ਪਿਤਾ ਦਾ ਨਾਂ ਵੀ ਰਲ ਗਿਆ, ਪਿੰਡ ਦਾ ਨਾਂ ਵੀ ਰਲ ਗਿਆ, ਤਿੰਨੇ ਨਾਂ ਰਲ ਕੇ ਬਾਂਹ ਫੜ ਕੇ ਮਾਤਾ ਰੋਂਦੀ ਕਰਲਾਉਂਦੀ ਦੇ ਕੋਲੋਂ ਧੂ ਕੇ ਲੈ ਗਏ। ਤੇ ਲਾਗੇ ਪਿੰਡ ਸੀ ਇੱਕ ਸ਼ਾਹਪੁਰ ਜਾਜਨ ਦੇ ਲਾਗੇ ਪਿੰਡ, ਉੱਥੇ ਜਾ ਕੇ ਕੰਨ ਵਿੱਚ ਗੋਲੀ ਮਾਰ ਕੇ ਉਹਨੂੰ ਸ਼ਹੀਦ ਕਰ ਦਿੱਤਾ ਗਿਆ। ਕਿਉਂ ਕਰ ਦਿੱਤਾ ਗਿਆ? ਕਿਉਂਕਿ ਜਿਹੜਾ ਬਲਵਿੰਦਰ ਸਿੰਘ ਅਲਾਵਲਪੁਰ ਦਾ, ਜਿਹਦੀ ਮਾਤਾ ਤੇ ਭਾਈ ਇੱਥੇ ਬੈਠੇ ਹਨ, ਉਹ ਕਿਸੇ ਕਾਰਨ ਉਹਨਾਂ ਪੁਲਿਸ ਨੂੰ ਵਾਂਟਡ ਸੀ ਤੇ ਉਹਦੇ ਬਦਲੇ ਵਿੱਚ ਇੱਕ ਮਾਸੂਮ ਬੱਚਾ ਮਾਰਤਾ। ਇਸੇ ਤਰ੍ਹਾਂ ਦੇ ਜਦੋਂ ਪਿੰਡਾਂ ਵਿੱਚ ਜਾ ਕੇ ਕਿਸੇ ਪਰਿਵਾਰ ਦੇ 4 ਜੀ, ਇੱਕ 5 ਗਰਾਈਆਂ ਪਿੰਡ ਹੈ ਤੇ ਇੱਕ ਮਾਂ ਦੇ 3 ਪੁੱਤ ਤੇ ਚੌਥਾ ਉਹਦਾ ਪਤੀ, ਚਾਰੇ ਸ਼ਹੀਦ ਕਰ ਦਿੱਤੇ। ਕਿਸੇ ਦਾ ਇਕਲੌਤਾ ਪੁੱਤ ਕਰ ਦਿੱਤਾ, ਕਿਸੇ ਦੀਆਂ ਬੇਟੀਆਂ ਵੀ ਸ਼ਹੀਦ ਕਰ ਦਿੱਤੀਆਂ। ਤੇ ਇਹ ਜਿਹੜੇ 8327 ਕੇਸ ਲੱਭੇ ਹਨ, ਇਹ ਤੇ ਉਹ ਲੱਭੇ ਹਨ ਜਿਨ੍ਹਾਂ ਦੇ ਸੰਸਕਾਰ ਸ਼ਮਸ਼ਾਨ ਘਾਟਾਂ ਵਿੱਚ ਕੀਤੇ ਸੀ। ਲੇਕਿਨ ਦਰਿਆਵਾਂ ਦੇ ਪੱਤਣ, ਨਹਿਰਾਂ, ਪਟੜੀਆਂ, ਪੁਲ, ਚੌਕ ਚਰਾਏ ਜਿੱਥੇ ਖਪਾ ਦਿੱਤੀ ਗਈ ਕੌਮ ਦੀ ਨੌਜਵਾਨੀ, ਉਹਨਾਂ ਦੀ ਅਜੇ ਵੀ ਭਾਲ ਕਰਨ ਦੀ ਜ਼ਰੂਰਤ ਹੈ। ਤੇ ਇੱਕ ਦਿਨ ਉਹ ਆਏਗਾ ਜਿਹੜਾ ਖਾਲੜਾ ਸਾਹਿਬ ਨੇ 25,000 ਦੀ ਗੱਲ ਕੀਤੀ ਸੀ, ਉਹ 25,000 ਤੋਂ ਵੱਧ ਦੇ ਸਕਦੇ ਹਨ, ਘੱਟ ਨਹੀਂ ਸਕਦੇ। ਇੱਕ ਹੋਰ ਬੜਾ ਤੱਥ ਸਾਹਮਣੇ ਆਇਆ, ਕੋਈ 200 ਦੇ ਕਰੀਬ ਉਹ ਨੌਜਵਾਨ ਹਨ ਜਿਨ੍ਹਾਂ ਨੂੰ ਪੁਲਿਸ ਨੇ ਮਾਰ ਦਿੱਤਾ ਸੀ, FIR ਦਰਜ ਕਰ ਲਈ ਸੀ, ਇਨਾਮ ਤੇ ਤਰੱਕੀ ਵੀ ਲੈ ਲਈ ਸੀ। ਉਹ ਜਿਉਂਦੇ ਜਾਗਦੇ ਹਨ ਤੇ ਉਹਨਾਂ ਦੇ ਥਾਂ ਕਿੰਨਾ ਮਾਵਾਂ ਦੇ ਪੁੱਤ ਮਾਰ ਦਿੱਤੇ ਗਏ। ਇਹ ਸਾਰੀ ਭਾਲ ਕਰਨ ਦੀ ਜ਼ਰੂਰਤ ਹੈ। ਦ੍ਰਿੜਤਾ ਦਿਖਾਉਣੀ ਪਵੇਗੀ, ਨਿਸ਼ਚਾ ਜਿੱਤ ਦਾ ਕਰਨਾ ਪਵੇਗਾ। ਉਹ ਦਿਨ ਦੂਰ ਨਹੀਂ ਜਿਹੜੇ ਜ਼ਾਲਮ ਨਰਦਾਈ ਜਿਨ੍ਹਾਂ ਨੇ ਅਤਿਆਚਾਰ ਕੀਤਾ, ਖੂਨ ਦੀ ਹੋਲੀ ਖੇਡੀ, ਨੌਜਵਾਨੀ ਦਾਣਿਆਂ ਵਾਂਗ ਭੁੰਨ ਦਿੱਤੀ ਤੇ ਮਾਵਾਂ ਦੇ ਹੌਕੇ, ਭੈਣਾਂ ਦੀਆਂ ਸਿਸਕੀਆਂ ਤੇ ਯਤੀਮ ਬੱਚਿਆਂ ਦੀਆਂ ਅਦਾਸੀਆਂ ਕੌਮ ਤੋਂ ਮੰਗ ਕਰਦੀਆਂ ਹਨ ਕਿ ਸਾਨੂੰ ਦੱਸਿਆ ਜਾਵੇ ਸਾਡੇ ਪੁੱਤਰਾਂ ਨਾਲ, ਸਾਡੇ ਭਰਾਵਾਂ ਨਾਲ, ਸਾਡੇ ਪਤਨੀਆਂ ਨਾਲ, ਸਾਡੇ ਬਾਪ ਨਾਲ ਕੀ ਬਣਿਆ। ਉਹਦਾ ਜਵਾਬ ਇਕੱਠੇ ਹੋ ਕੇ, ਜੇ ਇਕੱਠੇ ਹੋ ਕੇ ਚੱਲਾਂਗੇ ਤਾਂ ਦੁਨੀਆ ਦੇ ਵਿੱਚ ਹਿੰਦੁਸਤਾਨ ਦਾ ਜਿਹੜਾ ਕਾਲਾ ਅਧਿਆਇ ਹੈ, ਜਿਹੜਾ ਕਲੰਕ ਹੈ, ਜਿਹੜਾ ਆਪਣੇ ਆਪ ਨੂੰ ਸਭ ਤੋਂ ਵੱਡਾ ਡੈਮੋਕ੍ਰੇਟਿਕ ਸਟੇਟ ਦਾ ਦਰਜਾ ਦਵਾਈ ਬੈਠਾ ਹੈ ਹਿੰਦੁਸਤਾਨ, ਉਹਦੇ ਮੱਥੇ ਉੱਤੇ ਕਲੰਕ ਸਦਾ ਲਈ ਪੱਕਾ ਹੋ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਰੀ ਐਫਰਟਸ ਕੀਤੀਆਂ ਗਈਆਂ। ਆਪਣੇ ਜਿਹੜੇ ਸਰਦਾਰ ਸਰਬਜੀਤ ਸਿੰਘ ਵਿਰਕ ਆ, ਤੁਸੀਂ ਇਹਨਾਂ ਨੂੰ ਜਾਣਦੇ ਵੀ ਹੋਗੇ ਚੰਗੀ ਤਰ੍ਹਾਂ, ਇੱਥੇ ਤੁਹਾਡੇ ਪ੍ਰੈਕਟਿਸ ਵੀ ਕਰਦੇ ਆ, ਖੁਦ ਵੀ ਇਸ ਸਾਰੇ ਸਮੇਂ ਤੋਂ ਵਿਚਰੇ ਆ। ਇਹਨਾਂ ਨੇ ਬਹੁਤ ਇਸ ਐਫਰਟ ਵਿੱਚ ਸਹਿਯੋਗ ਦਿੱਤਾ। ਰਾਜਵਿੰਦਰ ਸਿੰਘ ਜੀ ਬੈਂਸ ਐਡਵੋਕੇਟ ਜਿਹੜਾ ਨਾ ਤੁਸੀਂ ਸੁਣਿਆ, ਉਹਨਾਂ ਨੇ ਤਾਂ ਜਿਹੜੇ ਪਹਿਲੇ 3 ਕੇਸ ਆ ਜਿਹੜੇ CBI ਕੋਰਟ 'ਚ ਚੱਲੇ ਸੀ, ਉਹਨਾਂ 3 ਕੇਸਾਂ 'ਚ ਪੁਲਿਸ ਅਧਿਕਾਰੀਆਂ ਨੂੰ ਸਜ਼ਾ ਹੋਈ ਸੀਗੀ, ਤਾਂ ਉਹ ਵੀ ਉਮਰ ਕੈਦ ਦੀ ਸਜ਼ਾ ਹੋਈ ਆ। ਸੋ ਇਹ ਜਿਹੜੇ ਉਪਰਾਲੇ ਆ, ਜਿਹੜੀਆਂ ਕੋਸ਼ਿਸ਼ਾਂ ਆ, ਭਾਈ ਜਸਵੰਤ ਸਿੰਘ ਜੀ ਖਾਲੜਾ ਕੇਸ ਹਜੇ ਵੀ ਉਹ ਸੁਪਰੀਮ ਕੋਰਟ ਵਿੱਚ ਜਾਂ ਮਨੁੱਖੀ ਅਧਿਕਾਰ ਕਮਿਸ਼ਨ ਉੱਥੇ ਅੜਿਆ ਆ, ਉਹ ਡਿਸਮਿਸ ਨਹੀਂ ਹੋ ਰਿਹਾ। ਤਾਂ ਕੋਸ਼ਿਸ਼ਾਂ ਇਹ ਆ ਵੀ ਮਤਲਬ ਜਿੱਥੇ ਜਿੱਥੇ ਵੀ ਕਾਨੂੰਨੀ ਅਪਰਾਧ ਤੇ ਤੁਸੀਂ ਸੁਣਿਆ ਵੀ ਕਿੰਨੇ ਸਟੇਟਾਂ ਤੋਂ ਇਹ ਆਪਣੀਆਂ ਸੰਘਰਸ਼ਾਂ, ਕਾਨੂੰਨੀ ਸੰਘਰਸ਼ਾਂ ਕਿੱਦਾਂ ਲੜਦੇ ਆ। ਕਈ ਵਾਰੀ ਅਸੀਂ ਥੋੜ੍ਹਾ ਜਿਹਾ ਸਾਡਾ ਮਨ ਡੋਲ ਜਾਂਦਾ ਆ ਵੀ ਜਦ ਸਾਨੂੰ ਤੁਰੰਤ ਰਿਜ਼ਲਟ ਨਹੀਂ ਇਹਦਾ ਆਉਂਦਾ ਤਾਂ ਅਸੀਂ ਦਿਲ ਛੱਡ ਦਿੰਦੇ ਵੀ ਕੀ ਫਾਇਦਾ ਆ, ਵੀ ਕੋਰਟਾਂ 'ਚ ਅਸੀਂ ਧੱਕੇ ਖਾਂਦੇ ਆ, ਵੀ ਉੱਥੇ ਕੋਈ ਇਨਸਾਫ ਨਹੀਂ ਮਿਲਣਾ। ਬਹੁਤ ਸਾਰੀਆਂ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਤੇ ਕਈ ਵਾਰੀ ਕਿਸੇ ਲੈਵਲ ਤੱਕ ਵੀ ਉਹਦਾ ਰਿਜ਼ਲਟ ਨਿਕਲਦਾ।
ਸੋ ਮੈਂ ਪਹਿਲਾਂ ਆਪਣੇ ਸਰਦਾਰ ਸਰਜੀਤ ਸਿੰਘ ਵਿਰਕੇ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਸੀਗਾ ਵੀ ਉਹ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨ ਵੀ ਅੱਜ ਦੀ ਘੜੀ ਵਿੱਚ CBI ਕੋਰਟ 'ਚ ਨਾਲੇ ਹੋਰ ਵੀ ਇਹਨਾਂ ਨੇ ਇੱਕ ਕੇਸ ਕੀਤਾ ਸੀਗਾ ਪਰਸੋਂ ਮੇਰੇ ਖਿਆਲ 14 ਪੁਲਿਸ ਅਧਿਕਾਰੀਆਂ ਨੂੰ ਇੱਥੇ ਹੀ ਸਜ਼ਾ ਹੋਈ ਸੀਗੀ ਤਾਂ ਇਹਨਾਂ ਨੇ ਬਹੁਤ ਡਟ ਕੇ ਕੇਸ ਲੜਿਆ ਸੀ। ਸੋ ਭਾਈ ਸਰਜੀਤ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਜਿਹੜੇ ਪਹਿਲੀ ਗੱਲ ਤੇ CBI ਦੇ ਕੇਸਾਂ ਦੀ ਹੈ ਜਿਹੜਾ ਜਸਵੰਤ ਸਿੰਘ ਖਾਲੜਾ ਤੇ ਮੈਡਮ ਪਰਮਜੀਤ ਕੌਰ ਖਾਲੜਾ ਜਿਹੜਾ ਇਹਨਾਂ ਨੇ ਜਿਹੜਾ ਸੁਪਰੀਮ ਕੋਰਟ 'ਚ ਰਿਟ ਫਾਈਲ ਕੀਤੀ ਸੀ ਜਾਂ ਜਿਹੜੇ ਡਾਇਰੈਕਟ ਜਿਹੜੇ ਪਰਿਵਾਰ ਸੀ ਉਹਨਾਂ ਨੇ ਜਿਹੜੇ ਉਹਨਾਂ ਦੇ ਪਰਿਵਾਰਾਂ ਦੇ ਮੈਂਬਰ ਡਿਸਪੇਅਰ ਕੀਤੇ ਸੀ ਕਿ ਕਿਡਨੈਪ ਕਰਕੇ ਉਹਨਾਂ ਨੂੰ ਟੌਰਚਰ ਕਰਕੇ ਮਾਰਤਾ ਸੀ ਜਾਂ ਲਾਸ਼ਾਂ ਨਹੀਂ ਮਿਲੀਆਂ ਜਾਂ ਮੁਕਾਬਲਿਆਂ 'ਚ ਮਾਰਤਾ ਸੀ, ਉਹਨਾਂ ਕੇਸਾਂ ਦੀਆਂ CBI ਇਨਕੁਆਇਰੀਆਂ 92, 93, 94 ਤੇ 95 ਦੇ ਵਿੱਚ ਜਿਹੜੇ ਕੇਸ CBI ਨੂੰ ਗਏ ਸੀ। ਉਹਨਾਂ ਵਿੱਚ 2001 ਤੋਂ ਜਿਹੜਾ ਉਹਨਾਂ ਸਟੇ ਪਹਿਲਾਂ ਹਾਈ ਕੋਰਟ ਨੇ ਸਟੇ ਦੇ ਦਿੱਤਾ, ਫਿਰ 15-16 ਸਾਲ ਉੱਥੇ ਸਟੇ ਰਿਹਾ, ਫਿਰ ਸੁਪਰੀਮ ਕੋਰਟ 'ਚ ਸਟੇ ਹੋਇਆ, ਮਤਲਬ 16 ਸਾਲ ਦੇ ਕਰੀਬ ਜਿਹੜਾ ਵਾ ਇਹ ਕੇਸ ਜਿਹੜੇ ਸਟੇ ਰਹੇ। ਅਤੇ ਪਿਛਲੇ ਸਾਲ ਕੁਝ ਕੇਸ ਜਿਹੜੇ ਸਟੇ ਜਿਹੜੇ ਉਹਨਾਂ ਦੇ 18 ਕੇਸਾਂ ਦੇ ਜਿਹੜੇ ਆ ਉਹਨਾਂ ਦੇ ਸਟੇ ਖੁੱਲ੍ਹੇ, ਬਾਕੀ ਕੁਝ ਹਾਲੇ ਜਿਹੜੇ ਸਟੇ ਆ ਜਿਹੜੇ ਹਾਈ ਕੋਰਟ 'ਚ ਪੈਂਡਿੰਗ ਆ ਉਹਨਾਂ ਦੀ ਵੀ ਆਸ ਕਰਦੇ ਹਾਂ ਵੀ ਥੋੜ੍ਹੇ ਜਿਹੇ 1-2 ਮਹੀਨਿਆਂ ਦੇ ਵਿੱਚ ਉਹ ਵੀ ਸਾਰੇ ਕੇਸ ਜਿਹੜੇ ਟਰਾਇਲ ਸ਼ੁਰੂ ਹੋ ਜਾਣਗੇ। ਇਹਨਾਂ ਜਿਹੜੇ ਜਿਵੇਂ ਭਾਈ ਸਤਨਾਮ ਸਿੰਘ ਉਹਨਾਂ ਦੱਸਿਆ ਵੀ ਉਹਦੇ 3 ਕੇਸ ਡਿਸਾਈਡ ਹੋਏ ਸੀ, ਉਹ ਤਿੰਨਾਂ 'ਚ ਜਿਹੜੀਆਂ ਸਜ਼ਾ ਹੋਈਆਂ ਵਾ ਉਹਦੇ ਵਿੱਚ ਇੱਕ ਕੇਸ ਤੇ ਇਹੋ ਜਿਹਾ ਹੈ ਜਿੱਥੇ ਆਪਾਂ ਥੋੜ੍ਹਾ ਜਿਹਾ ਆਪਾਂ ਨੂੰ ਮਹਿਸੂਸ ਹੁੰਦਾ ਵਾ ਵੀ ਜਿਹੜਾ ਇਨਸਾਫ ਨਹੀਂ ਮਿਲਦਾ, ਇੰਨੇ ਸਾਲ ਲੱਗ ਜਾਂਦੇ। ਉਹ ਕੇਸ ਵਿੱਚ ਦੋਵੇਂ ਪਰਿਵਾਰ 2 ਮੁੰਡੇ ਮਾਰੇ ਸੀ, ਦੋਵਾਂ ਦੀਆਂ ਵਾਈਫਸ, ਉਹਨਾਂ ਦੇ ਫਾਦਰ, ਉਹਨਾਂ ਦੀਆਂ ਮਾਤਾ ਜਿਹੜੀਆਂ ਨੇ ਉਹਨਾਂ ਦੀਆਂ ਮਾਵਾਂ, ਉਹ ਸਾਰੇ ਗਵਾਹੀ ਤੋਂ ਮੁੱਕਰ ਗਏ ਸੀ। ਕੋਈ ਪਰਿਵਾਰ ਦਾ ਮੈਂਬਰ ਗਵਾਹੀ ਲਈ ਨਹੀਂ ਖੜ੍ਹਾ ਹੋਇਆ, ਕੋਈ ਲਾਲਚ ਮਿਲੇ, ਕੁਝ ਉਹਨਾਂ ਨੂੰ ਫਾਇਦਾ ਦਿੱਤਾ ਪੁਲਿਸ ਨੇ, ਕੋਈ ਡਰ ਨਾਲ ਹੋਊਗਾ। ਪਰ ਉਹਨਾਂ ਕੇਸਾਂ 'ਚ ਐਵੀਡੈਂਸ ਇੰਨਾ ਕੁ ਵਧੀਆ ਸੀ ਕਿ ਉਹਦੇ ਵਿੱਚ ਜਿਹੜੇ ਉਹਨਾਂ ਨੂੰ ਮੁਕਾਬਲਾ ਵਿਖਾਇਆ ਗਿਆ ਸੀ, ਉਹਨਾਂ ਨੂੰ ਬਾਅਦ 'ਚ ਉਹਦਾ ਜਿਹੜਾ ਸੰਸਕਾਰ ਕੀਤਾ ਸੀ ਉਹਦੇ ਵਿੱਚ ਅਣਪਛਾਤੇ ਕਹਿ ਕੇ ਸੰਸਕਾਰ ਕੀਤਾ, ਜਦੋਂ ਕਿ ਉਹਨਾਂ ਦੀ FIR 'ਚ ਨਾ ਸੀ। ਉਹਨਾਂ ਤੋਂ ਰਿਕਵਰੀ ਵਿਖਾਈ ਗਈ, ਫਿਰ ਉਹਨਾਂ ਨੂੰ ਭੱਜੇ ਵਿਖਾਇਆ ਗਿਆ ਵੀ ਉਹ ਭੱਜ ਗਏ ਆ, ਪੁਲਿਸ ਉਹਨਾਂ ਨੂੰ ਹਥਿਆਰ ਰਿਕਵਰੀ ਕਰਨ ਲਈ ਖੜ੍ਹ ਰਹੀ ਸੀ। ਉਹ ਬਾਅਦ 'ਚ ਉਹਨਾਂ ਨੇ ਜਿਹੜਾ ਉਹਦਾ ਸੰਸਕਾਰ ਕੀਤਾ, ਜਿਹੜੀ ਚਿੱਠੀ ਲਿਖੀ ਆ ਮਿਊਨਿਸਪਲ ਕਮੇਟੀ ਨੂੰ, ਉਹਦੇ ਵਿੱਚ ਲਿਖਦਾ ਵੀ 2 ਵਾਰਸ ਜਿਹੜੇ ਲਾਸ਼ਾਂ ਉਹਨਾਂ ਦਾ ਸੰਸਕਾਰ ਕਰਨਾ। ਉਹ ਡਾਕੂਮੈਂਟਰੀ ਬੇਸ 'ਤੇ ਹੀ ਉਹ ਸਜ਼ਾ ਹੋਈ ਹੈ। ਹਾਲਾਂਕਿ ਅਸੀਂ ਕੋਸ਼ਿਸ਼ ਕੀਤੀ, ਕੋਈ ਪਰਿਵਾਰ ਉਹਨਾਂ 'ਚੋਂ 2 ਪਰਿਵਾਰ ਜਿਹੜੇ ਉਹ ਚਾਹੁੰਦੇ ਸੀ ਕਿ ਸਾਡੀਆਂ ਦੁਬਾਰਾ ਗਵਾਹੀਆਂ ਹੋ ਜਾਣ, ਪਰ ਉਹ ਅਦਾਲਤ ਨੇ ਰਿਜੈਕਟ ਕਰਤੀ ਵੀ ਇੰਨੇ ਸਾਲਾਂ ਬਾਅਦ ਇਹ ਪਹਿਲਾਂ ਇਹਨਾਂ ਨੇ ਗਵਾਹੀ ਤੋਂ ਮੁੱਕਰ ਗਏ ਆ ਤੇ ਹੁਣ ਇਹ ਦੁਬਾਰਾ ਆ ਕੇ ਕਿਵੇਂ ਗਵਾਹੀ ਦੇ ਸਕਦੇ ਆ। ਪਰ ਉਹ ਕੇਸ ਵਿੱਚ ਵੀ ਜਿਹੜਾ ਚੰਗਾ ਕੇਸ ਸੀ ਉਹ ਜਿਸ 'ਚ ਸਜ਼ਾ ਹੋਈ। ਜਿਵੇਂ ਢਾਟ ਸਾਹਿਬ ਵਾਲਾ ਕੇਸ ਆ, ਉਹ ਕਿੰਨੇ ਸਾਲ ਲੱਗੇ ਹਾਲੇ ਕਿ ਉਹ ਪਰਿਵਾਰ ਨੇ ਏਡੀ ਵੱਡੀ ਲੜਾਈ ਲੜੀ, ਉਹਦੇ ਬਾਵਜੂਦ ਕਿੰਨੇ ਸਾਲ ਲੱਗੇ, ਕਿਵੇਂ ਉਹ ਕੇਸ 'ਚ ਸਟੇ ਰਿਹਾ। ਇਹ ਸਾਰੇ ਤੁਸੀਂ ਵੇਖਿਆ ਹੋਊਗਾ। ਅਸੀਂ ਉੱਥੇ CBI ਕੋਰਟਾਂ 'ਚ ਦੇਖਦੇ ਹਾਂ ਵੀ ਜ਼ਿਆਦਾਤਰ ਇਹ ਬੜੀ ਸ਼ਰਮ ਦੀ ਗੱਲ ਹੈ ਵੀ ਸਿੱਖ ਨੌਜਵਾਨਾਂ ਨੂੰ ਹੀ ਮਾਰਿਆ, ਤੇ ਜਿਹੜੇ ਪੁਲਿਸ ਅਫਸਰ ਵੀ ਉਹ ਵੀ ਸਾਰੇ ਸਿੱਖ ਹੀ ਆਪਣੇ ਆਪ ਨੂੰ ਕਹਿੰਦੇ ਆ। ਹਾਲਾਂਕਿ ਅਸੀਂ ਉਹਦੀ ਆਪਾਂ ਇਹ ਨਹੀਂ ਕਹਿ ਸਕਦੇ, ਸਿੱਖ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਤਾਂ ਹੋਰ ਹੀ ਹੈ। ਆਪਾਂ ਪੱਗਾਂ ਬੰਨ੍ਹ ਕੇ ਜਾਂ ਦਾੜੀਆਂ ਵਧਾ ਕੇ ਜਾਂ ਕੇਸ ਰੱਖ ਕੇ ਇਹਨੂੰ ਸਿੱਖ ਨਹੀਂ ਕਹਿ ਸਕਦੇ। ਪਰ ਬਹੁਤ ਸ਼ਰਮ ਦੀ ਗੱਲ ਹੈ। ਸਾਨੂੰ ਪੂਰਾ ਲੱਗਦਾ ਵੀ ਇੱਥੇ 95 ਤੋਂ 99% ਜਿਹੜੇ ਆ ਨਾ ਇਹ ਸਿੱਖ ਆ, ਜਿਹੜੇ ਸਿੱਖਾਂ ਦੇ ਕਾਤਲ ਆ। ਵੀ ਜਿਹੜੇ ਪਿੱਛੇ ਜਿਹੜੇ ਆ ਉਹਨਾਂ ਨੇ, ਜੇ ਹਿੰਦੂ ਵੀ ਅਫਸਰ ਹੈਗੇ ਤਾਂ ਉਹਨਾਂ ਨੇ ਪਿੱਛੇ ਰਹਿ ਕੇ ਸਾਰੀ ਗੱਲ ਇਹ ਕੀਤੀ ਹੈ। ਜੇ KPS ਗਿੱਲ ਦੀ ਲਾ ਲਈਏ ਜਾਂ ਦੂਜੇ ਅਫਸਰਾਂ ਦੀ ਲਾ ਲਈਏ, ਫਿਰ ਇਹਨਾਂ ਦੇ ਅੱਜ ਦੀ ਅਸੀਂ ਹੁਣ ਜਿਹੜੇ ਕੇਸ ਹੈ ਜਿਹੜੇ ਹੁਣ ਕਰੰਟ ਚੱਲ ਰਹੇ ਆ, ਇਹ ਅਸੀਂ ਦੇਖਦੇ ਵੀ ਕੈਪਟਨ ਅਮਰਿੰਦਰ ਪਹਿਲਾਂ ਬਾਦਲ ਦੀ ਸਰਕਾਰ ਸੀ, ਉਦੋਂ ਇਹਨੇ ਐਡਵੋਕੇਟ ਜਨਰਲ ਆਪਣੇ ਹਰਦੇਵ ਸਿੰਘ ਮੱਤੇਵਾਲ ਉਹਨਾਂ ਨੂੰ ਕਹਿ ਕੇ ਦੇਣਾ ਹਾਈ ਕੋਰਟ ਤੋਂ ਸਾਰੇ ਕੇਸ ਸਟੇ ਕਰਾ ਦਿੱਤੇ। ਉਹ ਕੇਸ ਮੈਂ ਓਪਨਲੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹਦੇ 'ਚ ਪਰਸਨਲ ਇਨਫੋਰਮੇਸ਼ਨ ਰਹੀ, ਮੈਨੂੰ ਪਰਸਨਲ ਨੌਲੇਜ ਹੈ ਉਸ ਕੇਸ ਦੀ। ਇਹਨਾਂ ਹਾਈ ਕੋਰਟ ਦੇ ਉਦੋਂ ਜਸਟਿਸ ਵਿਜੇਂਦਰ ਜੈਨ ਸੀ ਚੀਫ ਜਸਟਿਸ, ਉਹਨਾਂ ਨੂੰ ਸਰਕਾਰ ਨੇ ਪੈਸੇ ਦਿੱਤੇ, ਪ੍ਰਕਾਸ਼ ਸਿੰਘ ਬਾਦਲ ਦੀ ਗੌਰਮੈਂਟ ਹੀ, ਇਹਨਾਂ ਨੇ ਪੈਸੇ ਦੇ ਕੇ ਉਹ ਕੇਸ ਸਟੇ ਕਰਾਏ। ਉਹ ਕਈ ਸਾਲ ਕੇਸ ਜਿਹੜੇ ਉਹ ਸਟੇ ਰਹੇ, ਉਹ ਕਰਕੇ ਜਿਹੜਾ ਵਾ ਵੀ ਇਹ 16 ਸਾਲ ਦਾ ਟਾਈਮ ਜਿਹੜਾ ਸਾਰਿਆਂ ਨੂੰ ਲੱਗਣ ਲੱਗ ਪਿਆ ਕਿ ਬਹੁਤ ਜ਼ਿਆਦਾ ਟਾਈਮ ਜਿਹੜਾ ਨਿਕਲ ਗਿਆ। ਹੁਣ ਆ ਕੇ ਕੇਸਾਂ 'ਚ ਬਾਬਾ ਚਰਨ ਸਿੰਘ ਉਹਨਾਂ ਦਾ ਕੇਸ ਜਿਹੜਾ, ਜਿਹਦੇ 'ਚ ਇਹਨਾਂ ਦੇ ਬਾਬਾ ਚਰਨ ਸਿੰਘ ਤੇ ਉਹਨਾਂ ਦੇ 3 ਭਰਾ, ਇੱਕ ਉਹਨਾਂ ਦਾ ਸਾਲਾ ਤੇ ਸਾਲੇ ਦਾ ਮੁੰਡਾ, 6 ਬੰਦੇ ਇਹਨਾਂ ਨੇ ਸਿਰਫ ਇਹ ਗੱਲ ਕਰਕੇ ਚੁੱਕ ਮਾਰਤੇ। ਉਹਨਾਂ ਦਾ ਕੋਈ ਕਸੂਰ ਨਹੀਂ, ਕੋਈ ਉਹਨਾਂ ਦਾ ਖਾੜਕੂਆ ਦੇ ਨਾਲ ਲਿੰਕ ਨਹੀਂ, ਕੋਈ ਉਹਨਾਂ ਕ੍ਰਾਈਮ ਨਹੀਂ ਕੀਤਾ। ਇਹਨਾਂ 6 ਬੰਦੇ ਪਹਿਲਾਂ ਉਹਨਾਂ ਦੇ ਭਰਾ ਚੁੱਕੇ ਵੀ ਬਾਬਾ ਚਰਨ ਸਿੰਘ ਨੂੰ ਪੇਸ਼ ਕਰਾਓ। ਬਾਅਦ 'ਚ ਬਾਬਾ ਚਰਨ ਸਿੰਘ ਹੁਣੀ ਜਿਹੜੇ ਪੇਸ਼ ਹੋਣ ਲਈ ਆਉਂਦੇ ਰਸਤੇ 'ਚ ਉਹਨਾਂ ਨੂੰ ਚੁੱਕ ਲਿਆ, ਉਹਨਾਂ ਦਾ ਸਾਲਾ, ਉਹਨਾਂ ਦਾ ਬੇਟਾ ਚੁੱਕ ਲਿਆ, ਚੁੱਕ ਕੇ 6 ਦੇ 6 ਹੀ ਇਹਨਾਂ ਨੇ ਬਾਅਦ 'ਚ ਜਿਹੜੇ ਉਹ ਮਾਰਤੇ। ਫਿਰ ਲਾਲਚ ਵੇਖੋ ਵੀ ਜਿਹੜੀ ਇੱਕ ਉਹਨਾਂ ਦੀ ਪਰਿਵਾਰ ਦੀ ਉਹਦੀ ਮੈਂਬਰ ਸੀ, ਉਹਨੂੰ ਇਹਨਾਂ ਨੇ ਨੌਕਰੀ ਦਿੱਤੀ SPO ਦੀ, ਉਹਨੂੰ ਮਨਾਇਆ ਵੀ ਤੂੰ ਗਵਾਹੀ ਨਹੀਂ ਦੇਵੇਂਗੀ। ਇਹਨਾਂ 'ਤੇ ਕਿੰਨਾ ਪ੍ਰੈਸ਼ਰ ਆ, ਕਿਵੇਂ ਜਿਹੜਾ ਸਰਕਾਰਾਂ, ਪੰਜਾਬ ਦਾ DGP, ਸੁਪਰੀਮ ਕੋਰਟ ਨੇ ਇੱਕ ਪ੍ਰੋਟੈਕਸ਼ਨ ਪ੍ਰੋਗਰਾਮ ਜਿਹੜਾ ਵਿਟਨੈਸ ਦਾ, ਗਵਾਹਾਂ ਦੀ ਸੁਰੱਖਿਆ ਲਈ ਇੱਕ ਕਿਹਾ ਸਾਰੀਆਂ ਸਟੇਟਾਂ ਨੂੰ, ਇੰਡੀਆ ਦੇ ਨੂੰ, ਵੀ ਤੁਸੀਂ ਇੱਕ ਪ੍ਰੋਟੈਕਸ਼ਨ ਪ੍ਰੋਗਰਾਮ ਜਿਹੜਾ ਉਹ ਬਣਾਓ ਜਿਹਦੇ 'ਚ ਵਿਟਨੈਸ ਨੂੰ ਤੁਸੀਂ ਜਿਹੜਾ ਪ੍ਰੋਟੈਕਟ ਕਰਨਾ ਵਾ, ਉਹਨਾਂ ਨੂੰ ਕੋਈ ਥ੍ਰੈਟ ਨਾ ਕਰੇ।
ਉਹਨੂੰ ਕੋਈ ਜਾਂਚ ਕੋਈ ਜਿਹੜੀ ਗਵਾਹੀ ਦੇਣ 'ਚ ਜਾਂਚ ਕੋਈ ਮੁਸ਼ਕਲ ਨਾ ਆਵੇ, ਉਹਨੂੰ ਤੁਸੀਂ ਸਿਕਿਉਰਿਟੀ ਪ੍ਰੋਵਾਈਡ ਕਰੋ, ਉਹਨੂੰ ਜੇ ਖਰਚਾ ਹੁੰਦਾ ਉਹ ਦਿਓ। ਹਾਈ ਕੋਰਟ ਨੇ ਪਿਛਲੇ ਮਹੀਨੇ ਜਿਹੜਾ ਅੰਮ੍ਰਿਤਸਰ ਦੇ ਇੱਕ ਕੇਸ ਸੀ, ਇੱਕ ਗੈਂਗਸਟਰ ਕੋਰਟ 'ਚ ਉਹਨੂੰ ਮਾਰਤਾ ਸੀ ਦੂਜੇ ਗੈਂਗਸਟਰਾਂ ਨੇ, ਉਹ ਕੇਸ 'ਚ ਸਾਰੇ ਗਵਾਹ ਮੁੱਕਰ ਗਏ ਸੀ। ਹਾਈ ਕੋਰਟ ਨੇ ਜਸਟਿਸ ਰਾਜੀਵ ਸ਼ਰਮਾ ਤੇ ਜਿਹੜਾ HS ਸਿੱਧੂ ਇਹਨਾਂ ਨੇ ਜਜਮੈਂਟ ਪਿਛਲੇ ਮਹੀਨੇ ਦਿੱਤੀ ਹੈ, ਉਹਦੇ ਵਿੱਚ ਉਹਨਾਂ ਨੇ ਇੱਕ ਪੂਰੀ ਗਾਈਡਲਾਈਨ ਦਿੱਤੀ ਹੈ ਪੰਜਾਬ ਨੂੰ ਕਿ ਤੁਸੀਂ ਕਿਵੇਂ ਗਵਾਹਾਂ ਨੂੰ ਜਿਹੜੇ ਕੇਸ ਆ ਉਹਨਾਂ ਵਿੱਚ ਜਿਹੜੇ ਗਵਾਹ ਵਾ ਉਹਨਾਂ ਨੂੰ ਈਵਨ ਕਿ ਉਹਨਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਉਹਨਾਂ ਦੀ ਪ੍ਰੋਟੈਕਸ਼ਨ ਦੇਣੀ ਹੈ, ਉਹਨਾਂ ਨੂੰ ਤੁਸੀਂ ਸਿਕਿਉਰਿਟੀ ਪ੍ਰੋਵਾਈਡ ਕਰਨੀ ਹੈ, ਉਹਨਾਂ ਦੇ ਘਰਾਂ 'ਚ CCTV ਕੈਮਰੇ ਇੰਸਟਾਲ ਕਰਨੇ ਆ ਕੇਸ ਦੇ ਹਿਸਾਬ ਨਾਲ, ਹਰ ਇੱਕ ਕੇਸ ਦੇ ਕੀ ਹੈਗਾ ਉਹਦੇ 'ਚ ਕਿੰਨੀ ਕੁ ਥ੍ਰੈਟ ਹੈਗੀ ਹੈ। ਜੇ ਜ਼ਿਆਦਾ ਥ੍ਰੈਟ ਹੈ ਤਾਂ ਤੁਸੀਂ ਸਾਰੀ ਉਮਰ ਲਈ ਉਹਨੂੰ ਜਿਹੜੀ ਇੰਸ਼ੋਰੈਂਸ ਪ੍ਰੋਵਾਈਡ ਕਰਨੀ ਹੈ। ਪਰ ਤੁਸੀਂ ਵੇਖੋ ਪੰਜਾਬ ਦਾ DGP ਇਹਨਾਂ ਦੇ ਕੇਸ 'ਚ ਖੂਬੀ ਰਾਮ ਜਿਹੜਾ ਵਾ, ਜਿਹਨੇ ਇਹਨਾਂ ਦੇ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਜਿਹੜੇ ਉਹਨੇ ਆਪ ਜਾ ਕੇ ਨਾਲ ਚੁੱਕੇ, ਉਹ ਪੁਲਿਸ ਪਾਰਟੀ 'ਚ ਸ਼ਾਮਲ ਸੀ, ਜੋ ਗਵਾਹੀਆਂ ਤੋਂ ਸਾਹਮਣੇ ਆਇਆ। ਖੂਬੀ ਰਾਮ ਪੰਜਾਬ ਦੇ ਮੁੱਖ ਮੰਤਰੀ ਦਾ ਸਿਕਿਉਰਿਟੀ ਹੈਡ ਹੈ ਇਸ ਵੇਲੇ, ਜਿੰਨਾ ਉਹ ਅਮਰਿੰਦਰ ਦੀ ਸਿਕਿਉਰਿਟੀ ਪ੍ਰੋਵਾਈਡ ਕਰਦਾ, ਉਹ ਹਿਮਾਚਲ ਜਾਵੇ, ਦਿੱਲੀ ਜਾਵੇ, ਸਾਰੀ ਸਿਕਿਉਰਿਟੀ ਦਾ ਜ਼ਿੰਮਾ ਉਹਦਾ ਵਾ। ਖੂਬੀ ਰਾਮ ਮੈਸੇਜ ਕਰਦਾ ਵਿਟਨੈਸ ਨੂੰ, ਖੂਬੀ ਰਾਮ DGP ਪੰਜਾਬ ਨੂੰ ਕਹਿੰਦਾ ਵਾ ਜਿਹੜੀ ADP ਸਿਕਿਉਰਿਟੀ ਹੈ ਗੁਰਪ੍ਰੀਤ ਦਿਓ, ਉਹਦੇ ਦਫ਼ਤਰ 'ਚ ਬਹਿ ਕੇ ਆਫਰਾਂ ਹੁੰਦੀਆਂ 20 ਲੱਖ 30 ਲੱਖ 50 ਲੱਖ ਦੀ, ਇੱਕ ਮੁੱਲ ਪਾਇਆ ਜਾਂਦਾ ਵਿਟਨੈਸ ਦਾ। ਅਸੀਂ ਫਿਰ ਵੀ ਇਹਨਾਂ ਦੀ ਹਿੰਮਤ ਕਹਿੰਦੇ ਹਾਂ ਵੀ ਇਹਨਾਂ ਨੇ ਅਦਾਲਤ 'ਚ ਬਿਲਕੁਲ ਸੱਚ ਦੀ ਗਵਾਹੀ ਦਿੱਤੀ ਹੈ, ਉਹ ਗਵਾਹੀਆਂ ਹੋਈਆਂ ਵਾ। ਇਸ ਵੇਲੇ ਪੂਰਾ ਸਾਨੂੰ ਲੱਗਦਾ ਵੀ ਇਹ ਕੇਸ ਜਿਹੜੇ 18 ਕੇਸ ਜਿਹੜੇ ਚੱਲਦੇ ਆ, ਇਹ ਥੋੜ੍ਹੇ ਦਿਨਾਂ 'ਚ ਇਹਦਾ ਜਿਹੜਾ ਕੋਈ ਨਾ ਕੋਈ ਰਿਜ਼ਲਟ ਆਊਗਾ। ਜਿਹੜੇ ਪੁਲਿਸ ਅਫਸਰ ਆਪਾਂ ਪੰਜਾਬ ਪੂਰੇ 'ਚ ਇੱਕ ਗਿਣਤੀ ਕਰ ਲਈ, ਜੇ 5000 ਪੁਲਿਸ ਅਫਸਰ ਆਪਾਂ ਕਰ ਲਈਏ ਤੇ 500 ਪੁਲਿਸ ਅਫਸਰ ਹੀ ਜਿਹਨੇ ਸਭ ਤੋਂ ਜ਼ਿਆਦਾ ਜ਼ਿਆਦਤੀ ਕੀਤੀ। ਤੇ ਤੁਹਾਨੂੰ ਸਾਰਿਆਂ ਨੂੰ ਯਕੀਨ ਦਿਵਾਉਣੇ ਵੀ ਇਹਦੇ 'ਚ 100 ਪੁਲਿਸ ਅਫਸਰ ਜਿਹੜਾ ਵਾ ਉਹ ਥੋੜ੍ਹੇ ਦਿਨਾਂ ਦੇ ਵਿੱਚ ਜਿਹੜਾ ਇਹਨਾਂ ਕੇਸਾਂ 'ਚ ਜਿਹੜਾ ਵਾ ਉਹ ਉਮਰ ਕੈਦ ਜਿਹੜਾ ਭੁਗਤੂਗਾ ਜਿਨ੍ਹਾਂ ਨੇ ਜ਼ਿਆਦਤੀ ਕੀਤੀ ਹੈ। ਹਰ ਇੱਕ ਅਫਸਰ ਜਿਹੜਾ ਪਹਿਲਾਂ ਉਂਗਲ ਚੁੱਕ ਕੇ ਕਹਿੰਦਾ ਹੈ ਵੀ ਮੈਂ ਇਹ ਉਂਗਲ ਨਾਲ 300 ਬੰਦਾ ਮਾਰਿਆ, ਮੈਂ ਇਹ ਉਂਗਲ ਨਾਲ 500 ਬੰਦਾ ਮਾਰਿਆ, ਆਮ ਉਹਨਾਂ ਦੀਆਂ ਕਹਾਵਤਾਂ ਸੂਬਾ ਸਰਹੰਦ, ਗੁਰਬਚਨ ਸਿੰਘ ਮਾਨੋਚਾਲ, ਇਹਨਾਂ ਦੇ ਆਪਣੇ ਨਾਂ ਐਡੇ ਖਤਰਨਾਕ ਰੱਖੇ ਕਿ ਲੋਕੀ ਇਹਨਾਂ ਤੋਂ ਡਰਦੇ ਸੀ। ਥੋੜ੍ਹੇ ਦਿਨਾਂ 'ਚ ਜਿਹੜਾ ਅਦਾਲਤਾਂ 'ਚ ਕਰੇਗਾ। ਇੰਸਪੈਕਟਰ ਨਿਰੰਗ ਸਿੰਘ, ਤੁਸੀਂ ਇਹਨੂੰ ਲਗਭਗ ਗੁਰਦਾਸਪੁਰ, ਤਰਨਤਾਰਨ ਤੇ ਅੰਮ੍ਰਿਤਸਰ ਵਾਲੇ ਜਾਣਦੇ ਆ, ਇਹ ਸਾਰੇ ਕੇਸਾਂ 'ਚੋਂ ਬਚਿਆ। ਜਿੰਨੇ ਵੀ ਕੇਸ ਇੱਥੇ ਪਏ ਸਾਰੇ ਤੋਂ ਬਚਦਾ ਗਿਆ। ਫਿਰ ਇਹਦੇ ਤੋਂ ਡਰੱਗ ਮਿਲੀ, ਇਹਦੇ ਤੋਂ ਹਥਿਆਰ ਮਿਲੇ, ਉਹਨਾਂ ਸਾਰੇ ਕੇਸਾਂ ਤੋਂ, ਕਿਉਂਕਿ ਇਹਦੇ ਅਫਸਰ ਸਮੇਤ ਸੈਣੀ ਜਾਂ ਇਹਦੇ ਉੱਪਰਲੇ ਅਫਸਰ ਜਿਹੜੇ ਸੀ ਇਹ ਸਾਰੇ ਇਹਨੂੰ ਪ੍ਰੋਟੈਕਟ ਕਰਦੇ ਸੀ। ਅਖੀਰ ਜਿਹਨੇ ਅਲਗੋ ਕੋਠੀਆਂ ਵਾਲਿਆਂ ਦਾ ਮੁੰਡਾ ਜਿਹੜਾ ਸੀ ਉਹਨੂੰ ਇਹਨੇ ਚੁੱਕ ਕੇ ਮਾਰਿਆ, ਹਾਲੇ ਕਿ ਇਹਦੇ ਉਹ ਗਰੁੱਪ ਦੇ ਸੀ ਇਕੱਠੇ, ਪਹਿਲਾਂ ਇਹ ਸਾਰੇ ਰਹਿੰਦੇ ਸੀ। ਉਹ ਕੇਸ ਦੇ ਵਿੱਚ ਜਿਹੜਾ ਚੰਗਾ ਐਵੀਡੈਂਸ ਹੋਇਆ, ਚੰਗੀਆਂ ਗਵਾਹੀਆਂ ਹੋਈਆਂ, ਉਹ 5 ਸਾਲ ਦੇ ਵਿੱਚ 2014 ਜਿਹਨੇ ਉਹਨੂੰ ਮਾਰਿਆ ਬਿਕਰਮਜੀਤ ਨੂੰ, ਤੇ ਹੁਣ ਹੀ ਜਿਹੜਾ 3 ਦਿਨ ਪਹਿਲਾਂ ਡਿਸਾਈਡ ਹੋਇਆ 13 ਉਹਦੇ 'ਚ 14 ਕੁੱਲ ਦੋਸ਼ੀ ਸੀ, ਜਿਹਦੇ ਵਿੱਚ 12 ਜਣੇ ਜਿਹੜੇ ਪੁਲਿਸ ਅਫਸਰ ਸੀ, ਉਹਦੇ ਵਿੱਚ 11 ਜਣੇ, 1 ਜਣਾ ਭਗੌੜਾ ਸੀ। ਉਹ ਸਾਰੇ ਦੇ ਸਾਰੇ ਜਿਹੜੇ ਆ 302 'ਚ ਮਰਡਰ ਦੇ ਵਿੱਚ ਤੇ ਅਬਡਕਸ਼ਨ 'ਚ, ਕਿਡਨੈਪਿੰਗ ਤੇ ਇਲੀਗਲ ਕਨਫਾਈਨਮੈਂਟ, ਇਹਦੇ ਵਿੱਚ ਉਹਨਾਂ ਨੇ ਸਜ਼ਾ ਕੀਤੀ ਕੋਰਟ ਨੇ। ਤੇ ਕੱਲ੍ਹ ਉਹਦੀ ਸਜ਼ਾ ਉਹਨਾਂ ਸੁਣਾਉਣੀ ਹੈ ਵੀ ਕਿੰਨਾ ਸਮਾਂ ਜਿਹੜੀ ਹੈ ਉਹਨੂੰ ਜੇਲ੍ਹ 'ਚ ਰਹਿਣਾ ਪਊਗਾ। ਅਸੀਂ ਉਹਦੇ 'ਚ ਵੀ ਆਸ ਹੈਗੀ ਹੈ ਵੀ ਉਹਦੇ 'ਚ ਉਮਰ ਕੈਦ ਹੀ ਹੋਊਗੀ ਉਹਨੂੰ। ਇਹ ਆਪਾਂ ਜੇ ਜਿਹੜਾ ਸਾਨੂੰ ਕੋਈ ਟਾਈਮ ਲੱਗਦਾ ਵਾ, ਅਦਾਲਤਾਂ ਦਾ, ਇੰਡੀਆ ਦਾ ਅਦਾਲਤਾਂ ਦਾ ਪ੍ਰੋਸੈਸ ਇਸ ਤਰ੍ਹਾਂ ਦਾ ਹੀ ਹੈ, ਆਪਾਂ ਨੂੰ ਲੜਾਈ ਲੰਬੀ ਲੜਨੀ ਪੈਂਦੀ ਹੈ। ਬਾਕੀ ਜੇ ਆਪਾਂ ਇਕੱਠੇ ਹੋ ਕੇ ਲੜਾਂਗੇ, ਜਿਵੇਂ ਪੁਲਿਸ ਅਫਸਰਾਂ ਲਈ ਇੱਕ ਉਹਨਾਂ ਦਾ ਕੇਸ ਹੈ ਪੂਰਾ, DGP, ਮੁੱਖ ਮੰਤਰੀ, ਉਹਨਾਂ ਦਾ ਸਾਰਾ ਸਿਸਟਮ, ਈਵਨ ਕਿ ਜਿਹੜਾ ਲਿਟੀਗੇਸ਼ਨ ਡਿਪਾਰਟਮੈਂਟ ਹੈ ਉਹਨਾਂ ਦੀ ਹੈਲਪ ਕਰਦਾ ਦੋਸ਼ੀਆਂ ਦੀ, ਉਹਨਾਂ ਨੂੰ ਪੈਸੇ ਕਰਦਾ, ਨੌਕਰੀਆਂ ਦਿੰਦੇ ਆ ਉਹਨਾਂ ਨੂੰ, ਕਿਵੇਂ ਲਾਲਚ ਕਰਦੇ ਆ। ਜੇ ਅਸੀਂ ਵੀ ਇਕੱਠੇ ਹੋ ਗਏ ਇਸ ਤਰ੍ਹਾਂ ਹੀ ਲੜਾਈ, ਜਿਹੜੇ ਚੰਗੇ ਵਕੀਲ ਆ, ਚੰਗੇ ਸਾਥੀ ਆ, ਆਪਾਂ ਗਵਾਹਾਂ ਨੂੰ ਪ੍ਰੋਟੈਕਟ ਕਰੀਏ, ਪਿੰਡ ਲੈਵਲ 'ਤੇ ਕਰੀਏ। ਇੱਕ ਜਿਹੜੀ ਬੜੀ ਸ਼ਰਮ ਦੀ ਗੱਲ ਹੈ ਕਿ ਸਾਡੇ ਪਿੰਡ ਦੇ ਸਰਪੰਚ ਜਾਂ ਦੂਜੇ ਜਿਹੜੇ ਆ ਸਿੱਖ ਆ, ਗਾਤਰੇ ਪਾਏ ਹੁੰਦੇ, ਆਪਾਂ ਆਪਣੇ ਆਪ ਨੂੰ ਸਿੱਖ ਕਹਿੰਦੇ ਆ, ਤੇ ਆਪਾਂ ਉਹਨਾਂ ਦੇ ਘਰਾਂ 'ਚ ਜਾ ਕੇ ਜਿਹੜਾ ਉਹਨਾਂ ਨੂੰ ਕਹਿੰਦੇ ਜੀ ਤੁਸੀਂ ਮੁੱਕਰ ਜਾਓ, ਪੈਸੇ ਲੈ ਲਓ, ਤੁਹਾਨੂੰ ਇਹ ਕੰਮ ਦੇਣਗੇ, ਤੁਸੀਂ ਇਹਨਾਂ ਨਾਲ ਕਿਉਂ ਦੁਸ਼ਮਣੀ ਲੈਂਦੇ ਜੇ। ਇਹ ਕਰਕੇ ਆਪਾਂ ਨੂੰ ਖੜਾ ਹੋਣਾ ਪਊਗਾ। ਇਨਸਾਫ ਮਿਲਦਾ ਹੀ ਆ, ਭਾਵੇਂ 10 ਸਾਲ ਲੱਗਣ, 25 ਸਾਲ ਲੱਗਣ, ਇਹ ਇਨਸਾਫ ਮਿਲਦਾ। ਦੇਰੀ ਜ਼ਰੂਰ ਹੈਗੀ ਆ, ਪਰ ਆਪਾਂ ਨੂੰ ਲੜਨਾ ਚਾਹੀਦਾ ਤਾਂ ਇਨਸਾਫ ਹਰ ਇੱਕ ਕੇਸ 'ਚ ਮਿਲਦਾ ਵਾ। ਅਸੀਂ ਤਾਂ ਜਿੰਨੇ ਕੇਸ ਜਿਹੜੇ ਅੱਜ ਤੱਕ 20-25 ਜਿੰਨੇ ਵੀ ਟਾਈਮ ਕੱਢਿਆ, ਸਾਨੂੰ ਲੱਗਦਾ ਵੀ ਹਰ ਇੱਕ ਕੇਸ 'ਚ ਹੀ ਕੁਝ ਨਾ ਕੁਝ ਉਹਦਾ ਰਿਜ਼ਲਟ ਜ਼ਰੂਰ ਆਇਆ ਵਾ, ਜੇ ਪਰਿਵਾਰ ਖੜਾ ਰਿਹਾ। ਇਹ ਕਰਕੇ ਸਾਡੀ ਇਹੋ ਬੇਨਤੀ ਹੈ ਵੀ ਜਿਹਦੇ ਨਾਲ ਵੀ ਕੋਈ ਜ਼ਿਆਦਤੀ ਅੱਜ ਵੀ ਹੁੰਦੀ ਹੈ, ਤੁਸੀਂ ਉਹਦਾ ਐਵੀਡੈਂਸ ਇਕੱਠਾ ਕਰੋ, ਨਾਲ ਦਿਆਂ ਨੂੰ ਹੌਸਲਾ ਦਿਓ, ਜਿਹੜੇ ਤੁਹਾਡੇ ਪਿੰਡ 'ਚ ਉਹਨਾਂ ਦੇ ਸਾਥੀ ਬਣੋ। ਜਿਸ ਤਰ੍ਹਾਂ ਇਹ ਆਪਣੇ ਆਪ ਨੂੰ ਇੱਕ ਦੂਜੇ ਨੂੰ ਬਚਾਉਂਦੇ ਆ, ਤੁਸੀਂ ਜਿਹੜਾ ਸੱਚ ਦੇ ਰਸਤੇ 'ਤੇ ਖਲੋ ਕੇ ਉਹਨਾਂ ਦਾ ਸਾਥ ਦਿਓ, ਪਰਿਵਾਰਾਂ ਨੂੰ ਖੜੇ ਰੱਖੋ। ਅਸੀਂ ਵੇਖਿਆ ਵੀ ਜਿੰਨੇ ਪਰਿਵਾਰ ਜਿਹੜੇ ਉਹਨਾਂ ਦੇ ਨਾਲ, ਉਹਨਾਂ ਦੇ ਰਿਸ਼ਤੇਦਾਰ ਜਾਂ ਸਾਥੀ ਜਾਂ ਉਹਨਾਂ ਦੀ ਮਦਦ ਕਰਦੇ ਆ, ਤਾਂ ਉਹ ਸਾਰੇ ਕੇਸ ਜਿਹੜੇ ਕਾਮਯਾਬੀ ਹੋ ਰਹੇ ਆ। ਅਤੇ ਇਹ ਕਰਕੇ ਸਾਡੀ ਬੇਨਤੀ ਹੈ ਸਾਰਿਆਂ ਨੂੰ ਕਿ ਤੁਸੀਂ ਆਪ ਤੁਹਾਡੇ ਪਿੰਡਾਂ 'ਚ ਜਿਹੜੇ ਤੁਸੀਂ ਉਹਨਾਂ ਲੋਕਾਂ ਦੀ ਮਦਦ ਕਰੋ, ਜਿਹੜੇ ਪੋਲੀਟੀਕਲ ਲੋਕ ਵੀ ਉਹਨਾਂ ਦੀ ਮਦਦ ਕਰੋ ਜਿਹੜੇ ਤੁਹਾਡੀ ਮਦਦ ਕਰਦੇ ਆ। ਜਿਹੜੇ ਪੋਲੀਟੀਕਲ ਲੋਕ ਜਾਂ ਪੁਲਿਸ ਅਫਸਰ ਜਾਂ ਇਹ ਜਿਹੜਾ ਤੁਹਾਡੇ ਇਹਨਾਂ ਨਾਲ ਬੇਇਨਸਾਫੀਆਂ ਕਰਦੇ, ਫਿਰ ਸਿੱਖ ਦੀ ਤਾਂ ਡੈਫੀਨੇਸ਼ਨ ਹੀ ਇਹ ਹੈ
ਗੁਰੂ ਨਾਨਕ ਸਾਹਿਬ ਦਾ ਕਨਸੈਪਟ ਹੀ ਜਿਹੜਾ ਮਨੁੱਖੀ ਅਧਿਕਾਰਾਂ ਦੀ ਗੱਲ ਸਭ ਤੋਂ ਪਹਿਲਾਂ ਉਦੋਂ ਸਟਾਰਟ ਹੋਈ। ਜੇ ਆਪਾਂ ਉਹ ਨਹੀਂ ਕਰਦੇ ਤਾਂ ਆਪਾਂ ਸਿੱਖ ਨਹੀਂ ਹੈਗੇ, ਜੇ ਆਪਾਂ ਇਹਨਾਂ ਨੂੰ ਇਨਸਾਫ ਨਹੀਂ ਲੈ ਕੇ ਦੇ ਸਕਦੇ। ਇਹ ਕਰਕੇ ਸਾਡੀ ਬੇਨਤੀ ਹੈ ਵੀ ਤੁਸੀਂ ਬਿਲਕੁਲ ਇਹਨਾਂ ਦਾ ਸਾਰਿਆਂ ਦਾ ਸਾਥ ਦਿਓ ਜਿਨ੍ਹਾਂ ਦੇ ਕੇਸ ਚੱਲਦੇ ਆ, ਜਲਦੀ ਇਨਸਾਫ ਇਹਦੇ 'ਤੇ ਮਿਲੂਗਾ। ਕੋਈ ਇਹੋ ਜਿਹੀ ਗੱਲ ਨਹੀਂ ਹੁਣ ਅਦਾਲਤਾਂ 'ਚ ਵੀ ਜਿਹੜਾ ਵਾ ਅੱਗੇ 16 ਸਾਲ ਜੇ ਆਪਾਂ ਸੁਪਰੀਮ ਕੋਰਟ ਜਾਂ ਹਾਈ ਕੋਰਟ 'ਚ ਸਟੇ ਰਹੇ ਆ, ਉਹਦੇ ਵਿੱਚ ਕਿਤੇ ਨਾ ਕਿਤੇ ਸਾਡੀ ਨੈਗਲੀਜੈਂਸ ਵੀ ਹੈਗੀ ਵੀ ਅਸੀਂ ਉਹ ਪੱਲੇ ਇੱਕ ਵੇਵ ਨਹੀਂ ਬਣਾ ਸਕੇ ਇੰਨੇ ਸਾਲ। ਇਹ ਉਹ ਪੂਰੇ ਜਿਹੜਾ ਸਿਸਟਮ ਇੱਕ ਜਿਹੜੀ ਅਕਾਲੀ ਗੌਰਮੈਂਟ ਰਹੀ, ਕਾਂਗਰਸ ਰਹੀ, ਉਹ ਦੋਸ਼ੀਆਂ ਦੀ ਮਦਦ ਕਰ ਰਹੀ, ਅਸੀਂ ਉਹਨਾਂ ਦੇ ਨਾਲ ਜਿਹੜਾ ਐਸੋਸੀਏਟ ਰਹੇ। ਇੱਕ ਬੰਨੇ ਪੋਲੀਟੀਕਲ ਫਾਇਦੇ ਉਹ ਸਾਡੇ ਤੋਂ ਲੈਂਦੇ ਰਹੇ, ਦੂਜੇ ਬੰਨੇ ਉਹ ਸਾਡੇ ਨਾਲ ਜਿਹੜਾ ਵਾ ਜਾਤੀਆਂ ਕਰਦੇ ਰਹੇ। ਇਸ ਕਰਕੇ ਬੇਨਤੀ ਹੈ ਸਾਡੀ ਵੀ ਬਿਲਕੁਲ ਖੜੇ ਰਹੋ, ਇਨਸਾਫ ਕਦੀ ਨਾ ਕਦੀ ਜ਼ਰੂਰ ਮਿਲਦਾ ਹੈ। ਥੈਂਕ ਯੂ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਜਿਹੜੀ ਆਪਾਂ ਫਿਲਮ ਦੇਖੀ ਹੈ, ਡਾਕੂਮੈਂਟਰੀ ਫਿਲਮ ਦੇਖੀ ਹੈ, ਮੈਨੂੰ ਲੱਗਦਾ ਹੈ ਕਿ ਸਾਰਿਆਂ ਨੇ ਬੜੀ ਸਾਹ ਰੋਕ ਕੇ ਇਸ ਫਿਲਮ ਨੂੰ ਵੇਖਿਆ। ਪੰਜਾਬ ਦੇ ਵਿੱਚ ਕੀ ਬਾਹਰਲੇ ਜਿਹੜੇ ਸਾਡੇ ਲੋਕ ਹੈ ਜਾਂ ਕੁਛ ਵੀ ਹੈ, ਉਹ ਇੱਕ ਟ੍ਰੈਂਡ ਜਿਹਾ ਬਣਾਉਣ ਡਏ ਆ ਵੀ ਸ਼ਹੀਦਾਂ ਦੇ ਨਾਂ 'ਤੇ ਫਿਲਮਾਂ ਬਣਾਈਆਂ ਜਾਣ। ਕਿਉਂਕਿ ਮੈਨੂੰ ਨਿੱਜੀ ਤੌਰ 'ਤੇ ਪਤਾ ਹੈ ਕਿ ਬਹੁਤ ਸਾਰੇ ਲੋਕ ਹੈ ਜਿਹੜੇ ਉਹ ਅਪਰੋਚ ਕਰ ਰਹੇ ਆ ਕਿ ਅਸੀਂ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਕੰਮ 'ਤੇ ਫਿਲਮ ਬਣਾਉਣੀ ਆ, ਅਸੀਂ ਜਸਵੰਤ ਸਿੰਘ ਖਾਲੜਾ ਦੇ 'ਤੇ ਡਾਕੂਮੈਂਟਰੀ ਬਣਾਉਣੀ ਆ। ਪਰ ਮੈਂ ਬਹੁਤ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਹਜੇ ਉਹਨਾਂ ਫਿਲਮਾਂ ਦੀ ਲੋੜ ਨਹੀਂ ਹੈ। ਜਿਹੜੀਆਂ ਫਿਲਮਾਂ ਪ੍ਰੋਫੈਸ਼ਨਲ ਤੌਰ 'ਤੇ ਬਣਾਈਆਂ ਜਾਣਗੀਆਂ, ਜਿਹੜੀਆਂ ਆਪਣੇ ਫਾਇਦੇ ਲਈ ਬਣਾਈਆਂ ਜਾਣਗੀਆਂ, ਸਾਨੂੰ ਤਾਂ ਇਹੋ ਜਿਹੀਆਂ ਫਿਲਮਾਂ ਚਾਹੀਦੀਆਂ ਜਿਹਦੇ ਵਿੱਚ ਅਸੀਂ ਇਨਵੋਲਵ ਹੈ, ਜਿਹਦੇ ਵਿੱਚ ਸਾਡੇ ਜਿਹੜੇ ਲੋਕ ਹੈ ਜਿਨ੍ਹਾਂ ਨਾਲ ਇਹ ਘਟਨਾਵਾਂ ਵਾਪਰੀਆਂ ਉਹ ਆਪਣੇ ਮੂੰਹ ਗੱਲਾਂ ਦੱਸ ਰਹੇ ਆ। ਇਹੋ ਜਿਹੀਆਂ ਫਿਲਮਾਂ ਦੀ ਸਾਨੂੰ ਲੋੜ ਹੈ। ਅਤੇ ਮੈਨੂੰ ਲੱਗਦਾ ਹੈ ਕਿ ਇਹ ਫਿਲਮ ਜਿਹੜਾ ਬਹੁਤ ਹੀ ਚੰਗਾ ਪ੍ਰਭਾਵ ਜਿਹੜਾ ਦੁਨੀਆ ਦੇ ਵਿੱਚ ਛੱਡੂਗੀ। ਇਹ ਇੱਕ ਸਭ ਤੋਂ ਜਿਹੜੇ ਲੋਕਾਂ ਨੇ ਮਿਹਨਤ ਕੀਤੀ ਹੈ, ਸਤਨਾਮ ਬੈਂਸਾ ਇਹਨਾਂ ਦੀ ਵਾਈਫ ਹੈ, ਜਸਵੰਤ ਕੌਰ ਹੈ, ਜਿਨ੍ਹਾਂ ਨੇ ਇੰਨਾ ਵਧੀਆ ਜਿਹੜਾ ਕੰਮ ਹੈ ਉਹ ਕੀਤਾ। ਅਤੇ ਇਹ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਇਹੋ ਹੀ ਇੱਕ ਡਾਕੂਮੈਂਟਰੀ ਫਿਲਮ ਹੈ ਜੋ ਪਰਿਵਾਰਾਂ ਦੇ ਸਹਿਯੋਗ ਦੇ ਨਾਲ ਬਣਾਈ ਗਈ ਹੈ। ਅਤੇ ਸਾਨੂੰ ਬਹੁਤ ਇਸ ਗੱਲ 'ਤੇ ਮਾਣ ਵੀ ਹੈ ਕਿ ਬਾਹਰੋਂ ਆ ਕੇ ਟੀਮਾਂ ਜਿਹੜੀਆਂ ਅਮਰੀਕਾ, ਇੰਗਲੈਂਡ, ਕੈਨੇਡਾ ਤੋਂ ਆ ਕੇ ਜਿਹੜੇ ਲੋਕ ਉਹ ਕੰਮ ਕਰ ਰਹੇ ਆ। ਅਤੇ ਸਾਨੂੰ ਇਹ ਉਤਸ਼ਾਹਤ ਹੋਣਾ ਚਾਹੀਦਾ ਇਹੋ ਜਿਹੇ ਕੰਮਾਂ ਤੋਂ ਕਿ ਇਹ ਇੱਕ ਰਿਕਾਰਡ ਹੈ, ਇਤਿਹਾਸ ਦਾ ਇੱਕ ਹਿੱਸਾ ਹੈ, ਅਤੇ ਜਿਹੜਾ ਅਸੀਂ ਇਹਨੂੰ ਸਾਂਭ ਕੇ ਰੱਖ ਸਕਾਂਗੇ। ਕਿਉਂਕਿ ਬਜ਼ੁਰਗਾਂ ਨੇ ਜਾਂ ਅਸੀਂ ਕਿਸੇ ਨੇ ਵੀ ਨਹੀਂ ਇੱਥੇ ਰਹਿਣਾ, ਪਰ ਸਾਡੇ ਬੋਲ ਜਿਹੜੇ ਆ ਇਹਦੇ ਵਿੱਚ ਜਿਹੜੇ ਹੁਣ ਅਸੀਂ ਇਕੱਠੇ ਕਰ ਲਏ ਆ ਉਹ ਇਤਿਹਾਸ ਦਾ ਇੱਕ ਹਿੱਸਾ ਬਣਨਗੇ। ਦੂਜੀ ਗੱਲ, ਇੱਥੇ ਸਾਡੇ ਕਾਬਲ ਵਕੀਲ ਹੈ ਜਿਹੜੇ ਲਗਾਤਾਰ ਲੜਾਈ ਦੇ ਰਹੇ ਆ। 25-25 ਸਾਲ ਜਿਹੜੇ ਕੇਸ ਹੈ ਉਹ ਲੜੇ ਜਾ ਰਹੇ ਆ। ਇਨਸਾਫ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ, ਇਹ ਦੋ ਰਾਵਾਂ ਨਹੀਂ ਇਹਦੇ ਵਿੱਚ। ਕੁਛ ਲੋਕ ਇਹਨੂੰ ਸਮਝਦੇ ਆ ਇਨਸਾਫ ਮਿਲ ਰਿਹਾ, ਪਰ ਸਾਡਾ ਕੋਰਟਾਂ ਵਿੱਚ ਜਾਣਾ ਵੀ ਬੜਾ ਜ਼ਰੂਰੀ ਸੀਗਾ ਤਾਂ ਕਿ ਅਸੀਂ ਦੁਨੀਆ 'ਤੇ ਦੱਸ ਸਕੀਏ ਕਿ ਪੰਜਾਬ ਜਿਹੜਾ ਮਿਨੋਰਟੀ ਲਈ ਕੀ ਕਾਨੂੰਨ ਹੈ ਅਤੇ ਇਹਨਾਂ ਲੋਕਾਂ ਲਈ ਆਪਣੇ ਵੱਖਰੇ ਕਾਨੂੰਨ ਹੈ। ਸਾਡੇ ਜਿਹੜੇ ਨੌਜਵਾਨ ਹੈ ਉਹ 25-25 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਹੈ, ਉਹਨਾਂ ਦੇ ਲਈ ਕੋਈ ਹੋਰ ਕਾਨੂੰਨ ਹੈ। ਅਤੇ ਜਿਹੜਾ ਹੁਣੇ 2 ਕੇਸ ਹੋਏ ਆ ਜਿਹਦੇ ਵਿੱਚ ਪਿੰਕੀ ਜਿਹੜਾ ਇੱਥੇ ਬੋਲਦਾ ਸੀ, ਇਹਨੂੰ ਵੀ ਇਹ ਕਤਲ ਕੇਸ ਦੇ ਵਿੱਚ ਸੀ, ਇਹਨੂੰ ਵੀ 8 ਸਾਲਾਂ ਬਾਅਦ ਛੱਡ ਦਿੱਤਾ ਗਿਆ। ਅਤੇ ਜਿਹੜਾ ਸਹਾਰਨ ਮਾਜਰਾ ਦਾ ਕੇਸ ਹੈ, ਜਿਹੜੇ ਮੁੰਡੇ ਨੂੰ ਕਿਉਂ ਸਿਰਫ 16 ਸਾਲ ਲੜਾਈ ਦਿੰਦੇ ਆ ਅਤੇ 4 ਸਾਲਾਂ ਦੀ ਸਜ਼ਾ ਤੋਂ ਬਾਅਦ ਉਹਨੂੰ ਛੱਡ ਦਿੱਤਾ ਜਾਂਦਾ। ਅਤੇ ਸਾਡਾ ਪੋਲੀਟੀਕਲ ਜਿਹੜਾ ਸਟਰਕਚਰ ਹੈ ਉਹਦੇ ਵਿੱਚ ਤੁਸੀਂ ਵੇਖ ਹੀ ਲਿਆ 5-4 ਦਿਨਾਂ ਦੇ ਵਿੱਚ ਕਿ ਸੁਖਬੀਰ ਬਾਦਲ ਜਾ ਕੇ ਗਵਰਨਰ ਨੂੰ ਮਿਲ ਗਿਆ ਕਿ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਜਿਹੜੇ ਬੰਦੇ ਛੱਡੇ ਗਏ ਆ ਇਹ ਗਲਤ ਛੱਡੇ ਗਏ ਆ। ਇਸ ਤੋਂ ਘਿਨਾਉਣੀ ਗੱਲ ਕੋਈ ਵੀ ਨਹੀਂ ਹੋ ਸਕਦੀ। ਤੁਸੀਂ ਇੱਥੇ ਵੀ ਫੋਟੋ ਵੇਖੀ ਹੈ। ਸਾਨੂੰ ਜਵਾਬ ਚਾਹੀਦਾ, ਸੁਖਬੀਰ ਬਾਦਲ ਤੋਂ ਚਾਹੀਦਾ, ਸਾਨੂੰ ਜਵਾਬ ਚਾਹੀਦਾ ਹੈ ਪ੍ਰਕਾਸ਼ ਸਿੰਘ ਬਾਦਲ ਤੋਂ ਚਾਹੀਦਾ ਕਿ ਸਮੇਧ ਸੈਣੀ ਜਿਹੜਾ ਸਿੱਧਾ ਕਾਤਲ ਹੈ, ਜਿਹਦੇ ਉੱਤੇ ਕੇਸ ਦਰਜ ਹੈ ਸਾਡੇ ਝੂਠੇ ਪੁਲਿਸ ਮੁਕਾਬਲਿਆਂ ਦੇ, ਅਤੇ ਇਸ ਤੋਂ ਵੱਧ ਕੇ ਬੇਅਦਬੀ ਕਾਂਡ ਦੇ ਵਿੱਚ ਵੀ ਉਹ ਆਉਂਦਾ ਅਤੇ ਉਹਦੇ ਕਿੰਨੇ ਇਹਨਾਂ ਦੇ ਪੋਲੀਟੀਕਲ ਕਿੰਨਾ ਇਹਨਾਂ ਦਾ ਕਿਰਦਾਰ ਜਿਹੜਾ ਗਿਰ ਜਾਂਦਾ ਅਤੇ ਉਹ ਜਾ ਕੇ ਗਵਰਨਰ ਨੂੰ ਮਿਲ ਰਿਹਾ ਇਸ ਵੇਲੇ। ਅਤੇ ਸਾਨੂੰ ਜਵਾਬ ਚਾਹੀਦਾ ਹੈ। ਜੇ ਕੈਪਟਨ ਵੀ ਇਹੋ ਜਿਹੀ ਗੱਲ ਕਰਦਾ ਅਤੇ ਖੂਬੀ ਰਾਮ ਜਿਹੜਾ ਉਹਦਾ ਸਿਕਿਉਰਿਟੀ ਇੰਚਾਰਜ ਹੈ, ਜਿਹੜਾ ਬਹੁਤ ਸਾਰੇ ਕੇਸਾਂ ਦੇ ਵਿੱਚ ਇਨਵੋਲਵ ਹੈ। ਅਸੀਂ ਇਨਸਾਫ ਲਈ ਲੜਦੇ ਹਾਂ, ਅਸੀਂ ਇਨਸਾਫ ਲਈ ਲੜਦੇ ਰਹਾਂਗੇ, ਪਰ ਜਿਹੜਾ ਪੋਲੀਟੀਕਲ ਲੋਕਾਂ ਨੇ ਇੱਕ ਲਾਈਨ ਬਣਾਈ ਹੈ ਕਿ ਜਿੱਧਰ ਨੂੰ ਵੇਖ ਜਾਂਦੀ ਆ ਉੱਧਰ ਨੂੰ ਹੀ ਹੋ ਜਾਓ,
ਜੇ ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਲੱਗਦਾ ਹੈ, ਇਹਨੂੰ ਅਕਾਲੀ ਦਲ ਬਾਦਲ ਨੂੰ ਲੱਗਦਾ ਹੈ ਕਿ ਅਸੀਂ ਜਿਹੜੀ ਸਾਡੀ ਹਾਰ ਹੋਈ ਆ ਇਲੈਕਸ਼ਨਾਂ ਦੇ ਵਿੱਚ, ਤੇ ਫਿਰ ਪੰਥਕ ਮੁੱਦਿਆਂ ਨੂੰ ਛੂਹਣ ਦੀ ਕੋਸ਼ਿਸ਼ ਕਰ ਰਹੇ ਆ ਲੋਕ। ਤੇ ਮੈਂ ਤੁਹਾਨੂੰ ਬੇਨਤੀ ਇਹੋ ਹੀ ਕਰਨੀ ਹੈ ਕਿ ਜਿੰਨੇ ਵੀ ਆਪਾਂ ਪਰਿਵਾਰ ਬੈਠੇ ਆ, ਆਪਾਂ ਇਹਨਾਂ ਦੇ ਭੇਸੇ ਵਿੱਚ ਬਿਲਕੁਲ ਨਹੀਂ ਆਉਣਾ। ਇਹਨਾਂ ਲੋਕਾਂ ਨੂੰ ਨੰਗਿਆਂ ਕਰਨ ਦੀ ਲੋੜ ਹੈ। ਸੁਖਬੀਰ ਸਿੰਘ ਬਾਦਲ ਵਰਗਿਆਂ ਨੂੰ, ਜਿਨ੍ਹਾਂ ਦੇ ਰਾਜ ਦੇ ਵਿੱਚ ਕੇਸ ਸ਼ੁਰੂ ਹੋਏ ਸੀ ਛੱਡਣ ਵਾਲੇ, ਹੁਣੇ ਖਾਲੜਾ ਕੇਸ ਦੇ ਵਿੱਚ ਵੀ ਜਸਪਾਲ ਸਿੰਘ ਨੇ ਵੀ ਇਸੇ ਤਰ੍ਹਾਂ ਇੱਕ ਪਟੀਸ਼ਨ ਪਾ ਕੇ ਇੱਕ ਵਨ ਮੈਨ ਬਣਾ ਕੇ ਉਹਨੇ ਤੇ ਆਪਣੀ ਇੱਕ ਗੱਲ ਜਿਹੜੀ ਉਹ ਕਹੀ ਸੀਗੀ ਕਿ ਮੈਨੂੰ ਜਿਹੜਾ ਹੁਣ ਪਰੋਲ, ਪੱਕੀ ਪਰੋਲ ਮਿਲਣੀ ਚਾਹੀਦੀ ਆ। ਚਲੋ ਉਹ ਆਪਾਂ ਲੜਾਈ ਲਗਾਤਾਰ ਦੇ ਰਹੇ ਆ, ਤੇ ਉਸ ਲੜਾਈ ਦੇ ਵਿੱਚ ਢੱਟ ਕੇਸ ਵੀ ਦੇ ਵਿੱਚ ਵੀ ਉਹਨੂੰ ਸਜ਼ਾ ਹੋਈ ਹੈ, ਤੇ ਖਾਲੜਾ ਕੇਸ ਦੇ ਵਿੱਚ ਵੀ ਉਹਨੂੰ ਸਜ਼ਾ ਹੋਈ ਹੈ। ਹਾਂਜੀ, ਉਹ ਦੋਨਾਂ ਸਾਰੇ ਲੋਕਾਂ ਨੂੰ ਪਤਾ ਹੈ, ਜਿੰਨੇ ਮੇਰੇ ਭੈਣ ਭਰਾ ਬੈਠੇ ਆ ਸਾਰੇ ਸਮਝਦਾਰ ਹੈ। ਉਹਨਾਂ ਦੀ ਜਿਹੜਾ ਉਹ ਕੇਸ ਹੈ, ਉਹਦੀ ਜਿਹੜੀ ਪਰੋਲ ਹੈ ਹੁਣ ਉਹ ਸਟੇ ਹੋ ਗਈ ਹੈ। ਹੁਣ ਉਹ ਕੇਸ ਚੱਲੂਗਾ 17 ਸਤੰਬਰ ਨੂੰ, ਫਿਰ ਉਹਦੀ ਤਰੀਕ ਹੈ, ਫਿਰ ਵੇਖਦੇ ਹਾਂ ਅੱਗੇ ਕੀ ਹੁੰਦਾ। ਮੇਰਾ ਮਤਲਬ ਸਿਰਫ ਇੰਨਾ ਹੀ ਹੈ ਕਿ ਸਾਨੂੰ ਕਾਨੂੰਨੀ ਲੜਾਈ ਵੀ ਲੜਨੀ ਪੈਣੀ ਹੈ, ਤੇ ਇਹਨਾਂ ਪੋਲੀਟੀਕਲ ਲੋਕਾਂ ਦੇ ਨਾਲ ਵੀ ਜਿਵੇਂ ਆਪਾਂ ਕੋਈ ਸਿਧਾਂਤਕ ਲੜਾਈ ਆ ਉਹ ਵੀ ਲੜਨੀ ਪੈ। ਆਪਾਂ ਹੁਣੇ ਇਲੈਕਸ਼ਨ ਦੇ ਵਿੱਚ, ਮੈਨੂੰ ਲੱਗਦਾ ਹੈ ਮੇਰੀ ਇਲੈਕਸ਼ਨ ਲੜਨ ਦਾ ਕੋਈ ਮਕਸਦ ਨਹੀਂ ਸੀਗਾ, ਸਿਰਫ ਇੰਨਾ ਹੀ ਮਕਸਦ ਸੀਗਾ ਕਿ ਆਪਾਂ ਇਹ ਸ਼ਹੀਦਾਂ ਦੀ ਜਿਹੜੀ ਸੋਚ ਹੈ ਇਹਨੂੰ ਕਿਵੇਂ ਫਿਰ ਜਿਹੜੇ ਲੋਕ ਆ ਪੋਲੀਟੀਕਲ ਖਤਮ ਕਰਨਾ ਚਾਹੁੰਦੇ ਆ, ਆਪਾਂ ਕਿਵੇਂ ਇਹਨੂੰ ਸੋਚ ਨੂੰ ਅੱਗੇ ਲੈ ਕੇ ਜਾਣਾ ਹੈ। ਤੇ ਬਹੁਤ ਖੁਸ਼ੀ ਦੀ ਗੱਲ ਇਹ ਹੈ ਕਿ 2.25 ਲੱਖ ਜਿਹੜੇ ਲੋਕ ਹੈ ਸਿਰਫ ਖਡੂਰ ਸਾਹਿਬ ਦੇ ਹਲਕੇ ਦੇ, ਜਿਹੜੇ ਇਸ ਇਸ਼ੂ ਨੂੰ, ਇਸ ਸਬਜੈਕਟ ਨੂੰ ਜਿਹੜਾ ਉਹਨਾਂ ਨੇ ਚੁਣਿਆ ਔਰ ਆਪਾਂ ਨੂੰ ਜਿਹੜੀ ਵੋਟ ਪਾਈ ਹੈ। ਤੇ ਜਿਹੜੇ ਪੋਲੀਟੀਕਲ ਲੋਕ ਹੈ ਅੱਜ ਉਹਨਾਂ ਦੇ ਭਾਜੀ ਬਣੀ ਪਈ ਹੈ ਕਿ ਸਾਰੀ ਸਿਧਾਂਤਿਕ ਵੋਟ ਹੈ ਜਿਹੜੀ ਉਹ ਇੱਕ ਥਾਂ ਤੇ ਇਕੱਠੀ ਹੋ ਗਈ ਹੈ। ਆਪਾਂ ਇਸ ਵੋਟ ਨੂੰ ਵੀ ਸਾਂਭ ਕੇ ਰੱਖਣਾ। ਆਪਾਂ ਇਹ ਜਿਹੜੇ ਵਿਚਾਰਧਾਰਾ ਵਾਲੇ ਲੋਕ ਹੈ ਇਹਨਾਂ ਨਾਲ ਮਿਲਣਾ ਦੇ ਲਈ ਜਿਹੜੀ ਨਵੀਂ ਸਟ੍ਰੈਟਜੀ ਬਣਾਉਣੀ ਹੈ, ਤੇ ਉਹਦੇ ਲਈ ਵੀ ਆਪਾਂ ਕੰਮ ਕਰਨਾ ਹੈ। ਤੇ ਕਾਨੂੰਨ ਦੀ ਲੜਾਈ ਮੈਨੂੰ ਲੱਗਦਾ ਹੈ ਆਪਾਂ ਨੂੰ ਜ਼ਰੂਰ ਲੜਨੀ ਪੈਣੀ ਹੈ। ਆਪਣੇ ਕੇਸ ਤਿਆਰ ਹੈ, 8000 ਸਮਥਿੰਗ ਜਿਹੜੇ ਕੇਸ ਆ ਸੁਪਰੀਮ ਕੋਰਟ ਦੇ ਵਿੱਚ ਫਾਈਲ ਹੋ ਚੁੱਕੇ ਆ, ਤੇ ਆਪਾਂ ਨੂੰ ਜੇ ਲੋੜ ਪਊਗੀ ਤੇ ਜਿਵੇਂ ਆਪਣੇ ਕਾਬਲ ਵਕੀਲ ਆਪਾਂ ਨੂੰ ਦੱਸਣਗੇ, ਜੇ ਆਪਾਂ ਨੂੰ ਦਿੱਲੀ ਜਾਣਾ ਪਊਗਾ ਸਾਰੇ ਪਰਿਵਾਰਾਂ ਨੂੰ, ਤੇ ਆਪਾਂ ਰਲ ਮਿਲ ਕੇ ਉੱਥੇ ਵੀ ਮੈਨੂੰ ਲੱਗਦਾ ਆਪਾਂ ਲੋੜ ਪਊਗੀ ਤੇ ਆਪਾਂ ਉੱਥੇ ਵੀ ਜਾਣਾ ਹੈ। ਕਾਨੂੰਨ ਦੀ ਲੜਾਈ ਆਪਾਂ ਨਹੀਂ ਛੱਡਣੀ। ਆਪਾਂ ਇਹਨਾਂ ਲੋਕਾਂ ਤੋਂ ਨਿਆਂ ਲੈ ਸਕੀਏ ਜਾਂ ਨਾ ਲੈ ਸਕੀਏ, ਪਰ ਆਪਾਂ ਦੁਨੀਆ ਪੱਧਰ ਤੇ ਇਹ ਗੱਲ ਜ਼ਰੂਰ ਦੱਸਣੀ ਹੈ ਕਿ ਸਿੱਖਾਂ ਲਈ ਕਾਨੂੰਨ ਹੋਰ ਹੈ ਤੇ ਇਹਨਾਂ ਲੋਕਾਂ ਲਈ ਕਾਨੂੰਨ ਹੋਰ ਹੈ। ਇਹੋ ਹੀ ਮੇਰੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਬੀਬੀ ਜੀ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ, ਹੁਣ ਦੇਖੋ ਜੀ, ਇੱਕ ਮੈਨੂੰ ਬੜੀ ਗੱਲ ਫੀਲ ਹੁੰਦੀ ਆ ਵੀ ਬਹੁਤ ਸਾਰੇ ਲੋਕ ਇਹੋ ਜਿਹੇ ਸੀਗੇ 84 ਤੋਂ ਲੈ ਕੇ 95 ਤੱਕ ਜਿਨ੍ਹਾਂ ਨੇ ਬਹੁਤ ਹੀ ਦੇਖਿਆ ਵੀ ਸੀਗਾ ਕਿਤੇ ਵੀ ਹਟਾਇਆ, ਤਾਂ ਕੁਝ ਲੋਕ ਸਾਰਾ ਕਰਕੇ ਵੀ ਕੁਝ ਬਾਹਰ ਚਲੇ ਗਏ ਸੀਗੇ। ਉਹਨਾਂ ਦੇ ਉੱਤੇ ਕੋਈ ਹੈ ਉਹ ਕਿੰਤੂ ਪਰੰਤੂ ਨਹੀਂ ਕਰਦੇ। ਕੋਈ ਵੀ ਪਰਿਵਾਰ ਆ ਜਿਨ੍ਹਾਂ ਨੇ ਸੰਘਰਸ਼ ਵਿੱਚ ਹਿੱਸਾ ਲਿਆ ਹੋਵੇ ਜਾਂ ਉਹਨਾਂ ਨੇ ਇੰਨਾ ਸਫ਼ਰ ਕੀਤਾ ਹੋਵੇ, ਅਸੀਂ ਉਹਨਾਂ ਨੂੰ ਸਿਰ ਮੱਥੇ ਕੀਤੇ ਆ ਵੀ ਠੀਕ ਆ, ਤੁਹਾਨੂੰ ਚੰਗੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਆ। ਪਰ ਜਿਹੜੇ ਬੰਦੇ, ਕੁਝ ਚੁਣਵੇਂ ਬੰਦੇ ਹੁੰਦੇ ਆ ਜਿਹੜੇ ਡਟੇ ਰਹੇ ਆ, ਅੜੇ ਰਹੇ ਆ, ਤਾਂ ਇਸ ਚੀਜ਼ ਮਗਰੋਂ ਪਿੱਛੇ ਨਹੀਂ ਹੋਏ। ਹੁਣ ਅਸੀਂ ਦੇਖਦੇ ਹਾਂ ਸਾਡੇ ਕਈ ਨੌਜਵਾਨ ਵੀਰ ਇੱਥੇ ਆਏ ਹੋਗੇ ਜਿਨ੍ਹਾਂ ਦੀ ਸ਼ਾਇਦ ਬੱਚੇ ਹੋਣਗੇ ਜਾਂ ਕਈਆਂ ਦਾ ਜਨਮ ਉਸ ਸਮੇਂ ਤੋਂ ਬਾਅਦ ਦਾ ਆ। ਹੁਣ ਤੁਸੀਂ ਇਹ ਵੀ ਦੇਖ ਸਕਦੇ ਕਿਹੋ ਜਿਹੇ ਬੰਦੇ ਆ ਜਿਹੜੇ ਡਟੇ ਅੜੇ ਖੜੇ ਰਹਿੰਦੇ ਆ, ਤਾਂ ਦਿਲ ਨਹੀਂ ਛੱਡਦੇ। ਬੀਬੀ ਜੀ ਵੀ ਬਾਹਰ ਜਾ ਕੇ ਅਸਾਈਲਮ ਕਲੇਮ ਕਰ ਸਕਦੀ ਸੀਗੀ। ਅਸੀਂ ਜਦ ਬਾਹਰ ਵੀ ਜਾਂਦੇ ਹਾਂ ਤਾਂ ਖਾਲੜਾ ਸਾਹਿਬ ਦੇ ਅਜੇ ਉੱਥੇ ਵੀ ਜਦ ਅਸੀਂ ਲੋਕਾਂ ਤੋਂ ਸਟੋਰੀਆਂ ਸੁਣਦੇ ਹਾਂ ਵੀ ਖਾਲੜਾ ਸਾਹਿਬ ਨੂੰ ਇੱਥੇ ਵੀ ਆਫਰ ਦਿੱਤੀ ਗਈ ਸੀਗੀ ਵੀ ਤੁਸੀਂ ਇੱਥੇ ਪੋਲੀਟੀਕਲ ਅਸਾਈਲਮ ਲੈ ਲਓ, ਕੈਨੇਡਾ ਚਲ ਜਾਓ, ਅਮਰੀਕਾ ਚਲ ਜਾਓ, ਇੰਗਲੈਂਡ ਚਲ ਜਾਓ। ਤਾਂ ਬੰਦੇ ਇਹ ਵੀ ਸੋਚ ਸਕਦੇ ਆ, ਚਲੋ ਜਦ ਉਹ ਸ਼ਹੀਦ ਹੋ ਗਏ ਸੀਗੇ ਵੀ ਉਹਨਾਂ ਦੀ ਧਰਮ ਪਤਨੀ ਇੱਥੇ, ਜਦ ਉਹਨਾਂ ਲਈ ਵੀ ਇੱਕ ਮੌਕਾ ਸੀਗਾ ਵੀ ਜਦ ਤੁਹਾਡੇ ਪਤੀ ਨੂੰ ਚੁੱਕਿਆ ਗਿਆ ਵੀ ਤੁਹਾਡੇ ਜਾਂ ਤੁਹਾਡੇ ਬੱਚਿਆਂ ਨੂੰ ਕਿੰਨਾ ਖਤਰਾ ਹੋ ਸਕਦਾ, ਵੀ ਤੁਸੀਂ ਵੀ ਚਲ ਜਾਓ। ਤਾਂ ਅਸੀਂ ਬਹੁਤ ਇਸ ਚੀਜ਼ ਦਾ ਬਹੁਤ ਹੀ ਜ਼ਿਆਦਾ ਸਤਿਕਾਰ ਕਰਦੇ ਹਾਂ ਵੀ 2019 ਵਿੱਚ ਬੀਬੀ ਇਕੱਲੀ ਡਟੀ ਨਹੀਂ ਰਹੀ, ਪਰ ਇਸ ਚੀਜ਼ ਨੂੰ ਕਿੰਨਾ ਉਹਨੇ ਅੱਗੇ ਵਧਾਇਆ, ਜਿਹੜੀ 2.25 ਲੱਖ ਵੋਟ ਉਹਨਾਂ ਨੂੰ ਪਈ ਆ। ਤਾਂ ਜਦ ਅਸੀਂ ਇੱਦਾਂ ਦੀਆਂ ਸ਼ਖਸੀਅਤਾਂ ਦੇਖਦੇ ਹਾਂ ਤਾਂ ਸਾਡੇ ਮਨ 'ਚ ਵੀ ਇਹ ਸੀਗਾ ਵੀ ਇਹ ਸਾਡੇ ਪੰਥ ਦੀ ਪੂਰੀ ਜ਼ਿੰਮੇਵਾਰੀ ਆ
ਤੁਸੀਂ ਦੋ ਕੇਸ ਇੱਥੇ ਦੇਖੇ ਸੀਗੇ। ਸ਼ੁਰੂ ਵਿੱਚ ਪੰਜਾਬ ਸਿੰਘ ਦਾ ਕੇਸ ਸੀਗਾ, ਤਾਂ ਇੱਕ ਮਾਤਾ ਲਖਬੀਰ ਕੌਰ ਦਾ ਕੇਸ ਸੀ। ਤਾਂ ਅਸੀਂ ਵੀ ਕਹਿ ਸਕਦੇ ਹਾਂ ਵੀ ਚਲੋ ਅਸੀਂ ਹੁਣ ਤੋਂ ਇਹ ਕੋਸ਼ਿਸ਼ਾਂ ਕੀਤੀਆਂ, ਉਪਰਾਲੇ ਕੀਤੇ ਆ। ਭਾਈ ਸਾਹਿਬ ਆਪਣੇ ਨਰਾਇਣ ਸਿੰਘ ਜੀ ਹੁਣਾਂ ਨੇ ਉਸ ਕੇਸ ਫਾਈਲ ਕੀਤਾ ਸੀਗਾ ਕਿੰਨੇ ਸਾਲ ਪਹਿਲਾਂ। ਕੁਝ ਇਹੋ ਜਿਹੇ ਕੇਸ ਬੜੇ ਲੰਬੇ ਸਮੇਂ ਤੋਂ ਉਸ ਟਾਈਮ ਜੇ ਨਾ ਫਾਈਲ ਕੀਤੇ ਜਾਂਦੇ ਤਾਂ ਹੋ ਸਕਦਾ ਵੀ ਇਹ ਕੇਸਾਂ ਦਾ ਸ਼ਾਇਦ ਕੁਛ ਨਾ ਬਣਦਾ। ਮਾਤਾ ਲਖਬੀਰ ਕੌਰ ਪੂਰੇ ਹੋ ਗਏ ਸੀਗੇ ਕੁਝ ਸਮੇਂ ਪਹਿਲਾਂ, ਪਰ ਮਾਤਾ ਲਖਬੀਰ ਕੌਰ ਦੀ ਗਵਾਹੀ ਹੋ ਗਈ। ਲਖਬੀਰ ਕੌਰ ਨੇ ਠੋਕ ਕੇ ਗਵਾਹੀ ਦਿੱਤੀ ਸੀ ਸੈਸ਼ਨਸ ਕੋਰਟ ਵਿੱਚ। ਆਹ ਬੰਦਿਆਂ ਦੀ ਮੈਂ ਪਛਾਣ ਕਰ ਸਕਦਾ, ਮੇਰੇ ਮੁੰਡੇ ਚੁੱਕੇ ਤਾਂ ਸਾਰੀ ਜੋ ਉਹਦੀ ਮਨ ਦੀ ਭਾਵਨਾ ਸੀਗੀ ਉਹ ਉਹਨਾਂ ਨੇ ਕਚਹਿਰੀ ਵਿੱਚ ਪੂਰੀ ਕੀਤੀ। ਉਹਨਾਂ ਦੀ ਖੁਆਇਸ਼ ਸੀਗੀ ਵੀ ਮੈਂ ਅੱਖ ਨਾਲ ਅੱਖ ਮਿਲਾ ਕੇ ਦੇਖਾਂ ਵੀ ਜਿਹੜੇ ਮੇਰੇ ਪੁੱਤ ਦੇ ਮਾਰਨੇ ਵਾਲੇ ਕੌਣ ਸੀਗੇ। ਤਾਂ ਇਹਨਾਂ ਨੇ ਸਾਰਾ ਕੁਝ, ਤਾਂ ਉਸ ਕੇਸ ਵਿੱਚ ਵੀ ਇੱਕ ਐਪਲੀਕੇਸ਼ਨ ਲੱਗੀ ਆ ਵੀ ਜਿੰਨੇ ਵੀ ਗੁਰਦਾਸਪੁਰ ਦੇ ਅਣਪਛਾਤੇ ਅਨਕਲੇਮਡ ਅਨਆਇਡੈਂਟੀਫਾਈਡ ਬੋਡੀ ਬਟਾਲੇ ਜਿਹੜੇ ਇਹਨਾਂ ਨੇ ਕੀਤੇ, ਉਹ ਵੀ ਉੱਥੇ ਰਿਕਾਰਡ ਲੱਗਾ ਹੋਇਆ ਵੀ ਹੁਣ ਤੁਸੀਂ ਦੱਸੋ ਵੀ ਇਹ ਸਾਰੀਆਂ ਚੀਜ਼ਾਂ ਮਿਲਦੀਆਂ ਆ ਵੀ ਜੇ ਇਨਸਾਫ ਮਿਲੇ ਜਾਂ ਨਾ ਮਿਲੇ, ਇੱਕ ਹਿਸਟੋਰੀਕਲ ਰਿਕਾਰਡ ਬਣਦਾ। ਸੋ ਅਸੀਂ ਹੋਰ ਵੀ ਲੋਕਾਂ ਨੇ ਉਸ ਟਾਈਮ ਅਮਰੀਕ ਸਿੰਘ ਮੁਕਤਸਰ, ਹਰਸ਼ਿੰਦਰ ਸਿੰਘ, ਇਹਨਾਂ ਨੇ ਇੱਕ ਸੰਸਥਾ ਬਣਾਈ ਸੀਗੀ ਕਮੇਟੀ ਫॉर ਕੋਆਰਡੀਨੇਸ਼ਨ ਔਨ ਡਿਸਅਪੀਅਰੈਂਸਿਸ। ਤਾਂ ਉਹ ਵੀ ਉਸ ਟਾਈਮ ਉਪਰਾਲੇ ਕਰਦੇ ਤਾਂ ਜਿਹੜੇ 1527 ਬੰਦਿਆਂ ਦੀ ਪਛਾਣ ਜਿਹੜੀ ਕੋਟਾਂ 'ਚ ਹੁੰਦੀ, ਜੇ ਉਸ ਟਾਈਮ 'ਚ ਬੀ ਬਲਾਕ ਗੁਰਦੁਆਰੇ 'ਚ ਹਜ਼ਾਰਾਂ ਦੇ ਹਿਸਾਬ ਦੇ ਨਾਲ ਉਹ ਫਾਰਮ ਨਹੀਂ ਭਰੇ ਜਾਂਦੇ ਤਾਂ ਉਹ ਲੋਕਾਂ ਨੂੰ ਨਾ ਸ਼ਾਇਦ ਨਾ ਮੁਆਵਜ਼ਾ ਮਿਲਦਾ। ਸੋ ਮੇਰਾ ਕਹਿਣ ਦਾ ਭਾਵ ਇਹ ਆ, ਤੁਸੀਂ ਮਤਲਬ ਇੱਕ ਡਾਕੂਮੈਂਟਰੀ ਦੇਖੀ ਆ, ਸਿਰਫ 1 ਘੰਟੇ 10 ਮਿੰਟ ਦੀ ਡਾਕੂਮੈਂਟਰੀ ਆ। ਇਸੇ ਹਾਲ 'ਚ 20 ਘੰਟੇ ਪਰਿਵਾਰ 2-2, 3-3 ਮਿੰਟ, 5 ਮਿੰਟ, ਅੱਧਾ ਘੰਟਾ ਇਹਨਾਂ ਨੇ ਆਪਣੇ ਸਾਰੇ ਦੁੱਖ ਸਾਂਝੇ ਕੀਤੇ। ਤਾਂ ਅਸੀਂ ਇੱਕ ਮਾਫੀ ਮੰਗਣਾ ਚਾਹੁੰਦੇ ਹਾਂ ਵੀ ਹੋਰ ਬਹੁਤ ਸਾਰੇ ਪਰਿਵਾਰ ਸੀਗੇ ਜਿਨ੍ਹਾਂ ਨੇ ਆਪਣਾ ਦੁਨੀਆ ਨਾਲ ਦੁੱਖ ਸਾਂਝਾ ਕੀਤਾ ਸੀਗਾ, ਜਿਨ੍ਹਾਂ ਦੇ ਸਟੋਰੀਆਂ ਜਾਂ ਜਿਹੜੀ ਦੁੱਖ ਦਹਾਈ ਕਹਾਣੀਆਂ ਅਸੀਂ ਸਾਂਝੀਆਂ ਨਹੀਂ ਕਰ ਸਕੇ। ਪਰ ਇਹ ਸਿਰਫ ਇੱਕ ਸਨੈਪਸ਼ਾਟ ਤੁਸੀਂ ਸਮਝ ਕੇ ਵੀ ਇਹ ਪਰਿਵਾਰ ਹਜੇ ਜਿਉਂਦੇ ਆ, ਜਾਗਦੇ ਜਿਉਂਦੇ ਆ, ਤਾਂ ਹਜੇ ਵੀ ਉਹ ਦੁੱਖ ਨੂੰ ਰੱਖ ਕੇ ਚੱਲਦੇ ਆ ਵੀ ਹਾਂ ਹਜੇ ਵੀ ਸਾਨੂੰ ਇਨਸਾਫ ਚਾਹੀਦਾ। ਤਾਂ ਜੇ ਇਹ ਇਨਸਾਫ ਦੀ ਪਾਲ ਰੱਖਦੇ ਆ ਤਾਂ ਇਹ ਜੇ ਡਟੇ ਹੋਏ ਆ ਤਾਂ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਵੀ ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਖੜ ਕੇ ਤਾਂ ਇਹਨਾਂ ਨਾਲ ਖੜੀਏ। ਤਾਂ ਸਰਕਾਰ ਵੀ ਇੱਕ ਹੁਣ 35 ਸਾਲ ਬੀਤ ਗਏ ਆ ਜਾਂ 40 ਸਾਲ ਬੀਤੂਗੇ, 50 ਸਾਲ ਬੀਤੂਗੇ, 60 ਸਾਲ ਬੀਤੂਗੇ, ਉਹ ਵੀ ਸੋਚੂਗੇ ਇੱਕ ਕੌਮ ਕੀ ਚੀਜ਼ ਆ, ਇਹ ਕਿਉਂ ਨਹੀਂ ਬਹਿੰਦੇ, ਇਹ ਕਿਉਂ ਨਹੀਂ ਚੁੱਪ ਕਰਦੇ। ਇਹ ਜਿਹੜਾ ਇਨਸਾਫ ਦਾ ਮੁੱਦਾ ਆ ਇਹ ਹਜੇ ਤੱਕ ਉਸੇ ਤਰ੍ਹਾਂ ਬੁਲੰਦ ਆ ਜਿੱਦਾਂ 20, 25, 30 ਸਾਲ, ਕਿਉਂਕਿ ਅਸੀਂ ਇਹ ਭੁੱਲ ਨਹੀਂ ਸਕਦੇ। 8000 ਕੇਸ ਅਸੀਂ ਜਿਹੜੇ ਸੁਪਰੀਮ ਕੋਰਟ ਵਿੱਚ ਲਾਏ ਆ, ਅਸੀਂ ਇੱਕ ਹੀ ਸੁਪਰੀਮ ਕੋਰਟ ਨੂੰ ਪੁੱਛਦੇ ਆ ਜੇ 8000 ਵਾਲਾ ਕੋਈ ਵੀ ਕੇਸ ਤੁਹਾਡੇ ਕੋਰਟ 'ਚ ਲੱਗਾ 47 ਤੋਂ ਲੈ ਕੇ ਅੱਜ ਤੱਕ, ਤਾਂ ਤੁਸੀਂ ਪਹਿਲਾਂ ਦੱਸੋ। ਤਾਂ ਦੂਸਰੀ ਗੱਲ ਜੇ ਤੁਹਾਨੂੰ ਲੱਗਦਾ ਆ ਵੀ ਇਹ ਕੇਸ ਦਮ ਨਹੀਂ ਹੈਗਾ, ਕੋਈ ਦਲੀਲ ਨਹੀਂ ਹੈਗੀ, ਇਹ ਸਾਰੀਆਂ ਝੂਠੀਆਂ ਕਹਾਣੀਆਂ ਆ, ਕੋਈ ਸਬੂਤ ਨਹੀਂ ਸਹੀ ਹੈਗੇ, ਤਾਂ ਤੁਸੀਂ 1 ਮਿੰਟ ਲਾ ਦਿਓ ਤਾਂ 1 ਮਿੰਟ 'ਚ ਇਹਨੂੰ ਡਿਸਮਿਸ ਕਰ ਦਿਓ। ਪਰ ਜੇ 20%, 30%, 40% ਤੱਕ ਇਹ ਕੇਸ ਠੀਕ ਆ, ਇਹ ਤੁਹਾਨੂੰ ਕਮਿਸ਼ਨ ਬਿਠਾਉਣਾ ਹੀ ਪਏਗਾ। ਤਾਂ ਅਸੀਂ ਸਕਦੇ ਹਾਂ ਜੇ ਅਸੀਂ ਪੂਰੀ ਤਰ੍ਹਾਂ ਆਪਣੀ ਆਵਾਜ਼ ਬੁਲੰਦ ਰੱਖੀਏ। ਤੁਹਾਨੂੰ ਇਹੋ ਜਿਹਾ ਕੋਈ ਸਿੱਖ ਨਹੀਂ ਮਿਲੂਗਾ। ਇੱਕ ਚੀਜ਼ ਦਾ ਅਸੀਂ ਪੂਰਾ ਹੌਸਲਾ ਰੱਖਦੇ ਹਾਂ, ਇਹ ਵੀ ਆਪਣੇ ਵੀਰ ਪੂਰੇ ਪਿੰਡਾਂ 'ਚ ਜਾ ਕੇ ਇਹਨਾਂ ਨੇ ਡਾਕੂਮੈਂਟੇਸ਼ਨ ਕੀਤੀ, ਤਾਂ ਇੱਕ ਚੀਜ਼ ਜ਼ਰੂਰ ਲੱਗਦੀ ਆ ਵੀ ਚਾਹੇ ਉਹ ਅਕਾਲੀ ਸਰਪੰਚ ਸੀਗਾ, ਚਾਹੇ ਕਾਂਗਰਸ ਦਾ ਸਰਪੰਚ ਸੀਗਾ, ਚਾਹੇ ਉਹ ਬੀਜੇਪੀ ਦਾ, ਚਾਹੇ ਹੋਰ ਕਿਸੇ ਪਾਰਟੀ ਦਾ, ਅਸੀਂ ਕਿਸੇ ਪਿੰਡ 'ਚ ਵੀ ਜਾਂਦੇ ਤਾਂ ਕਿਸੇ ਜ਼ਿੰਮੇਵਾਰ ਬੰਦੇ ਨੂੰ ਪੁੱਛਦੇ, ਲੰਬੜਦਾਰ ਨੂੰ ਪੁੱਛਦੇ ਆ ਜਾਂ ਪੰਚਾਇਤ ਨੂੰ ਪੁੱਛਦੇ ਆ ਵੀ ਤੁਹਾਡੇ ਪਿੰਡ 'ਚ ਕੋਈ ਮੁੰਡਾ ਮਾਰਿਆ ਵੀ ਸੀਗਾ ਉਸ ਟਾਈਮ ਦੇ ਦੌਰਾਨ 'ਚ, ਕੋਈ ਬੰਦਾ ਲਾਪਤਾ ਵੀ ਕੀਤਾ ਗਿਆ, ਕਿਸੇ ਬੰਦੇ ਨੂੰ ਚੁੱਕਿਆ ਵੀ ਗਿਆ। ਤਾਂ ਮੈਨੂੰ ਲੱਗਦਾ 1% ਤੇ ਵੀ ਘੱਟ ਕਿਸੇ ਲੋਕਾਂ ਨੇ ਸਾਨੂੰ ਗੁੰਮਰਾਹ ਕੀਤਾ ਹੋਵੇ। ਸਾਰੇ ਬੰਦੇ ਇਸ ਚੀਜ਼ ਦਾ ਦੁੱਖ ਮਹਿਸੂਸ ਕਰਦੇ ਆ ਵੀ ਸਾਡੀਆਂ ਵੀ ਇੱਥੇ ਮਾਤਾਵਾਂ ਬੈਠੀਆਂ ਆ, ਲੋਕਾਂ ਦੇ ਭਾਂਡੇ ਮਾਂਜਦੀਆਂ ਆ, ਤਾਂ ਇਹਨਾਂ ਦਾ ਜੇ ਕੋਈ ਵੀ ਕਿਸੇ ਲੈਵਲ ਤੇ ਵੀ ਕੋਈ ਮੁਆਵਜ਼ਾ ਮਿਲ ਜਾਏ ਜਾਂ ਇਹਨਾਂ ਨੂੰ ਸਾਫ਼ ਮਿਲ ਜਾਏ ਤਾਂ ਉਹ ਬੰਦੇ ਜ਼ਿੰਮੇਵਾਰੀਆਂ ਸਮਝਦੇ ਆ। ਜੇ ਮਿਊਨਿਸਪਲ ਕਮੇਟੀ 'ਚ ਬੰਦੇ ਬੈਠੇ ਆ ਜਿਨ੍ਹਾਂ ਨੇ ਸਾਨੂੰ ਰਿਕਾਰਡ ਦਿੱਤਾ ਵੀ ਇੰਨੀ ਗਿਣਤੀ ਦੇ ਨਾਲ ਅਣਪਛਾਤੀਆਂ ਲਾਸ਼ਾਂ ਦੇ ਸੰਸਕਾਰ ਹੋਇਆ, ਉਹ ਵੀ ਪੁੱਛਦੇ, ਅਸੀਂ ਉਹਨਾਂ ਨੂੰ ਵੀ ਕਹਿੰਦੇ ਆ ਤੁਸੀਂ ਦਿਓ ਰਿਕਾਰਡ RTI ਦੇ ਤਹਿਤ, ਕਿਉਂਕਿ ਇਹ ਜੇ ਲੋਕਾਂ ਦਾ ਭਲਾ ਹੋ ਸਕਦਾ ਵੀ ਤੁਹਾਨੂੰ ਇਸ ਗੱਲ ਦਾ ਕੀ ਦਰਦ ਹੁੰਦਾ। ਤਾਂ ਇਸ ਕਰਕੇ ਅਸੀਂ ਕਹਿੰਦੇ ਆ ਵੀ ਸਾਡੇ ਸਿੱਖਾਂ ਦੇ ਬਹੁਤ ਸਾਰੇ ਮਸਲੇ ਹੈਗੇ ਆ, ਤਾਂ ਉਸ ਮਸਲਿਆਂ ਨੂੰ ਵੀ ਅਸੀਂ ਸਿਰ ਮੱਥੇ ਸਮਝਦੇ ਆ ਵੀ ਜਿਨ੍ਹਾਂ ਨੇ ਉਹਨਾਂ ਨੂੰ ਗਾਹਾਂ ਤੋਰਨਾ, ਅਸੀਂ ਉਹਨਾਂ ਦੀ ਵੀ ਸਪੋਰਟ ਕਰਦੇ ਆ।
ਪਰ ਜਿਹੜੇ ਇੰਨੇ ਵੱਡੀ ਗਿਣਤੀ ਦੇ ਨਾਲ ਤੁਹਾਡੇ ਲੋਕ ਚੁੱਕ ਕੇ ਲਾਪਤਾ ਉਹਨਾਂ ਦੀਆਂ ਲਾਸ਼ਾਂ ਸਾੜੀਆਂ ਗਈਆਂ, ਸਾਰੇ ਬੰਦਿਆਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ। ਤੁਸੀਂ ਕਿੰਨੀਆਂ ਕਹਾਣੀਆਂ ਸੁਣੀਆਂ, ਵਿਸ਼ਵਾਮਿੱਤਰ, ਹੋਰ ਚਮਨ ਲਾਲ ਜੀ ਸੀਗੇ ਜਿਹੜੇ ਮੁੰਡੇ ਚੁੱਕੇ ਗਏ, ਬਰਾਦਰੀ ਨਾਲ ਇਹ ਘਟਨਾ ਵਾਪਰੀਆਂ ਆ। ਸਾਡੀ ਇੱਕ ਮੰਗ ਆ ਵੀ ਇੱਕ ਸੱਚ ਕਮਿਸ਼ਨ ਬੈਠੇ ਤਾਂ ਜਿੰਨੇ ਵੀ ਲੋਕ ਆ ਸਾਰਿਆਂ ਦੀ ਪਛਾਣ ਕੀਤੀ ਜਾਵੇ। ਕਮਿਸ਼ਨ 1 ਸਾਲ 'ਚ ਸਾਰਾ ਕੰਮ ਕਰ ਸਕਦਾ, ਜਿਹੜਾ ਅਸੀਂ 10, 20, 25 ਸਾਲਾਂ 'ਚ ਨਹੀਂ ਕਰ ਸਕਦੇ। ਸਰਕਾਰੀ ਕਮਿਸ਼ਨ ਹੋਵੇ ਚਾਹੇ ਕੋਈ ਸੁਪਰੀਮ ਕੋਰਟ ਅਪੁਆਇੰਟਡ ਕਮਿਸ਼ਨ ਹੋਵੇ, 1 ਸਾਲ 'ਚ ਸਾਰਾ ਕੰਮ ਹੋ ਸਕਦਾ। ਸੋ ਇਹ ਜਦ ਕੇਸ ਲੱਗੂਗਾ, ਜਿੱਦਾਂ ਬੀਬੀ ਜੀ ਕਹਿ ਰਹੇ ਸੀਗੇ, ਸਾਰੇ ਗਾਹਾਂ ਤੁਰੀਏ, ਸਾਰਿਆਂ ਨੂੰ ਜੋੜੀਏ, ਤਾਂ ਜਿਹੜੇ ਪਰਿਵਾਰਾਂ ਤੱਕ ਅਸੀਂ ਹਜੇ ਤੱਕ ਨਹੀਂ ਪਹੁੰਚ ਕੀਤੀ ਉਹ ਵੀ ਸਾਡੇ ਨਾਲ ਸੰਪਰਕ ਕਰਨ। ਤੁਹਾਡਾ 1 ਰੁਪਈਆ ਨਹੀਂ ਖਰਚਿਆ ਜਾਊਗਾ। ਅਸੀਂ ਸਾਰੇ ਤੁਹਾਡੇ ਕੇਸ ਫ੍ਰੀ ਲੜਾਂਗੇ, ਸਿਰਫ ਤੁਹਾਡਾ ਸਹਿਯੋਗ ਚਾਹੀਦਾ। ਸਿਰਫ ਇੱਕੋ ਹੀ ਆਪਣੀ ਇੱਕ ਹੱਥੋਂ ਬੇਨਤੀ ਹੈ ਵੀ ਜਦ ਤੁਹਾਡੇ ਕੇਸ ਜਾਂਦੇ ਕੋਰਟਾਂ 'ਚ ਜਾ ਕੇ ਤੁਸੀਂ ਸੱਚ ਦੀ ਕਹਾਣੀ ਦੱਸਣੀ ਉੱਥੇ ਜਾ ਕੇ, ਜੋ ਤੁਹਾਡਾ ਬੀਤੀ ਆ। ਤੁਸੀਂ ਬੈਠਣਾ ਨਹੀਂ, ਮਨ ਡੋਲਣਾ ਨਹੀਂ, ਕਿਸੇ ਦੇ ਪ੍ਰੈਸ਼ਰ ਥੱਲੇ ਨਹੀਂ ਆਉਣਾ, ਇਹ ਸਭ ਤੋਂ ਜ਼ਰੂਰੀ ਆ। ਸਾਡੇ ਕੁਝ ਕਹਿੰਦੇ ਹੋਇਆ ਸਾਡੇ ਤੋਂ ਕੋਈ ਗਲਤ ਹੋਵੇ ਮਾਫ ਕਰਨਾ। ਤਾਂ ਬਾਕੀ ਦਾ ਜਿਹੜਾ ਪ੍ਰੋਗਰਾਮ ਆ ਤੁਹਾਡੇ ਨਾਲ ਅਸੀਂ ਫਿਰ ਸਾਂਝਾ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਨੇ ਬੀਬੀ ਪਰਮਜੀਤ ਕੌਰ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਪਿੰਡ ਸੋਈਆਂ ਕਲਾਂ ਤੋਂ ਆਏ। ਜਿਹੜਾ ਕੇਸ ਸੀਗਾ ਤੁਹਾਡਾ ਤੇ ਕੀ ਕੁਝ ਹੋਇਆ ਉਹਦੇ ਵਿੱਚ? ਕੇਸ ਮੇਰੇ ਵੀਰ ਮਾਰੇ 2 ਲਵਾਰਸ ਚੁੱਕੇ, ਉਹਨਾਂ ਦੀਆਂ ਲਾਸ਼ਾਂ ਨਹੀਂ ਮਿਲੀਆਂ ਸਾਨੂੰ। ਇੱਕ ਮੇਰਾ ਦਿਓਰ ਮਾਰਿਆ, ਨਾਲ 3 ਮੈਂਬਰ ਮਾਰੇ ਮੇਰੇ ਘਰ ਦੇ ਪੁਲਿਸ ਨੇ ਮੁਕਾਬਲੇ 'ਚ। ਕੇਸ ਚੱਲਦਾ ਪਿਆ ਜੀ? ਕੋਈ ਕੇਸ ਨਹੀਂ ਮੇਰਾ, ਤਾਂ ਕੋਈ ਕੇਸ ਚੱਲਦਾ ਨਹੀਂ, ਕੋਈ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਅਜੇ ਤੱਕ। ਤੇ ਪਹਿਲਾਂ ਚੱਲਦਾ ਹੀ, ਉਹਨਾਂ ਨੇ ਉਹ ਖਾਰਜ ਕਰਤਾ ਮੇਰੇ ਬ੍ਰਦਰ ਦਾ ਕੇਸ। ਖਾਰਜ ਕਰਨ ਦੀ ਵਜ੍ਹਾ? ਉਹ ਕਹਿੰਦੇ ਉਹਦੀ ਲਾਸ਼ ਮਿਲ ਗਈ ਨਾ ਇੱਕ ਦੀ, ਤੇ ਉਹਦਾ ਆਪਸ ਸੰਸਕਾਰ ਕੀਤਾ ਸੀ। ਮੁੜ ਕੇ ਉਸ ਤੋਂ ਬਾਅਦ ਅਸੀਂ ਕੋਈ ਪੈਰਵਾਈ ਨਹੀਂ ਕੀਤੀ, ਨਾ ਹੀ ਕਦੀ ਕਿਸੇ ਨੂੰ ਮਿਲੇ ਹੀ ਆ, ਨਾ ਗਏ ਹੀ ਆ ਕਿਤੇ। ਪੈਰਵਾਈ ਨਾ ਕਰਨ ਦਾ ਕਾਰਨ ਕੀ ਰਿਹਾ? ਕੋਈ ਨਹੀਂ, ਮਤਲਬ ਸਾਡੇ ਕੋਲ ਜਿੰਨੇ ਕੁ ਸਬੂਤ ਹੈਗੇ ਉਹ ਤਾਂ ਅਸੀਂ ਸਾਂਭੇ ਹੋਏ ਆ। ਫੋਟੋ ਵਗੈਰਾ, ਮੌਕੇ ਦੀਆਂ ਫੋਟੋ ਸਾਡੇ ਕੋਲ ਹੈਗੀਆਂ, ਭੋਗ ਦੀਆਂ ਫੋਟੋ ਹੈਗੀਆਂ, ਸਾਰਾ ਕੁਝ ਹੈਗਾ। ਪਰ ਅਸੀਂ ਸੋਚਦੇ ਗਰੀਬ, ਅਸੀਂ ਕੇਸ ਲੜਨ ਜੋਗੇ ਨਹੀਂ ਹੈਗੇ, ਕਿਉਂਕਿ ਅਸੀਂ ਕਿਸੇ ਵੇਲੇ ਕਿਰਾਏ ਤੋਂ ਰਹਿ ਜਾਣਾ। ਜੇ ਸਾਡਾ ਕੋਈ ਤਰੀਕ, ਜੇ ਤੁਹਾਡੀ ਮਦਦ ਕਰਦੇ ਆ, ਦੁਬਾਰਾ ਕੇਸ ਦੀ ਗੱਲ ਚੱਲਦੀ ਆ, ਤੁਸੀਂ ਦੁਬਾਰਾ ਫਿਰ ਅਸੀਂ ਕਰਾਂਗੇ ਜੀ। ਜੇ ਕੋਈ ਸਾਡੀ ਮਦਦ ਕਰਦਾ ਤੇ ਸਾਨੂੰ ਕੋਈ ਪੁੱਛਗਿੱਛ ਕਰੂਗਾ ਤੇ ਆਪਾਂ ਕੇਸ ਲੜਨ ਨੂੰ ਤਿਆਰ ਆ। ਹਾਂਜੀ, ਕਿਉਂਕਿ ਮੇਰੇ ਕੋਲ ਸਾਰੇ ਸਬੂਤ ਹੈਗੇ, ਇਸ ਟਾਈਮ ਮੇਰੇ ਕੋਲ ਵੀ ਹੈਗੇ ਆ, ਸਾਰੀਆਂ ਫੋਟੋ, ਅਖਬਾਰ, ਪੇਪਰ ਆ, ਸਾਰਾ ਕੁਝ ਹੈਗਾ। ਹਾਂਜੀ, ਜ਼ਰੂਰ ਲੜਾਂਗੇ। ਹਾਂਜੀ, ਬਿਲਕੁਲ। ਇੱਕ ਫਿਲਮ ਵੀ ਦਿਖਾਈ ਗਈ ਹੈ ਜਿਹਦੇ ਵਿੱਚ ਸਾਰਿਆਂ ਦੇ ਬਾਰੇ 'ਚ ਦੱਸਿਆ ਗਿਆ, ਦਿਖਾਇਆ ਗਿਆ ਕੀ ਕੁਝ। ਹਾਂਜੀ, ਉਹ ਬਹੁਤ ਵਧੀਆ ਲੱਗੀ ਹੈ, ਬੜੀ ਚੰਗੀ ਬਣਾਈ ਆ, ਕਿਉਂਕਿ ਉਹਦੇ ਵਿੱਚ ਇੰਨਾ ਕੁਝ ਦੱਸਿਆ ਕਿ ਜਿਸ ਤਰ੍ਹਾਂ ਸਾਨੂੰ ਵੀ ਬੜੀ ਉੱਦਾਂ ਹੀ ਮਾਰਾਂ ਪਈਆਂ, ਜਿੱਦਾਂ ਕੁੱਟ-ਕੁੱਟ ਕੇ ਸਾਨੂੰ ਹੀ ਤੋੜਿਆ ਭੰਨਿਆ ਸਾਰਾ ਪਰਿਵਾਰ। ਮੇਰੇ ਬੱਚੇ ਨਿੱਕੇ ਨਿੱਕੇ ਹੀ, ਉਹਨਾਂ ਨੂੰ ਵੀ ਥਾਣੇ ਖੜਿਆ ਸੀਗਾ। ਹਾਂਜੀ, ਤੇ ਮੇਰੇ ਘਰਦਿਆਂ ਨੂੰ ਵੀ, ਇਹਨਾਂ ਨੂੰ ਤੇ ਮਾਰਿਆ ਕੁੱਟਿਆ ਨਹੀਂ ਛੱਡਦਾ, ਲੇਕਿਨ ਮੇਰੀ ਮੈਨੂੰ ਟੈਰੋਗੇਟ ਕੀਤਾ, ਮੈਂ ਨੀਚੇ ਨਹੀਂ ਬੈਠ ਸਕਦੀ ਹੁਣ। ਹਾਂਜੀ, ਬਹੁਤ ਜਿਹੜੀਆਂ ਮੇਰੀਆਂ ਲੱਤਾਂ ਪਾੜੀਆਂ ਸੀ, ਬਹੁਤ ਮੈਨੂੰ ਤਸੀਹੇ ਦੇ ਕੇ ਮਾਰਿਆ। 12 ਦਿਨਾਂ ਬਾਅਦ ਮੈਨੂੰ ਰਿਹਾ ਕੀਤਾ ਸੀ, ਉਹ ਵੀ ਆਪਣੇ MLA ਸਾਹਿਬ ਮਗਰ ਪਏ ਸਾਡੇ ਇੱਥੋਂ ਦੇ ਮਜੀਠੇ ਦੇ, ਮਤਲਬ ਉਹਨਾਂ ਨੇ ਸਾਡੀ ਮਦਦ ਕੀਤੀ ਸੀ। ਤੇ ਹੁਣ ਵੀ ਮੇਰਾ ਬੇਟਾ ਇਸ ਟਾਈਮ ਮੰਜੇ 'ਤੇ ਆ, ਤੇ ਚਲੋ ਵੀਰ ਬਲਜਿੰਦਰ ਹੋਣਾ ਕੁਝ ਮਦਦ ਕੀਤੀ ਆ, ਕੁਝ ਬਾਹਰੋਂ ਇੱਕ ਭੈਣ ਜੀ ਆ, ਉਹ ਵਿਚਾਰੀ ਮੇਰੀ ਮਦਦ ਕਰਕੇ ਮੇਰੇ ਬੇਟੇ ਦਾ ਇਲਾਜ ਕਰਾ ਰਹੇ ਆ। ਚਲੋ ਇੱਦਾਂ ਦਾ ਕੋਈ ਭੈਣ ਭਰਾ ਮਿਲ ਜੇ ਜਿਹੜਾ ਸਾਡਾ ਕੇਸ ਚਲਾਵੇ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਠੀਕ। ਸੋ ਬਿਲਕੁਲ, ਪਰਿਵਾਰ ਜਿਹੜੇ ਆ ਅਜੇ ਵੀ ਇਨਸਾਫ ਜਿਹੜਾ ਹੈ ਉਹ ਮੰਗ ਰਹੇ, ਇਨਸਾਫ ਦੀ ਉਮੀਦ ਜਿਹੜੀ ਆ ਅਜੇ ਵੀ ਉਹਨਾਂ ਨੂੰ ਨਜ਼ਰ ਜਿਹੜੀ ਆ ਉਹ ਆ ਰਹੀ ਆ। ਸੋ ਇਨਸਾਫ ਇਹਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ। ਅੱਗੇ ਚੱਲ ਕੇ ਹੋਰ ਪਰਿਵਾਰਾਂ ਨਾਲ ਵੀ, ਤੇ ਜਿਹੜੇ ਇੱਥੇ ਸੱਜਣ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸੋ ਮੇਰੇ ਨਾਲ ਨੇ ਪਰਮਜੀਤ ਸਿੰਘ ਅਕਾਲੀ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲੀ ਸਾਹਿਬ, ਤੁਸੀਂ ਜਿਹੜੀ ਅੱਜ ਡਾਕੂਮੈਂਟਰੀ ਫਿਲਮ ਦਿਖਾਈ ਗਈ ਹੈ, ਜਿਹੜਾ ਲਾਪਤਾ ਪੰਜਾਬ ਜਿਸ ਦਾ ਨਾਮ ਰੱਖਿਆ ਗਿਆ, ਉਹਦੇ ਤੋਂ ਹੀ ਪਤਾ ਲੱਗਦਾ ਹੈ ਕਿ ਜਿਹੜੇ ਨੌਜਵਾਨ ਪੰਜਾਬ ਦੇ ਚੁੱਕ ਕੇ ਮਾਰ ਦਿੱਤੇ ਗਏ, ਜਿਨ੍ਹਾਂ ਦੀਆਂ ਲਾਸ਼ਾਂ ਜਿਹੜੀਆਂ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀਆਂ ਆ ਉਹ ਨਹੀਂ ਦਿੱਤੀਆਂ ਗਈਆਂ, ਇੱਥੋਂ ਤੱਕ ਕਿ ਡੈਥ ਸਰਟੀਫਿਕੇਟ ਵੀ ਨਹੀਂ ਮਿਲੇ। ਤੁਸੀਂ ਇਹ ਫਿਲਮ ਦੇਖੀ, ਪਰਿਵਾਰ ਵੀ ਇੱਥੇ ਪਹੁੰਚੇ, ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਪਹਿਲਾਂ ਤਾਂ ਬੜਾ ਮਨੋ ਚਾਟ ਹੋਇਆ, ਬਹੁਤ ਵੱਡੀ ਤਰਾਸਦੀ ਜਿਹੜੀ ਆ ਉਹ ਸਾਡੇ ਨਾਲ ਹੋਈ। ਤੇ ਸਾਨੂੰ ਇਹ ਸੋਚਣਾ ਪੈਣਾ ਸਾਨੂੰ। ਵੇਖੋ, ਜਿਵੇਂ ਉਹ ਗੱਲ ਅੰਦਰ ਵੀ ਸਿੰਘਾਂ ਨੇ ਕੀਤੀ ਵੀ ਜਿੱਡੀ ਵੱਡੀ ਤਰਾਸਦੀ ਸਾਡੇ ਨਾਲ ਹੋਈ ਆ, ਅਸੀਂ ਓਨੇ ਵੱਡੇ ਲੈਵਲ 'ਤੇ ਆਵਾਜ਼ ਨਹੀਂ ਚੱਕ ਪਾ ਰਹੇ, ਸਾਡੀ ਓਨੀ ਮੈਜੋਰਟੀ ਨਹੀਂ ਹੈਗੀ, ਉਹਨਾਂ ਇਕੱਠ ਨਹੀਂ ਹੈਗਾ। ਅਸੀਂ ਆਪਸ ਦੇ ਵਿੱਚ ਵੰਡੇ ਹੋਏ ਆ, ਧੜੇਬੰਦੀਆਂ ਦੇ ਵਿੱਚ ਅਸੀਂ ਜਥੇਬੰਦੀਆਂ ਦੇ ਵਿੱਚ ਆਪੋ ਆਪਣੀ ਚੌਧਰ ਨੂੰ ਪਏ ਹੋਏ ਆ। ਪਰ ਐਕਚੁਅਲੀ ਮੈਨੂੰ ਲੱਗਦਾ ਜਿਹੜੇ ਕਰਨ ਵਾਲੇ ਕੰਮ ਨੇ, ਜਿਹੜੇ ਪੰਥਕ ਕਾਰਜ ਨੇ, ਪੰਥਕ ਮੁਸ਼ਕਲਾਂ ਦਰਪੇਸ਼ ਆਉਂਦੀਆਂ ਨੇ, ਉਹਨਾਂ ਦੇ ਨਾਲ ਤਾਂ ਜੂਝਣਾ।
ਪਰ ਜਿਹੜਾ ਇੱਕ ਇਹ ਕੰਮ ਬੇਸ਼ੱਕ ਜਿਵੇਂ ਬੀਬੀ ਖਾਲੜਾ ਜੀ ਨੇ ਇੱਕ ਬਹੁਤ ਵੱਡੀ ਗੱਲ ਕਰੀ ਵੀ ਸਾਨੂੰ ਇਨਸਾਫ ਦੀ ਆਸ ਨਹੀਂ, ਅਸੀਂ ਇਹ ਨਹੀਂ ਸਾਨੂੰ ਲੱਗਦਾ ਵੀ ਸਾਨੂੰ ਇਨਸਾਫ ਮਿਲ ਜਾਣਾ, ਪਰ ਅਸੀਂ ਆਪਣੀ ਆਵਾਜ਼ ਇੱਕ ਲੈਵਲ ਤੱਕ ਪਹੁੰਚਾ ਸਕਦੇ ਹਾਂ ਵੀ ਹਾਂ ਸਾਡੇ ਨਾਲ ਇਹ ਹੋਇਆ। ਘੱਟੋ ਘੱਟ ਸਾਡੀ ਆਵਾਜ਼ ਤਾਂ ਲੋਕਾਂ ਦੇ ਵਿੱਚ ਜਾਵੇ ਵੀ ਸਾਡੇ ਨਾਲ ਇਹ ਹੋਇਆ, ਸਾਡੇ ਹਜ਼ਾਰਾਂ ਲੱਖਾਂ ਪੁੱਤ ਮਾਰ ਦਿੱਤੇ ਗਏ, ਇਹ ਕਹਿ ਕੇ ਵੀ ਇਹ ਖੜਕੂ ਸਨ, ਅੱਤਵਾਦੀ ਜਿਨ੍ਹਾਂ ਨੂੰ ਕਿਹਾ ਜਾਂਦਾ, ਇਹਨਾਂ ਦੀ ਨਿਗਾਹ ਦੇ ਵਿੱਚ ਉਹ ਅੱਤਵਾਦੀ ਸਨ, ਪਰ ਉਹ ਖੜਕੂ ਸਨ ਜਿਹੜੇ ਉਸ ਸਮੇਂ ਜ਼ੁਲਮ ਦੇ ਖਿਲਾਫ ਲੜੇ। ਤੇ ਜਿਹੜੇ ਬੇਕਸੂਰ ਜਿਹੜੇ ਮਾਰ ਦਿੱਤੇ ਗਏ, ਘੱਟੋ ਘੱਟ ਸਾਨੂੰ ਉਹਦਾ ਇਨਸਾਫ ਦੇ ਦਿਓ। ਜਿਹੜੇ ਖੜਕੂ ਸਨ, ਜੇ ਤੁਸੀਂ ਉਹਨਾਂ ਨੂੰ ਅੱਤਵਾਦੀ ਕਹਿੰਦੇ ਹੋ ਤਾਂ ਲੜੇ ਤੇ ਉਹ ਸ਼ਹੀਦ ਵੀ ਹੋਏ, ਤੇ ਅਸੀਂ ਉਹਨਾਂ ਨੂੰ ਇੱਕ ਸਾਈਡ ਤੇ ਰੱਖ ਦਿੰਦੇ ਹਾਂ। ਅਸੀਂ ਉਹਨਾਂ ਦਾ ਇਨਸਾਫ ਮੰਗਦੇ ਜਿਹੜੇ ਬੇਦੋਸ਼ੇ ਘਰਾਂ ਦੇ ਵਿੱਚੋਂ ਚੱਕ ਕੇ ਨੌਜਵਾਨ ਲੂਏ ਮੁੰਡੇ ਤੁਸੀਂ ਸ਼ਹੀਦ ਕਰ ਦਿੱਤੇ। ਸੋ ਇਹ ਬਹੁਤ ਵੱਡੀ ਤਰਾਸਦੀ ਆ। ਇਸ ਤਰਾਸਦੀ ਦੇ ਨਾਲ ਲੜਨ ਦੇ ਵਾਸਤੇ ਸਾਨੂੰ ਇਕਮੁੱਠ ਹੋਣ ਦੀ ਲੋੜ ਆ। ਇਕਮੁੱਠ ਹੋ ਕੇ ਅਸੀਂ ਜਿਹੜਾ ਇਨਸਾਫ ਨਹੀਂ ਹੈਗਾ, ਪਰ ਅਸੀਂ ਆਸ ਤਾਂ ਕਰ ਸਕਦੇ ਹਾਂ, ਕੋਸ਼ਿਸ਼ ਕਰ ਸਕਦੇ ਹਾਂ। ਸੋ ਬਿਲਕੁਲ ਇਹਨਾਂ ਨੇ ਗੱਲ ਕੀਤੀ ਕਿ ਇਕੱਠੇ ਹੋ ਕੇ ਜੇਕਰ ਅਸੀਂ ਹੰਬਲਾ ਮਾਰੀਏ ਤਾਂ ਹੀ ਸਾਨੂੰ ਇਨਸਾਫ ਜਿਹੜਾ ਆ ਉਹ ਮਿਲ ਸਕਦਾ ਹੈ। ਸੋ ਮੇਰੇ ਨਾਲ ਇਸ ਵੇਲੇ ਭਾਈ ਮੋਹਕਮ ਸਿੰਘ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਅੱਜ ਤੁਸੀਂ ਇੱਥੇ ਪਹੁੰਚੇ, ਉਹ ਪਰਿਵਾਰ ਵੀ ਪਹੁੰਚੇ ਜਿਨ੍ਹਾਂ ਦੇ ਪੁੱਤਰ ਚੁੱਕ ਕੇ ਜਿਹੜੇ ਆ ਉਹ ਮਾਰ ਦਿੱਤੇ ਗਏ, ਤੇ ਇੱਕ ਡਾਕੂਮੈਂਟਰੀ ਫਿਲਮ ਵੀ ਦਿਖਾਈ ਗਈ। ਕੀ ਕਹਿਣਾ ਚਾਹੋਗੇ? ਤੇ ਜਿਹੜਾ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਵੀ ਕੀ ਇਹਦੇ 'ਤੇ ਕੀਤਾ, ਤੇ ਸਰਕਾਰ ਕੀ ਕਰ ਰਹੀ ਹੈ? ਤੁਹਾਡੇ ਮਨ 'ਚ ਕੀ ਹੈ ਇਸ ਚੀਜ਼ ਨੂੰ ਲੈ ਕੇ? ਦੇਖੋ, ਸਰਕਾਰ ਚਾਹੇ ਉਹ ਕਾਂਗਰਸ ਦੀ, ਚਾਹੇ ਅਕਾਲੀਆਂ ਦੀ ਹੈ, ਚਾਹੇ ਉਹ ਭਾਜਪਾ ਦੀ ਹੈ, ਉਹ ਤਾਂ ਇੱਕੋ ਹੀ ਆ। ਉਹਨਾਂ ਦਾ ਇੱਕੋ ਜਿਹਾ ਹੀ ਰੋਲ ਹੈ। ਉਹਨਾਂ ਰਲ ਕੇ ਹੀ ਸਾਰੇ ਸਿੱਖਾਂ ਨੂੰ ਮਾਰਿਆ। ਇਹ ਠੀਕ ਹੈ ਕਿ ਇਹਨਾਂ ਦੇ ਕੋਲੋਂ ਦੋ ਤਰ੍ਹਾਂ ਦੀ ਸਮੱਸਿਆ ਸੀ। ਅਕਾਲੀ ਦਲ ਨੂੰ ਇਹ ਸੀ ਕਿ ਜੇ ਤਾਂ ਇਹ ਉਹਨਾਂ ਦੇ ਕਹੇ ਤੇ ਉਹਨਾਂ ਦੇ ਹੱਕ ਵਾਸਤੇ ਲੜਦੇ ਤੇ ਠੀਕ ਹੈ, ਜੇ ਸੱਤਾ ਵਾਸਤੇ ਆਪਦੀ ਗੱਲ ਕਰਦੇ ਆ ਤੇ ਫਿਰ ਇਹ ਸਾਡੇ ਤੋਂ ਇਹ ਜੇ ਸੱਤਾ ਖੋਹਦੇ ਆ, ਤੇ ਇਹੀ ਗੱਲ ਕਾਂਗਰਸ ਨਾਲ ਝਗੜਾ ਸੀ, ਇਹੀ ਇਹਨਾਂ ਨਾਲ ਸੀ। ਇਸ ਲਈ ਦੋਵੇਂ ਧਿਰਾਂ ਇਕੱਠੀਆਂ ਹੋ ਗਈਆਂ, ਦੋਵਾਂ ਦਾ ਸਮਝੌਤਾ ਹੋ ਗਿਆ। ਪੁਲਿਸ ਨੇ ਨਾ ਕਹਿਤਾ ਸਾਨੂੰ ਸਾਡੀਆਂ ਦੋਵਾਂ ਧਿਰਾਂ ਤੋਂ ਕੋਈ ਖਤਰਾ ਨਹੀਂ, ਇਹਨਾਂ ਨੂੰ ਤੁਸੀਂ ਮਾਰ ਦਿਓ, ਤੇ ਰਾਜਨੀਤਿਕ ਤੌਰ 'ਤੇ ਵੀ ਅਸੀਂ ਇਹਨਾਂ ਨੂੰ ਮਾਰ ਦਿਆਂਗੇ ਤੇ ਸਰੀਰਕ ਤੌਰ 'ਤੇ ਤੁਸੀਂ ਮਾਰ ਦਿਓ। ਇਹ ਰਲ ਮਿਲ ਕੇ ਹੋਇਆ। ਇਹ ਸਰਕਾਰਾਂ ਦਾ ਤਾਂ ਇੱਕੋ ਹੀ ਰੋਲ ਹੈ ਤੇ ਉਹ ਇਕੱਠਾ ਰਹਿਣਾ। ਇਨਸਾਫ ਨਾ ਮਿਲਣ ਦਾ ਕਾਰਨ ਵੀ ਇਹੀ ਕਿ ਰਾਜਾ ਇਨਸਾਫ ਨਾ ਮਿਲਣ ਦਾ ਵੀ ਕਾਰਨ ਇਹ ਆ ਕਿ 4 ਸਰਕਾਰਾਂ ਅਕਾਲੀਆਂ ਦੀਆਂ ਬਣੀਆਂ ਨੇ, ਇੱਕ ਬਰਨਾਲੇ ਦੀ, 3 ਬਾਦਲ ਦੀ, ਕੋਈ ਇਨਸਾਫ ਨਹੀਂ ਹੋਇਆ। ਇਹ ਰਲ ਮਿਲ ਕੇ ਕਰਦੇ, ਸਿਆਸਤ ਕਰਦੇ, ਇੱਕ ਦੂਜੇ ਨੂੰ ਮਾੜਾ ਭੁੱਡਣ ਲਈ ਕਿ ਸਾਨੂੰ 4 ਵੋਟਾਂ ਵੱਧ ਮਿਲ ਜਾਣ, ਘੱਟ ਮਿਲ ਜਾਣ। ਅਸਲ ਵਿੱਚ ਇਹਨਾਂ ਦਾ ਕੋਈ ਵਖਰੇਵਾਂ ਰਿਹਾ ਨਹੀਂ। ਜੋ ਬੇਨਤੇ ਵੇਲੇ ਜਾਂ ਹੋਰ ਪਹਿਲਾਂ ਕਾਂਗਰਸ ਸੀ, ਉਹ ਅੱਜ ਕਾਂਗਰਸ ਨਹੀਂ। ਕਾਂਗਰਸ ਦਾ ਵੀ ਰੂਪ ਬਦਲ ਗਿਆ, ਚਿੱਟੀ ਤੋਂ ਹੋਰ ਰੰਗਾਂ 'ਚ ਥੋੜ੍ਹਾ ਜਿਹਾ ਬਦਲ ਗਿਆ, ਨੀਲੇ ਕਈ ਤਰ੍ਹਾਂ ਦੇ ਆ ਗਏ ਆ। ਅਤੇ ਅਕਾਲੀ ਦਲ ਨੇ ਵੀ ਆਪਣਾ ਰੰਗ ਜਿਹੜਾ ਸੀ ਉਹ ਪੁਰਾਣਾ ਅਕਾਲੀ ਦਲ ਛੱਡ ਕੇ ਉਹਨੇ ਵੀ ਬਦਲ ਲਿਆ। ਉਹ ਵੀ 5 ਸਟਾਰਾਂ 'ਚ ਕਦੇ ਗੋਆ ਵਿੱਚ, ਤੇ ਕਿਤੇ ਦੁਬਈ ਵਿੱਚ, ਤੇ ਕਿਤੇ ਸ਼ਿਮਲੇ ਵਿੱਚ, ਤੇ ਕਿਤੇ ਉੱਥੇ ਮੀਟਿੰਗਾਂ, ਤੇ ਕਿਤੇ ਮੋਹਨ ਘੋਣ ਅਕਾਲੀ ਦਲ। ਦੋਵੇਂ ਸਿਸਟਮ ਇੱਕੋ ਜਿਹੇ ਹੋ ਗਏ ਨੇ। ਇਹ ਦੋ ਧਿਰਾਂ, ਦੋ ਪਰਿਵਾਰ ਇਕੱਠੇ ਰਲ ਕੇ ਇਸ ਤਰ੍ਹਾਂ ਦੀ ਇਹ ਲੜਾਈ ਲੜਦੇ ਆ। ਇਸ ਵਾਸਤੇ ਇਨਸਾਫ ਮਿਲਣਾ ਬੜਾ ਔਖਾ ਹੈ। ਪਰ ਜਿਨ੍ਹਾਂ ਨੇ ਲੜਾਈ ਲੜੀ ਹੈ, ਮੈਂ ਕਹਿੰਦਾ ਸ਼ਾਬਾਸ਼ ਆ, ਬਹੁਤ ਤਗੜੀ ਲੜਾਈ ਲੜ ਰਹੇ ਆ। ਮੇਰੇ ਆਪਣੇ ਪਰਿਵਾਰ ਦੇ ਵੀ 4-5 ਜੀ ਸ਼ਹੀਦ ਹੋਏ ਆ। ਮੈਂ ਇਹ ਸਮਝਦਾ ਹੈ ਕਿ ਇਨਸਾਫ ਮਿਲਣਾ ਨਹੀਂ, ਅਤੇ ਇਹਨਾਂ ਨਾਲ ਦੂਜੀ ਲੜਾਈ ਹੀ ਲੜੀ ਜਾਵੇ, ਇਹਨਾਂ ਨੂੰ ਰਾਜਨੀਤਿਕ ਤੌਰ 'ਤੇ ਜਾਂ ਹੋਰ ਧਾਰਮਿਕ ਤੌਰ 'ਤੇ ਖੜੇੜਨ ਦੀ। ਮੈਂ ਆਪਣੇ ਪਰਿਵਾਰਾਂ ਦਾ ਕੇਸ ਨਹੀਂ ਪਾਇਆ, ਮੈਂ ਆਪਣੀ ਦੂਜੀ ਲੜਾਈ ਲੜ ਰਿਹਾ। ਮੈਨੂੰ ਤਾਂ ਇਸ ਗੱਲ ਦੀ ਸਮਝ ਹੈ ਕਿ ਰਲੇ ਇਕੱਠੇ ਹੋਏ ਆ, ਇਹਨਾਂ ਨੇ ਕੁਛ ਨਹੀਂ ਬਣਨ ਦੇਣਾ। ਜੇ ਬਣ ਵੀ ਗਈ, ਸਜ਼ਾ ਵੀ ਹੋ ਗਈ, ਤੇ ਉਹਨਾਂ ਨੂੰ ਰਿਹਾ ਕਰ ਦੇਣਗੇ, ਜਿਵੇਂ ਆ ਹੁਣੇ 4 ਹੋਏ ਆ। ਭਵਿੱਖ ਦੇ ਵਿੱਚ ਕੋਈ ਆਸ ਦੀ ਕਿਰਨ ਨਹੀਂ ਜੀ। ਦੇਖੋ, ਸਿਸਟਮ ਇਹ ਹੈ ਨਾ ਜੀ, ਅਸੀਂ ਮੁੱਢ 'ਚ ਗਲਤ ਹੋ ਗਏ ਹਾਂ। ਗੁਰਦੁਆਰਿਆਂ ਦੀ ਆਜ਼ਾਦੀ ਜਿਹੜੀ ਸੀ, ਉਹ ਆਪਣੇ ਲੜਨ ਵਾਲੇ ਜਿਹੜੇ ਬਾਬਾ ਖੜਕ ਸਿੰਘ ਸੀ, ਸਰਦਾਰ ਮਹਿਤਾਬ ਸਿੰਘ ਸੀ, ਜਾਂ ਤੇਜਾ ਸਿੰਘ ਭੁੱਚਰ ਸੀ, ਜਾਂ ਉਹ ਆਪਣੇ ਕਰਤਾਰ ਸਿੰਘ ਝੱਬਰ ਜਿਹੜੇ ਇਹਨਾਂ ਦੇ ਮੁੱਖ ਸਨ, ਪਰ ਤਿਲਕ ਕੇ ਸਿਆਸਤ ਮਾਸਟਰ ਕੋਲ ਚਲੇ ਗਈ। ਕਿਵੇਂ ਲੀਡਰ ਯਕਦਮ ਬਣ ਗਿਆ, ਉਹ ਸਾਰਿਆਂ ਨੂੰ ਪਛਾੜ ਕੇ ਸਿੱਟ ਗਿਆ ਪਰੇ। ਇਹ ਇੱਕ ਬੜੀ ਇੱਕ ਚਾਲ ਸੀ ਕਿ ਕੀ ਗਾਂਧੀ ਨੇ, ਨਹਿਰੂ ਨੇ, ਜਾਂ ਹੋਰ ਨੇ, ਜਾਂ ਅੰਗਰੇਜ਼ਾਂ ਨੇ ਰਲ ਮਿਲ ਕੇ ਤਾਂ ਨਹੀਂ ਕੀਤਾ ਸੀ। ਉਸ ਬੰਦੇ ਨੇ ਫਿਰ ਬਿਨਾਂ ਹੀ ਕੁਛ ਗਰੰਟੀ ਲੈ ਤੋਂ, ਲਿਖਤੀ ਜਾਂ ਹੋਰ ਕੋਈ ਸਬੂਤ ਲੈ ਤੋਂ, ਜਾਂ ਗਰੰਟੀ ਪਾਏ ਤੋਂ, ਮਤਲਬ ਕਿ ਉਸ ਕੌਮ ਦੇ ਹਵਾਲੇ ਸਾਡੀ ਕੌਮ ਕਰਤੀ ਜਿੱਥੇ ਇੱਕ ਭਰਾ ਦੂਸਰੇ ਭਰਾ ਦੀ ਛਾਤੀ ਦਾ ਖੂਨ ਵੀ ਕੁਰੂਕਸ਼ੇਤਰ 'ਚ ਪੀਂਦਾ, ਜਿੱਥੇ ਇੱਕ ਪਰਿਵਾਰ ਆਪਣੀ ਹੀ ਨੂੰਹ ਧੀ ਨੂੰ ਨਗਨ ਕਰਦਾ ਹੋਵੇ। ਤਾਂ ਇਹ ਉਹਨਾਂ ਦੇ ਅੱਗੇ ਇਸ ਤਰ੍ਹਾਂ ਦਾ ਸਿੱਟ ਦੇਣਾ, ਔਰ ਮਾਸਟਰ ਦੇ ਹੀ ਨੂੰ ਆਈਕੋਨ ਮੰਨ ਕੇ ਚੱਲਣ ਵਾਲਾ ਅਕਾਲੀ ਦਲ ਜੇ ਉਹ ਇਨਸਾਫ ਲੈ ਦੇਵੇ ਜਾਂ ਕੁਛ ਕਰ ਦੇਵੇ, ਨਹੀਂ ਹੋ ਸਕਦਾ। ਸੋ ਇਸ ਵਾਸਤੇ 10 ਲੱਖ 15 ਲੱਖ ਜਿੰਨਾ ਮਰਜ਼ੀ ਕਹਿ ਲਓ, ਉਦੋਂ ਸਿੱਖ ਮਰ ਗਏ,
ਅਗਰ ਜੇ ਉਦੋਂ ਹੀ ਸਿੱਖ ਇਕੱਠੇ ਹੋ ਕੇ ਅਕਾਲੀ ਦਲ ਦੇ ਉੱਤੇ ਹੀ ਇੱਕ ਸਰਕਾਰੀ ਤੌਰ ਤੇ ਤਾਂ ਨਹੀਂ ਹੋ ਸਕਦਾ ਸੀ, ਦੂਸਰਾ ਮੁਕੱਦਮਾ ਕਰਕੇ ਕਹਿੰਦਾ ਵੀ ਅਕਾਲੀ ਦਲ ਦੇ ਕਾਰਨ ਸਿੱਖ ਮਰਿਆ ਇੰਨਾ, ਤੇ ਮੇਰਾ ਖਿਆਲ ਸੀ ਕਿ ਇਸ ਵਿੱਚੋਂ ਸਿੱਖ ਉਦੋਂ ਤੋਂ ਹੁਣ ਬਚ ਜਾਂਦੇ ਤੇ ਕੋਈ ਨਵਾਂ ਰੂਪ, ਨਵੀਂ ਰੰਗ, ਨਵਾਂ ਸ਼ਕਲ, ਨਵਾਂ ਸਿਸਟਮ ਸਿਰਜਾਂਦੇ। ਪਰ ਨਹੀਂ, ਉਹ ਸਾਰਾ ਕੁਝ ਖਰਾਬ ਹੋ ਗਿਆ। ਇਹਦੇ 'ਚ ਕੁਛ ਨਹੀਂ ਨਿਕਲਣਾ। ਇਹਨਾਂ ਨੂੰ ਵਿਚਾਰੇ ਇਹ ਆ ਸ਼ਾਬਾਸ਼ ਇਹਨਾਂ ਦੇ ਆ ਵੀ ਇਹਨਾਂ ਨੇ ਕਾਨੂੰਨ ਨੂੰ ਕਟਹਿਰੇ 'ਚ ਖੜਾ ਕਰ ਦਿੱਤਾ। ਇਹਨਾਂ ਨੇ ਹਿੰਦੁਸਤਾਨ ਦੇ ਜੁਡੀਸ਼ੀਅਲ ਨੂੰ, ਪੁਲਿਸ ਨੂੰ, ਰਾਜਨੀਤੀ ਨੂੰ ਕਟਹਿਰੇ 'ਚ ਖੜਾ ਕਰ ਦਿੱਤਾ। ਇਹ ਇੰਨੀ ਸ਼ਾਬਾਸ਼ ਆ ਇਹਨਾਂ ਵਕੀਲਾਂ ਦੇ, ਇਹਨਾਂ ਦੇ ਕੇਸ ਲੜਨ ਵਾਲਿਆਂ ਦੇ, ਖਾਲੜਾ ਸਾਹਿਬ ਦੇ, ਜਾਂ ਹੋਰ ਵੀ ਬਹੁਤ ਸਾਰੇ ਜਿਹੜੇ ਸਾਥੀ ਨੇ, ਇਹਨਾਂ ਨੂੰ ਸ਼ਾਬਾਸ਼ ਦੇਣੀ ਬਣਦੀ ਹੈ ਕਿ ਇਹਨਾਂ ਨੇ ਉਹਨਾਂ ਨੂੰ ਕਟਹਿਰੇ 'ਚ ਖਿਲਾਰ ਦਿੱਤਾ। ਇਸ ਤੋਂ ਵੱਧ ਕੁਛ ਮੈਨੂੰ ਕੋਈ ਆਸ ਨਹੀਂ ਹੈਗੀ, ਨਾ 84 ਵਾਲਿਆਂ ਨੂੰ ਉੱਥੇ ਦਿੱਲੀ ਕਤਲੇਆਮਾਂ 'ਚ ਆਸ ਹੈ ਕੋਈ, ਨਾ ਇੱਥੇ ਮੈਂ ਨਹੀਂ ਆਸ ਰੱਖਦਾ। ਬਿਲਕੁਲ, ਇਹ ਸਨ ਭਾਈ ਮੋਹਕਮ ਸਿੰਘ ਜੀ ਯੂਨਾਈਟਿਡ ਅਕਾਲੀ ਦਲ ਤੋਂ, ਜਿਨ੍ਹਾਂ ਨੇ ਆਪਣੇ ਮਨ ਦੀ ਭਾਵਨਾ ਜਿਹੜੀ ਆ ਉਹ ਰੱਖੀ। ਸੋ ਮੇਰੇ ਨਾਲ ਨੇ ਇਸ ਵੇਲੇ ਬੀਬੀ ਪਰਮਜੀਤ ਕੌਰ ਖਾਲੜਾ, ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਅੱਜ ਇੱਕ ਡਾਕੂਮੈਂਟਰੀ ਫਿਲਮ ਲਾਪਤਾ ਪੰਜਾਬ ਦਿਖਾਈ ਗਈ ਆ, ਉਸ ਸਬੰਧ ਦੇ ਵਿੱਚ ਤੇ ਜਿਹੜੇ ਕੇਸ ਆ ਉਹਨਾਂ ਦੇ ਸਬੰਧ ਦੇ ਵਿੱਚ। ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਜੀ ਇੱਕ ਡਾਕੂਮੈਂਟਰੀ ਵੀ ਦਿਖਾਈ ਗਈ, ਤੁਹਾਡੇ ਵੱਲੋਂ ਵੀ ਲੜਾਈ ਜਿਹੜੀ ਲੜੀ ਜਾ ਰਹੀ ਆ, ਪਰਿਵਾਰ ਜਿਹੜੇ ਆ ਉਹ ਕਿਵੇਂ ਤੁਹਾਡਾ ਸਾਥ ਦੇ ਰਿਹਾ ਤੇ ਕੀ ਕਹਿਣਾ ਚਾਹੋਗੇ ਇਸ ਚੀਜ਼ ਤੇ, ਇਹਨਾਂ ਨੂੰ ਅੱਗੇ ਲੈ ਕੇ ਜਾਣ ਲਈ, ਇਨਸਾਫ ਦਿਵਾਉਣ ਵਾਸਤੇ? ਵੇਖੋ ਜੀ, ਲੜਾਈ ਤੇ ਅਸੀਂ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਸ਼ੁਰੂ ਕਰ ਲਈ ਸੀਗੀ, ਔਰ ਉਸ ਤੋਂ ਬਾਅਦ ਜਿਹੜਾ ਪੈਂਡਿੰਗ ਕੰਮ ਸੀਗਾ ਉਹ ਇੱਕ ਟੀਮ ਵਰਕ ਵਜੋਂ ਅਸੀਂ ਸਾਰੇ ਲੋਕਾਂ ਨੇ ਰਲ ਕੇ ਕੀਤਾ। ਤੇ ਚਲੋ ਮੈਂ ਇੱਕ ਪਟੀਸ਼ਨਰ ਸੀਗੀ ਸਾਰੇ ਕੇਸਾਂ ਦੀ, ਤੇ ਮੈਨੂੰ ਲੀਡਿੰਗ ਰੋਲ ਦੇ ਵਿੱਚ ਰਹਿਣਾ ਪਿਆ। ਤੇ ਪਰਿਵਾਰ ਚਾਹੁੰਦੇ ਆ ਪਰ ਵੀ ਸਾਡੇ ਨਾਲ ਪੂਰਾ ਸਾਥ ਦਿੰਦੇ ਆ, ਮਨੋਂ ਤਨੋਂ ਸਾਡੇ ਨਾਲ ਹੈ, ਪਰ ਗਰੀਬ ਪਰਿਵਾਰ ਹੈ, ਉਹਨਾਂ ਕੋਲੇ ਇੰਨੀ ਪਹੁੰਚ ਨਹੀਂ ਹੈਗੀ ਕਿ ਉਹ ਕੋਈ ਹੋਰ ਐਫਰਟਸ ਕੋਰਟਾਂ ਦੇ ਵਿੱਚ ਕਰ ਸਕਣ। ਤੇ ਅਸੀਂ ਤਾਂ ਚਾਹੁੰਦੇ ਹਾਂ ਕਿ ਜੇ 10-15 ਕੇਸ ਵੀ ਲੱਗੇ ਹੁੰਦੇ ਤੇ ਫਿਰ ਇੰਨਾ ਘਾਣ ਜਿਹੜਾ ਪੰਜਾਬ ਦੇ ਵਿੱਚ ਨਹੀਂ ਸੀ ਹੋਣਾ। ਤੇ ਅੱਜ ਸਾਡੇ ਕੋਲੇ ਪਰਿਵਾਰਾਂ ਕੋਲੇ ਕੁਝ ਪ੍ਰੂਫ ਨਹੀਂ ਹੈਗੇ, ਤੇ ਸਰਕਾਰਾਂ ਇੰਨੀਆਂ ਬੇਈਮਾਨ ਹੈ ਕਿ ਉਹ ਕਹਿੰਦੀਆਂ ਤੁਸੀਂ ਪ੍ਰੂਫ ਲਿਆਓ, ਤੇ ਫਿਰ ਤੁਹਾਡੇ ਜਿਹੜੇ ਕੇਸ ਹੈ ਉਹ ਅੱਗੋਂ ਰਿਜੈਕਟ ਹੋਈਆਂ ਬਹੁਤ ਸਾਰੀਆਂ ਪਟੀਸ਼ਨਾਂ। ਪਰ ਹੁਣ ਥੋੜ੍ਹੇ ਜਿਹੜੇ ਕਾਬਲ ਵਕੀਲ ਹੈ ਜਾਂ ਸਾਡੇ ਵਰਗੇ ਲੋਕ ਹੈ ਜਿਹੜੇ ਨਿਸ਼ਚਿੰਤ ਹੋ ਕੇ ਲੱਗੇ ਆ ਵੀ ਅਸੀਂ ਇਹ ਕੰਮ ਕਰਨਾ ਹੈ, ਉਹਨਾਂ ਦੇ ਸਦਕਾ ਅਸੀਂ ਸੋਚਦੇ ਹਾਂ ਵੀ ਹੁਣ ਕੁਛ ਸਟੇਆਂ ਟੁੱਟੀਆਂ ਤੇ ਹੁਣ ਲਗਾਤਾਰ ਜਿਹੜੀਆਂ ਉਹ ਸਜ਼ਾਵਾਂ ਵੀ ਹੋ ਰਹੀਆਂ, ਕੇਸ ਰੀਓਪਨ ਹੋ ਰਹੇ ਆ। ਤੇ ਸਭ ਤੋਂ ਜਿਹੜੀ ਵੱਡੀ ਗੱਲ ਹੈ ਉਹ 8000 ਕੇਸ ਹੈ ਜਿਹੜਾ ਸੁਪਰੀਮ ਦੇ ਕੋਰਟ ਦੇ ਵਿੱਚ ਫਾਈਲ ਲੱਗ ਗਈ ਆ ਉਹਦੀ, ਤੇ ਆ ਛੁੱਟੀਆਂ ਹੋਣ ਕਰਕੇ ਉਹਦੀ ਹੀਅਰਿੰਗ ਥੋੜ੍ਹੇ ਦਿਨਾਂ ਵਿੱਚ ਹੋ ਜਾਣੀ ਹੈ। ਤੇ ਉਸ ਹੀਅਰਿੰਗ ਤੋਂ ਬਾਅਦ ਸਾਨੂੰ ਇੱਕ ਬਹੁਤ, ਜੇ ਸਾਡੀ ਉਹ ਹੀਅਰਿੰਗ ਹੋ ਜਾਂਦੀ ਹੈ ਕੇਸ ਦੇ ਵਿੱਚ, ਤੇ ਸਾਨੂੰ ਸੁਪਰੀਮ ਕੋਰਟ ਹੈ ਜਿਹੜਾ ਉਹ ਕੋਈ ਦਿੰਦੀ ਆ, ਨਿਆਂ ਦਿੰਦੀ ਆ, ਫੈਸਲਾ ਦਿੰਦੀ ਆ, ਤੇ ਇਹ ਉਸ ਵੇਲੇ ਦਾ ਇਤਿਹਾਸਕ ਫੈਸਲਾ ਹੋਊਗਾ ਜਿਹੜਾ ਲਾਵਾਰਸ ਲਾਸ਼ਾਂ ਦੇ ਕੇਸ ਦੇ ਵਿੱਚ ਹਜੇ ਤੱਕ ਬਹੁਤ ਘੱਟ ਜਿਹੜਾ ਕੰਮ ਹੋਇਆ। ਤੇ ਅਸੀਂ, ਮੇਰਾ ਖਿਆਲ ਹੈ ਵੀ ਆ ਮਹੀਨੇ 2 ਮਹੀਨਿਆਂ ਦੇ ਵਿੱਚ ਕੇਸ ਦੀ ਥੋੜ੍ਹੀ ਬਹੁਤੀ ਆਊਟਪੁੱਟ ਹੈ ਜਿਹੜੀ ਉਹ ਆਉਣੀ ਸ਼ੁਰੂ ਹੋ ਜੂਗੀ। ਤੁਸੀਂ ਲੰਮੇ ਸਮੇਂ ਤੋਂ ਲੜਾਈ ਲੜ ਰਹੇ ਹੋ, ਭਵਿੱਖ ਦੇ ਵਿੱਚ ਇਨਸਾਫ ਦੀ ਉਮੀਦ ਕਿੰਨੀ ਕੁ ਰੱਖਦੇ ਹੋ? ਜਿਸ ਤਰੀਕੇ ਨਾਲ ਪਿਛਲੇ ਸਮੇਂ 'ਚ ਸਰਕਾਰਾਂ ਨੇ ਸਾਥ ਨਹੀਂ ਦਿੱਤਾ, ਕੋਰਟਸ ਦੇ ਵਿੱਚ ਕੇਸ ਪਾਏ ਗਏ, ਉਹ ਸਹੀ ਤਰੀਕੇ ਨਾਲ CBI ਦੀ ਜਾਂਚ ਜਿਹੜੀ ਆ ਉਹ ਨਹੀਂ ਹੋ ਸਕੀ। ਨਹੀਂ ਜੀ, ਇਹ ਮੈਨੂੰ ਲੱਗਦਾ ਹੈ ਵੀ ਇਹ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਕੋਈ ਜਿਹੜਾ ਸਾਨੂੰ ਪਤਾ ਹੈ ਵੀ ਜਿਹੜੀਆਂ ਨਿਆਂ ਨਹੀਂ ਦੇ ਰਹੀਆਂ ਕੋਰਟਾਂ, ਪਰ ਜਦੋਂ ਅਸੀਂ ਲੰਮੀ ਲੜਾਈ ਲੜਦੇ ਹਾਂ ਇਤਿਹਾਸ ਦੇ ਵਿੱਚ ਕੁਝ ਚੀਜ਼ਾਂ ਦਰਜ ਹੋ ਜਾਂਦੀਆਂ ਵੀ ਵਾਕਈ। ਜਿਵੇਂ ਹੁਣ ਆ ਡਾਕੂਮੈਂਟਰੀ ਤੁਸੀਂ ਵੇਖ ਲਓ ਵੀ ਜਦੋਂ ਕੋਈ ਇਹ ਡਾਕੂਮੈਂਟਰੀ ਵੇਖੂਗਾ, ਲੋਕ ਰੋਂਦੇ ਕਰਲਾਉਂਦੇ ਆਪਣੇ ਬੱਚਿਆਂ ਦੇ ਖਾਤਰ, ਕਿਵੇਂ ਆਪਣੇ ਜਿਹੜੇ ਉਹ ਦਰਜ ਕਰਾ ਰਹੇ ਆ ਬਿਆਨ। ਇਹ ਇਤਿਹਾਸ ਦੇ ਵਿੱਚ ਰਹਿਣਾ ਤੇ ਲਗਾਤਾਰ ਜਿਹੜੇ ਲੋਕ ਇਸ ਫਿਲਮ ਨੂੰ ਦੇਖਣਗੇ ਉਹਨਾਂ ਨੇ ਕਾਨੂੰਨ ਦੇ ਵਿੱਚੋਂ ਨਿਆਂ ਮਿਲਣਾ ਜਾਂ ਨਿਆਂ ਮਿਲਣਾ ਉਹਨਾਂ ਲਈ ਕੋਈ ਮਾਨੇ ਨਹੀਂ ਹੈ। ਉਹਨਾਂ ਲਈ ਮਾਨੇ ਇਹ ਹੈ ਕਿ ਜੋ ਲੋਕਾਂ ਨਾਲ ਵਾਪਰਿਆ ਇਹ ਕਿਉਂ ਵਾਪਰਿਆ ਤੇ ਅੱਗੇ ਤੋਂ ਨਾ ਵਾਪਰੇ, ਇਹਦੇ ਲਈ ਸਾਨੂੰ ਕੀ ਐਫਰਟ ਕਰਨੀਆਂ ਚਾਹੀਦੀਆਂ। ਮੈਨੂੰ ਲੱਗਦਾ ਸੀ ਜੇ ਪਲੈਨਿੰਗ ਨਾਲ ਚੱਲੀਏ ਤੇ ਅੱਗੇ ਤੋਂ ਜਿਹੜਾ ਇਹ ਮਨੁੱਖਤਾ ਦਾ ਘਾਣ ਹੈ ਇਹਦੇ ਲਈ ਇਨਸਾਫ ਵੀ ਲਵਾਂਗੇ, ਔਰ ਜੇ ਅੱਗੇ ਤੋਂ ਸਿੱਖਾਂ ਨਾਲ ਇਹੋ ਜਿਹਾ ਕੁਛ ਨਾ ਹੋਵੇ ਇਹਦੇ ਲਈ ਵੀ। ਆਮ ਲੋਕਾਂ ਦੀ ਗੱਲ ਕਰੀਏ, ਤੁਸੀਂ ਇਲੈਕਸ਼ਨ ਵੀ ਲੜੀ ਆ, 2.25 ਲੱਖ ਵੋਟ ਤੁਹਾਨੂੰ ਪਈ, ਆਮ ਲੋਕਾਂ ਦੇ ਮਨ ਦੇ ਵਿੱਚ ਵੀ ਇਹ ਗੱਲ ਜਿਹੜੀ ਆ ਉਹ ਹੈਗੀ ਆ ਅਜੇ ਵੀ ਕਿ ਸਾਡੇ ਨਾਲ ਪਿਛਲੇ ਸਮੇਂ ਦੌਰਾਨ ਆ ਕੁਝ ਹੋਇਆ। ਹਾਂਜੀ, ਇੱਕ ਤਾਂ ਜਿਹੜੇ ਲੋਕ ਸਾਡੇ ਵਿਕਟਿਮ ਹੈ ਉਹਨਾਂ ਦਾ ਦਰਦ ਤੇ ਅਸੀਂ ਵੀ ਸਮਝਦੇ ਹਾਂ ਔਰ ਉਹ ਵੀ ਸਮਝਦੇ ਆ, ਪਰ ਸਿਰਫ ਨਹੀਂ ਸਰਕਾਰਾਂ ਨਹੀਂ ਸਮਝਦੀਆਂ। ਪਰ ਜਿਹੜੀ 2 ਲੱਖ ਸਿਧਾਂਤਿਕ ਵੋਟ ਸਿਰਫ ਖਡੂਰ ਸਾਹਿਬ 'ਚੋਂ ਸਾਨੂੰ ਮਿਲ ਜਾਣੀ,
ਇਹ ਇੱਕ ਬਹੁਤ ਹੀ ਚੰਗਾ ਮੈਨੂੰ ਲੱਗਦਾ ਵੀ ਵਧੀਆ ਲੱਗਿਆ। ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਵੋਟਾਂ ਇਹ ਸਾਡੀ ਕਮਿਊਨਿਟੀ ਤੋਂ ਇਲਾਵਾ ਵੀ ਹੋਣਗੀਆਂ ਜਿਨ੍ਹਾਂ ਨੇ ਇਸ ਇਸ਼ੂ ਨੂੰ ਸਮਝਿਆ ਕਿ ਇਸ ਤਰ੍ਹਾਂ ਦਾ ਕਤਲੇਆਮ ਜਿਹੜਾ ਇਹ ਬਹੁਤ ਮਾੜਾ ਹੈ। ਤੇ ਮੈਨੂੰ ਲੱਗਦਾ ਹੈ ਵੀ ਜੇ ਅਸੀਂ ਪੋਲੀਟੀਕਲੀ ਵੀ ਸਾਨੂੰ ਨਾਲ ਸਿੱਖਾਂ ਨੂੰ ਇਨਵੋਲਵ ਹੋਣਾ ਚਾਹੀਦਾ ਹੈ। ਪਾਵਰ ਤੋਂ ਬਿਨਾ ਮੈਨੂੰ ਲੱਗਦਾ ਕੋਈ ਗੱਲ ਨਹੀਂ ਬਣਨ ਵਾਲੀ, ਵੀ ਸਿੱਖਾਂ ਨੂੰ ਸੋਚ ਸਮਝ ਕੇ ਸਿਰਫ ਇਹ ਰੌਲਾ ਪਾ ਕੇ ਹੀ ਕੋਈ ਗੱਲ ਜਿਹੜੀ ਸਿਰੇ ਨਹੀਂ ਚੜ੍ਹਦੀ। ਸਾਨੂੰ ਪੋਲੀਟੀਕਲੀ ਵੀ ਇਨਵੋਲਵ ਹੋਣਾ ਪੈਣਾ ਤੇ ਫਿਰ ਹੀ ਅਸੀਂ ਜਿਹੜਾ ਦਬਾਅ ਬਣਾ ਕੇ ਕੋਰਟਾਂ ਤੋਂ ਇਨਸਾਫ ਲੈ ਸਕਦੇ। ਬੀਬੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਬੀਬੀ ਪਰਮਜੀਤ ਕੌਰ ਖਾਲੜਾ ਜਿਨ੍ਹਾਂ ਨੇ ਸਾਨੂੰ ਇਸ ਜਿਹੜੀ ਡਾਕੂਮੈਂਟਰੀ ਬਣਾਈ ਹੈ ਤੇ ਹੋਰ ਇਨਸਾਫ ਦੀ ਜਿਹੜੀ ਜੰਗ ਚੱਲ ਰਹੀ ਹੈ ਉਸ ਸੰਬੰਧ ਦੇ ਵਿੱਚ ਜਾਣਕਾਰੀ ਦਿੱਤੀ। ਸੋ ਮੇਰੇ ਨਾਲ ਇਸ ਵੇਲੇ ਨੇ ਭਾਈ ਨਰਾਇਣ ਸਿੰਘ ਜੀ ਚੌੜਾ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਅੱਜ ਇੱਕ ਡਾਕੂਮੈਂਟਰੀ ਫਿਲਮ ਵੀ ਦਿਖਾਈ ਗਈ ਤੇ ਪਰਿਵਾਰ ਵੀ ਇੱਥੇ ਪਹੁੰਚੇ ਆ ਤੇ ਇਨਸਾਫ ਜਿਹੜਾ ਆ ਲੰਮਾ ਸਮਾਂ ਬੀਤ ਚੁੱਕਾ, ਅਜੇ ਤੱਕ ਪਰਿਵਾਰਾਂ ਨੂੰ ਮਿਲਿਆ ਨਹੀਂ। ਤੁਸੀਂ ਕੀ ਕਹਿਣਾ ਚਾਹੋਗੇ? ਵੇਖੋ, ਇਸ ਮੁਲਕ ਦੇ ਵਿੱਚ ਦੋ ਕਾਨੂੰਨ ਚੱਲਦੇ ਆ। ਇੱਕ ਹੈਗਾ ਘੱਟ ਗਿਣਤੀਆਂ ਵਾਸਤੇ, ਜਿਹਦੇ ਵਿੱਚ ਖਾਸ ਕਰਕੇ ਸਿੱਖ ਕੌਮ, ਮੁਸਲਮਾਨ ਤੇ ਜਿਵੇਂ ਉਹ ਮਣੀਪੁਰ ਵਾਲੇ ਹੋਰ ਸਾਰੇ ਜਿਹੜੇ ਉਹਨਾਂ ਵਾਸਤੇ ਇੱਕ ਵੱਖਰਾ ਕਾਨੂੰਨ ਚੱਲਦਾ, ਤੇ ਜਿਹੜਾ ਜਿਹਨੂੰ ਇਹ ਹਿੰਦੁਸਤਾਨੀ ਸਮਝਦੇ ਆ ਉਹਨਾਂ ਵਾਸਤੇ ਵੱਖਰਾ ਕਾਨੂੰਨ ਚੱਲਦਾ। ਹੁਣ ਕਿਸੇ ਵੀ ਕੇਸ ਦਾ ਭਾਵੇਂ ਉਹ ਕੰਪਲੇਂਟ ਕੇਸ ਕਰੀਏ ਜਾਂ ਉਹ ਟ੍ਰਾਇਲ ਕੇਸ ਹੋਏ, ਉਹਦਾ ਨਬੇੜਾ 1 ਸਾਲ ਤੋਂ ਲੈ ਕੇ ਵੱਧ ਤੋਂ ਵੱਧ 3 ਸਾਲ ਵਿੱਚ ਹੋਣਾ ਚਾਹੀਦਾ। ਤੇ ਇਹ ਕੇਸ 26-27 ਸਾਲ ਤੋਂ ਲਮਕ ਰਹੇ ਆ। 26 ਸਾਲ ਤੇ 22 ਸਾਲ ਤੇ ਸਟੇ ਹੀ ਰਿਹਾ। ਹੁਣ ਉਹ ਸਟੇ ਜਿਹੜੇ ਆ ਤੜਵਾ ਲਏ ਗਏ ਆ, 2-4 ਰਹਿੰਦੇ ਆ। ਜਿਹੜੇ CBI ਕੇਸ ਦੇ ਵਿੱਚ CBI ਕੋਰਟ ਦੇ ਵਿੱਚ ਕੇਸ ਚੱਲਦੇ ਸੀ 40, ਤੇ ਬਾਕੀ ਜਿਹੜਾ 8000 ਤੋਂ ਕੁਝ ਉੱਤੇ ਜਿਹੜਾ ਕੇਸ ਆ ਹੁਣ ਦੁਬਾਰਾ ਫਿਰ ਸੁਪਰੀਮ ਕੋਰਟ ਦੇ ਵਿੱਚ ਲਾਇਆ। ਸਿੱਖਾਂ ਨੂੰ ਦ੍ਰਿੜਤਾ ਰੱਖਣੀ ਚਾਹੀਦੀ ਆ ਕਿ ਅਸੀਂ ਨਿਆਂ ਲੈਣਾ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣੀਆਂ। ਜੇ ਨਿਆਂ ਨਹੀਂ ਮਿਲਦਾ ਤੇ ਹਿੰਦੁਸਤਾਨ ਦਾ ਚਿਹਰਾ ਦੁਨੀਆ ਵਿੱਚ ਨੰਗਾ ਹੋਵੇਗਾ। ਇਹਦੇ ਉੱਤੇ ਇੱਕ ਜਿਹੜਾ ਧੱਬਾ ਲੱਗਾ ਵਾ ਅਨਿਆਂ ਦਾ, ਨਿਆਂ ਨਾ ਕਰਨ ਦਾ, ਅਨਿਆਂ ਕਰਨ ਦਾ, ਉਹ ਧੱਬਾ ਹਮੇਸ਼ਾ ਲਈ ਪੱਕਾ ਹੋ ਜਾਏਗਾ। ਇਹ ਮੁਲਕ ਕਿਸੇ ਪਾਸੇ ਮੂੰਹ ਦੇਣ ਜੋਗਾ ਨਹੀਂ ਰਹੇਗਾ। ਦ੍ਰਿੜਤਾ ਰੱਖਣੀ ਚਾਹੀਦੀ ਆ, ਡਰ ਭੈ ਤੋਂ ਮੁਕਤ ਹੋਣਾ ਚਾਹੀਦਾ, ਲਾਲਚ ਵਿੱਚ ਨਹੀਂ ਆਉਣਾ ਚਾਹੀਦਾ। ਜੇ ਹੁਣ ਉਹ 8000 ਜਿਹੜਾ ਕੇਸ ਆ, ਜੇ ਇੱਕ ਕੇਸ ਦੇ ਵਿੱਚ 10 ਵੀ ਦੋਸ਼ੀ ਹੋਣ ਪੁਲਿਸ ਵਾਲੇ ਤੇ 80000 ਬਣਦਾ, ਤੇ ਕਈਆਂ ਵਿੱਚ ਤੇ 26 ਵੀ ਹੈਗੇ ਆ। ਤੇ ਉਹ ਲੱਖ ਦੇ ਕਰੀਬ ਜਿਹੜਾ ਕਟਹਿਰੇ ਵਿੱਚ ਖੜਾ ਹੋ ਗਿਆ ਸਮਝੋ। ਤੇ ਜਦੋਂ ਕਟਹਿਰੇ 'ਚ ਹੋ ਗਿਆ ਫਿਰ ਡਿਪੈਂਡ ਕਰਦੀ ਆ ਲੋਕਾਂ ਦੇ ਉੱਤੇ ਗੱਲ, ਜਿਨ੍ਹਾਂ ਦੇ ਸ਼ਹੀਦ ਹੋਏ ਨੇ, ਜਿਨ੍ਹਾਂ ਦੇ ਨਾਲ ਧੱਕੇਸ਼ਾਹੀ ਹੋਈ ਆ, ਕਤਲੇਆਮ ਹੋਇਆ ਜਿਨ੍ਹਾਂ ਦਾ, ਉਹ ਗਵਾਹੀਆਂ ਦੇਣ ਤੇ ਉਹਨਾਂ ਨੂੰ ਸਜ਼ਾਵਾਂ ਮਿਲ ਸਕਦੀਆਂ। ਡਾਕੂਮੈਂਟਰੀ ਰਾਹੀਂ ਬੜਾ ਖੂਬਸੂਰਤ ਉਪਰਾਲਾ ਜਿਹੜਾ ਉਹ ਕੀਤਾ ਗਿਆ, ਜਿਹੜਾ ਪਤਾ ਲੱਗ ਸਕੇ, ਜਿਹੜਾ ਇੱਕ ਆਉਣ ਵਾਲੇ ਸਮੇਂ ਵਾਸਤੇ ਵੀ ਰਿਕਾਰਡ ਬਣ ਗਿਆ ਵਾ, ਜਿਹੜਾ ਕਿ ਡਾਕੂਮੈਂਟਰੀ ਦੇ ਵਿੱਚ ਜਿਹੜੀਆਂ ਗੱਲਾਂ ਦਰਜ ਕੀਤੀਆਂ ਗਈਆਂ ਆ। ਵੇਖੋ, ਇਹ ਇੱਕ ਬਹੁਤ ਵਧੀਆ ਉਪਰਾਲਾ ਵਾ। ਇਹ ਡਾਕੂਮੈਂਟਰੀ ਕੋਈ ਵਪਾਰਕ ਨਿਸ਼ਾਨੇ ਦੇ ਨਾਲ ਨਹੀਂ ਬਣਾਈ ਗਈ। ਇਹ ਤੇ ਇੱਕ ਦੁਨੀਆ ਨੂੰ ਦੱਸਣ ਵਾਸਤੇ ਬਣਾਈ ਗਈ ਹੈ ਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਬਹੁਤ ਵੱਡਾ ਡੈਮੋਕ੍ਰੈਟਿਕ ਮੁਲਕ ਦਰਸਾਉਂਦਾ ਵਾ ਤੇ ਸੁਪਰ ਪਾਵਰ, ਏਸ਼ੀਆ ਦੀ ਸੁਪਰ ਪਾਵਰ ਅਖਵਾਉਂਦਾ, ਉਹ ਮੁਲਕ ਦੇ ਵਿੱਚ ਕੀ ਹੋ ਰਿਹਾ। ਇਹ ਡਾਕੂਮੈਂਟਰੀ ਉਸ ਗੱਲ ਨੂੰ ਲੋਕਾਂ ਵਿੱਚ ਵੀ ਤੇ ਦੁਨੀਆ ਵਿੱਚ ਵੀ, ਇੱਥੋਂ ਦੇ ਲੋਕਾਂ ਵਿੱਚ ਵੀ ਤੇ ਦੁਨੀਆ ਦੇ ਲੋਕਾਂ ਵਿੱਚ ਵੀ ਲਿਆਉਣ ਦਾ ਇੱਕ ਬਹੁਤ ਵਧੀਆ ਯਤਨ। ਤੇ ਇਹਦੇ ਨਾਲ ਜਿਹੜੇ ਦਰਸ਼ਕ ਨੇ ਉਹਨਾਂ ਦੇ ਮਨ ਉੱਤੇ ਵੀ ਅਸਰ ਪੈਂਦਾ। ਇਹੋ ਹੀ ਜਦੋਂ ਉਹ ਵਿਖਾਈ ਗਈ ਸੀ, ਚੰਡੀਗੜ੍ਹ ਦੇ ਵਿੱਚ ਵਿਖਾਈ ਗਈ ਸੀ, ਤੇ ਮੇਰੇ ਦੋਵੇਂ ਪਾਸੇ ਬੜੇ ਤਗੜੇ ਬੁੱਧੀਜੀਵੀ, ਯੂਨੀਵਰਸਿਟੀਆਂ ਦੇ ਪ੍ਰੋਫੈਸਰ, ਕੋਈ ਸਰਕਾਰ ਦੇ ਵੱਡੇ ਅਹੁਦੇ ਦੇ ਉੱਤੇ ਰਿਹਾ ਸੀ, ਉਹ 2 ਬੰਦੇ ਬੈਠੇ। ਮੈਂ ਬੜਾ ਉਹਨਾਂ ਦੇ ਵੱਲ ਧਿਆਨ ਨਾਲ ਤੱਕਦਾ ਰਿਹਾ। ਜਿੰਨਾ ਚਿਰ ਉਹ ਫਿਲਮ ਵੇਖਦੇ ਰਹੇ, ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿੰਦੇ ਰਹੇ ਤੇ ਜਾਂ ਉਹ ਕਰਦੇ ਰਹੇ ਓਹ ਭਾਵ ਉਹਨਾਂ ਨੂੰ, ਉਹਨਾਂ ਦੇ ਮਨ ਵਿੱਚ ਕਿੰਨਾ ਦਰਦ ਸੀ। ਇਹ ਦਰਦਨਾਕ ਫਿਲਮ ਜਿਹੜੀ ਆ ਪੱਥਰ ਦਿਲਾਂ ਨੂੰ ਵੀ ਪਿਘਲਾ ਦਿੰਦੀ ਆ ਤੇ ਜਿਹੜੇ ਲੋਕਾਂ ਨਾਲ ਵਾਪਰਿਆ ਵਾ ਉਹਨਾਂ ਨੂੰ ਦ੍ਰਿੜਤਾ ਦਿੰਦੀ ਆ ਕਿ ਤੁਸੀਂ ਨਿਆਂ ਲੈਣਾ। ਜੇ 26 ਸਾਲ ਬਾਅਦ ਕਿਸੇ ਨੂੰ ਨਿਆਂ ਮਿਲ ਸਕਦਾ ਤੇ ਸਾਰਿਆਂ ਨੂੰ ਹੀ ਮਿਲ ਸਕਦਾ। ਇਹ ਗੱਲ
ਬਿਲਕੁਲ ਧੰਨਵਾਦ ਤੁਹਾਡਾ। ਇਹ ਸਨ ਭਾਈ ਸਾਹਿਬ ਜੀ, ਭਾਈ ਨਾਰਾਇਣ ਸਿੰਘ ਜੀ ਚੌੜਾ, ਜਿਨ੍ਹਾਂ ਨੇ ਗੱਲਬਾਤ ਕੀਤੀ ਤੇ ਜਾਣਕਾਰੀ ਜਿਹੜੀ ਆ ਉਹ ਸੰਗਤਾਂ ਨਾਲ ਸਾਂਝੀ ਕੀਤੀ। ਸੋ ਮੇਰੇ ਨਾਲ ਨੇ ਸਰਦਾਰ ਕੰਵਰਪਾਲ ਸਿੰਘ ਜੀ ਬਿੱਟੂ, ਦਲ ਖਾਲਸਾ ਤੋਂ। ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਅੱਜ ਇੱਥੇ ਇੱਕ ਡਾਕੂਮੈਂਟਰੀ ਵੀ ਦਿਖਾਈ ਗਈ, ਪਰਿਵਾਰ ਵੀ ਇੱਥੇ ਪਹੁੰਚੇ। ਜੋ ਕੁਝ ਬੀਤੇ ਸਮੇਂ ਦੇ ਵਿੱਚ ਵਾਪਰਿਆ ਉਸ ਦਾ ਇਨਸਾਫ ਅੱਜ ਤੱਕ ਨਹੀਂ ਮਿਲਿਆ, ਕਾਰਨ ਕੀ ਸਮਝਦੇ ਹੋ ਤੁਸੀਂ? ਡਿਸਅਪੀਅਰੈਂਸਿਸ ਇਨ ਪੰਜਾਬ ਵਿੱਚ ਜਿਹੜੇ ਲਾਪਤਾ ਹੋਏ, ਜਬਰੀ ਚੁੱਕ ਕੇ ਲਾਪਤਾ ਕੀਤੇ ਆ, ਉਸ ਦੇ ਉੱਤੇ ਆਧਾਰਿਤ ਇੱਕ ਡਾਕੂਮੈਂਟਰੀ ਬਣਾਈ ਗਈ ਹੈ ਸੋਲੀਸਿਟਰ ਸਤਨਾਮ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ। ਪਿਛਲੇ 20-25 ਸਾਲ ਦੇ ਵਿੱਚ ਜੋ 1980 ਦੇ ਦਹਾਕਿਆਂ ਤੇ 1990 ਦੇ ਦਹਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਜੋ ਇੱਕ ਸਰਕਾਰੀ ਅੱਤਵਾਦ ਦੀ ਹਨੇਰੀ ਚੱਲੀ, ਜਿਹੜੇ ਲੋਕ ਜਬਰੀ ਚੁੱਕ ਕੇ ਲਾਪਤਾ ਕੀਤੇ ਗਏ, ਅੱਜ ਤੱਕ ਮਾਂ-ਬਾਪ ਨੂੰ ਨਹੀਂ ਦੱਸਿਆ ਗਿਆ, ਉਹਨਾਂ ਦੇ ਘਰ ਵਾਲਿਆਂ ਨੂੰ ਨਹੀਂ ਦੱਸਿਆ ਗਿਆ ਕਿ ਉਹਨਾਂ ਦਾ ਕੀ ਬਣਿਆ, ਉਹ ਕਿੱਥੇ ਨੇ, ਹੈ ਨਹੀਂ ਹੈ। ਜਦੋਂ ਉਹਨਾਂ ਨੂੰ ਮਾਰਿਆ ਗਿਆ ਕਿ ਉਹਨਾਂ ਦਾ ਧਾਰਮਿਕ ਮਰਿਆਦਾ ਅਨੁਸਾਰ ਸੰਸਕਾਰ ਕੀਤਾ ਗਿਆ ਜਾਂ ਨਹੀਂ ਕੀਤਾ ਗਿਆ। ਇਸ ਸੰਬੰਧੀ ਇਹ ਡਾਕੂਮੈਂਟਰੀ ਸੀਗੀ। ਇਹ ਪੰਜਾਬ ਦੀ ਦਾਸਤਾਨ ਹੈ, ਪੰਜਾਬ ਦੀ ਜਿਹੜੀ ਪਿੰਡ ਗਲੀਆਂ ਮੁਹੱਲਿਆਂ ਦੀ ਜਿਹੜੀ ਦਾਸਤਾਨ ਹੈ ਉਹ ਇਸ ਵਿੱਚ ਬੜੇ ਸੰਖੇਪ ਰੂਪ ਦੇ ਵਿੱਚ ਦਿਖਾਈ ਗਈ ਹੈ। ਔਰ ਜਿੱਥੋਂ ਤੱਕ ਤੁਸੀਂ ਜਿਹੜਾ ਸਵਾਲ ਹੈ ਤੁਹਾਡਾ ਕਿ ਇਨਸਾਫ ਕਿਉਂ ਨਹੀਂ ਮਿਲਿਆ, ਇਨਸਾਫ ਇਸ ਕਰਕੇ ਨਹੀਂ ਮਿਲਿਆ ਕਿ ਇਹ ਸਾਰਾ ਜਿਹੜਾ ਸਰਕਾਰੀ ਦਹਿਸ਼ਤਵਾਦ ਸੀਗਾ, ਇਹ ਸਰਕਾਰ ਦੀ ਪੁਸ਼ਤ ਪਨਾਹੀ ਹੇਠ ਹੋਇਆ। ਜਿਹੜੀਆਂ ਸਿਕਿਉਰਿਟੀ ਫੋਰਸਿਸ ਨੂੰ ਇੰਪਿਊਨਿਟੀ ਦਿੱਤੀ ਗਈ ਹੈ ਨਾ, ਜਿਹੜੀ ਇਹ ਇੰਪਿਊਨਿਟੀ ਹੈ ਫੋਰਸਿਸ ਨੂੰ ਦਿੱਤੀ ਗਈ, ਜਿਹਦੇ ਵਿੱਚ ਪੁਲਿਸ ਵੀ ਆਉਂਦੀ ਹੈ, ਪੈਰਾਮਿਲਟਰੀ ਫੋਰਸਿਸ ਵੀ ਆਉਂਦੀ ਹੈ ਅਤੇ ਮਤਲਬ ਆਰਮੀ ਵੀ ਆਉਂਦੀ ਹੈ, ਇਸ ਤਹਿਤ ਇੱਥੇ ਕਦੇ ਵੀ ਕਿਸੇ ਪੁਲਿਸ ਅਫਸਰ ਨੂੰ ਉਸ ਦੇ ਗੁਨਾਹਾਂ ਲਈ ਅਕਾਊਂਟੇਬਲ ਨਹੀਂ ਠਹਿਰਾਇਆ ਗਿਆ, ਕਿਉਂਕਿ ਉਹ ਇੱਕ ਇੰਪਿਊਨਿਟੀ ਹੈ। ਔਰ ਇਹ ਇੰਪਿਊਨਿਟੀ ਇੰਡੀਅਨ ਲਾਜ਼ ਦਿੰਦੇ ਨੇ, ਇੰਡੀਅਨ ਪਾਰਲੀਮੈਂਟ ਦਿੰਦਾ ਹੈ, ਔਰ ਇਸ ਇੰਪਿਊਨਿਟੀ ਤਹਿਤ ਇਹਨਾਂ ਨੂੰ ਖੁੱਲ੍ਹ ਖੇਡਣ ਦੀ ਇਜਾਜ਼ਤ ਹੁੰਦੀ ਹੈ। ਕਦੇ ਕਦੇ ਇੱਕ ਜੁਡੀਸ਼ੀਅਲ ਐਕਟਿਵਿਜ਼ਮ ਦੇ ਨਾਂ 'ਤੇ, ਮੈਂ ਫਿਰ ਵਰਡ ਦੁਹਰਾਨਾ, ਕਦੇ ਕਦੇ ਜੁਡੀਸ਼ੀਅਲ ਐਕਟਿਵਿਜ਼ਮ ਦੇ ਨਾਂ 'ਤੇ ਕੁਝ ਪੁਲਿਸ ਅਫਸਰਾਂ ਨੂੰ ਮਤਲਬ ਉਹਨਾਂ 'ਤੇ ਟਰਾਇਲ ਕੀਤਾ ਗਿਆ। ਜਦੋਂ ਉਹਨਾਂ ਦਾ ਦੋਸ਼ ਸਾਬਤ ਹੋਇਆ ਤਾਂ ਉਹਨਾਂ ਨੂੰ ਜੇਲ੍ਹ ਵੀ ਭੇਜਿਆ ਗਿਆ। ਉਹ ਵੀ ਫਿਰ ਅੱਗੋਂ ਆਪਣੇ ਪੋਲੀਟੀਕਲ ਕਨੈਕਸ਼ਨਸ ਯੂਜ਼ ਕਰਕੇ ਜਾਂ ਮੁਆਫੀ ਲੈਂਦੇ ਗਏ, ਜਾਂ ਪੈਰੋਲ ਲੈਂਦੇ ਗਏ, ਜਾਂ ਉਹ ਕਿਸੇ ਨਾ ਕਿਸੇ ਹੱਥਕੰਡਾ ਵਰਤ ਕੇ ਆਪਣੀ ਰਿਹਾਈ ਸਮੇਂ ਤੋਂ ਪਹਿਲਾਂ ਕਰਾਉਂਦੇ ਗਏ। ਸਾਡੇ ਜਿਹੜੇ ਸੰਘਰਸ਼ ਨਾਲ ਸੰਬੰਧਿਤ ਸਿੰਘ ਸੀਗੇ, ਉਹਨਾਂ ਨੂੰ ਤਾਂ 25-25 30-30 ਸਾਲ ਹੋ ਗਏ ਉਮਰ ਕੈਦਾਂ ਭੁਗਤਿਆਂ। ਉਹਨਾਂ ਦੀ ਤਾਂ ਉਮਰ ਕੈਦ ਹੀ ਨਹੀਂ ਮੁੱਕਣ ਤੇ ਆ ਰਹੀ, ਅਤੇ ਇਹਨਾਂ ਦੀ ਉਮਰ ਕੈਦ 8 ਸਾਲ ਬਾਅਦ ਮੁੱਕ ਜਾਂਦੀ ਹੈ, 4 ਸਾਲ ਬਾਅਦ ਮੁੱਕ ਜਾਂਦੀ ਹੈ, 4.5 ਸਾਲ ਬਾਅਦ ਵੀ ਮੁੱਕ ਜਾਂਦੀ ਹੈ। ਸੋ ਇਹ ਸਾਰੀ ਜਿਹੜੀ ਮਤਲਬ ਇਹ ਸਾਰਾ ਰੀਜ਼ਨ, ਸਾਰਾ ਜਿਹੜਾ ਬੇਸਿਕ ਜਿਹੜੀ ਪ੍ਰੋਬਲਮ ਹੈ ਨਾ, ਉਹ ਹੈਗੀ ਹੈ ਜਿਹੜੀ ਇੰਪਿਊਨਿਟੀ ਮਿਲੀ ਹੈ ਫੋਰਸਿਸ ਨੂੰ। ਇਸੇ ਕਰਕੇ ਇਨਸਾਫ ਨਹੀਂ ਹੁੰਦਾ। ਜੇ ਇੰਪਿਊਨਿਟੀ, ਜੇ ਇੰਡੀਅਨ ਲਾਜ਼ ਬਾਇਸਡ ਨਾ ਹੋਣ, ਸਾਰਿਆਂ ਲਈ ਇਕਸਾਰ ਹੋਣ, ਸਭ ਨੂੰ ਇੱਕ ਸਮਾਨ ਮੰਨਣ, ਤੇ ਫਿਰ ਇਹ ਇਨਸਾਫ ਵੀ ਬਹੁਤ ਦੇਰ ਪਹਿਲਾਂ ਹੀ ਹੋ ਜਾਣਾ ਸੀ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਪੁਲਿਸ ਆਫਿਸਰਸ ਨੂੰ ਬਹੁਤ ਘੱਟ ਸਜ਼ਾ ਹੁੰਦੀ, ਸਰਕਾਰ ਵੀ ਉਹਨਾਂ ਪ੍ਰਤੀ ਲੀਨੀਅੰਟ ਰਹਿੰਦੀ ਆ, ਉਹਨਾਂ ਦੇ ਸਜ਼ਾਵਾਂ ਘੱਟ ਕਰਾਉਣ ਦੇ ਵਿੱਚ ਕੋਸ਼ਿਸ਼ ਕਰਦੀ। ਰੀਸੈਂਟਲੀ ਵੀ ਹੁਣ ਜਿਹੜਾ ਮਸਲਾ ਇੱਕ ਸਾਹਮਣੇ ਆ ਰਿਹਾ, ਉਹਦੇ ਵਿੱਚ ਵੀ ਐਵੇਂ ਹੀ। ਮੈਂ ਤੁਹਾਨੂੰ ਇੱਕ ਗੱਲ ਹੋਰ ਥੋੜ੍ਹੀ ਜਿਹੀ ਡਿਟੇਲ 'ਚ ਦੱਸਦਾ। ਜਦੋਂ ਕੋਰਟ ਕਿਸੇ ਨੂੰ ਉਮਰ ਕੈਦ ਦੀ ਸਜ਼ਾ ਦਿੰਦੀ ਹੈ ਨਾ, ਉੱਥੇ ਉਮਰ ਕੈਦ ਹੀ ਲਿਖਿਆ ਜਾਂਦਾ ਹੈ, ਅਤੇ ਉਮਰ ਕੈਦ ਦਾ ਲਿਟਰਲ ਮੀਨਿੰਗ ਹੁੰਦਾ ਹੈ ਭਰ ਉਮਰ ਇਹ ਜੇਲ੍ਹ ਵਿੱਚ ਰਹੇਗਾ। ਇਹ ਇੱਕ ਲਿਟਰਲੀ ਮੀਨਿੰਗ ਹੈ, ਉਹਦਾ ਅੱਖਰੀ ਅਰਥ ਨਹੀਂ। ਪਰ ਜਿਹੜੀ ਸਟੇਟ ਹੁੰਦੀ ਹੈ, ਜਿਹੜੀ ਗਵਰਨਮੈਂਟ ਹੁੰਦੀ ਹੈ, ਜਿਹਦੇ 'ਚ ਗਵਰਨਰ ਵੀ ਆਉਂਦਾ ਹੈ, ਉਹਦੇ ਕੋਲ ਇੱਕ ਵਿਸ਼ੇਸ਼ ਤਾਕਤਾਂ ਹੁੰਦੀਆਂ ਨੇ ਕਿ ਉਹ ਉਸ ਦਿੱਤੀ ਹੋਈ ਕੋਰਟ ਦੀ ਦਿੱਤੀ ਹੋਈ ਉਮਰ ਕੈਦ ਨੂੰ ਇੱਕ ਹੱਦ 'ਤੇ ਬੰਨ੍ਹ ਕੇ ਕਿਸੇ ਵੀ ਕੈਦੀ ਨੂੰ ਰਿਹਾ ਕਰ ਸਕਦਾ। ਸਾਡੇ ਇੱਥੇ ਆਮ ਮਤਲਬ ਜਿਹੜੀ ਪ੍ਰਚਲਿਤ ਇੱਕ ਕੈਦ ਹੈ, ਉਮਰ ਕੈਦ, ਉਹਦੇ ਵਿੱਚ ਕੈਦੀ 14 ਸਾਲ ਜੇਲ੍ਹ ਕੱਟਦਾ ਹੈ। ਅਤੇ ਜਿਨ੍ਹਾਂ ਨੂੰ ਸੈਂਟਰਲ ਲਾਜ਼ ਤਹਿਤ ਟੈਰਰ ਕੇਸਿਸ ਦੇ ਵਿੱਚ ਜਾਂ ਟਾਡਾ ਦੇ ਅਧੀਨ ਕੇਸਿਸ ਦੇ ਵਿੱਚ ਸਜ਼ਾਵਾਂ ਹੁੰਦੀਆਂ ਸੀ ਜਾਂ ਹੁੰਦੀਆਂ ਹਨ ਜਾਂ UAP 'ਚ ਹੁੰਦੀਆਂ, ਉਹ 14 ਸਾਲ ਦੀ ਬਜਾਏ ਉਹਨਾਂ ਨੂੰ 20 ਸਾਲ ਕੈਦ ਕੱਟਣੀ ਪੈਂਦੀ ਹੈ, ਉਹਨਾਂ ਨੂੰ 6 ਸਾਲ ਵੱਧ ਕੱਟਣੀ ਪੈਂਦੀ, ਕਿਉਂਕਿ ਉਹਨਾਂ ਨੂੰ ਆਮ ਮੁਆਫੀ ਨਹੀਂ ਮਿਲਦੀ। ਮਤਲਬ ਇੱਕ ਜਿਹੜਾ ਸਿੰਪਲ ਕੇਸ ਦੇ ਵਿੱਚ ਗਿਆ ਪ੍ਰਿਜ਼ਨਰ ਹੈ, ਉਹ 14 ਸਾਲ ਬਾਅਦ ਆਉਂਦਾ, ਅਤੇ ਜਿਹੜਾ ਟੈਰਰ ਕੇਸਿਸ ਦੇ ਵਿੱਚ ਗਿਆ ਜਾਂ ਮਿਲੀਟੈਂਟ ਰਿਲੇਟਡ ਕੇਸਿਸ ਦੇ ਵਿੱਚ ਗਿਆ ਜਾਂ UAPA ਦੇ ਤਹਿਤ ਗਿਆ, ਉਹ 20 ਸਾਲ ਕੱਟਦਾ। ਸੋ ਸਾਡੇ ਜਿਹੜੇ ਸੰਘਰਸ਼ ਨਾਲ ਸੰਬੰਧਿਤ ਨੌਜਵਾਨ ਗਏ ਨੇ, ਉਹ ਬਹੁਤ ਸਾਰੇ ਨੇ ਜਿਹੜੇ 20 ਸਾਲ ਤੋਂ ਵੀ ਉੱਪਰ ਜਾ ਚੁੱਕੇ ਨੇ।
ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ। ਲੇਕਿਨ ਜਿਹੜੇ ਪੁਲਿਸ ਕੇਸਿਸ ਜਿਹੜੀ ਇਹਨਾਂ ਦੀਆਂ ਐਟਰੋਸਿਟੀਜ਼ ਨੇ, ਜਿਹੜੇ ਇਹਨਾਂ ਨੇ ਮਤਲਬ ਹਿਊਮਨ ਰਾਈਟਸ ਵਾਇਓਲੇਸ਼ਨ ਕੀਤੀਆਂ ਨੇ, ਇਹਨਾਂ ਦੇ ਕੇਸਿਸ ਦੇ ਵਿੱਚ ਜਿਹੜੇ ਪੁਲਿਸ ਕੌਪਸ ਜਾਂ ਜਿਹੜੇ ਇਹਨਾਂ ਦੇ ਮੁਲਾਜ਼ਮ ਜਾਂਦੇ ਨੇ, ਉਹਨਾਂ ਨੂੰ ਮਤਲਬ ਆਊਟ ਆਫ ਵੇ ਜਾ ਕੇ ਰਿਆਇਤ ਦਿੱਤੀ ਜਾਂਦੀ ਹੈ, ਆਊਟ ਆਫ ਵੇ ਜਾ ਕੇ ਉਹਨਾਂ ਨੂੰ ਮਾਫੀ ਦਿੱਤੀ ਜਾਂਦੀ ਹੈ, ਆਊਟ ਆਫ ਵੇ ਜਾ ਕੇ ਗਵਰਨਰ ਉਹਨਾਂ ਦੇ ਮਾਫੀਨਾਮੇ 'ਤੇ ਸਾਈਨ ਕਰਦਾ ਹੈ, ਕਿਉਂਕਿ ਉਹਨਾਂ ਨੇ ਸਟੇਟ ਦੀ ਆਗਿਆ ਦਾ ਪਾਲਨ ਕੀਤਾ ਹੁੰਦਾ ਹੈ। ਉਹਨਾਂ ਨੂੰ ਸਟੇਟ ਲਾਜ਼, ਇੰਡੀਅਨ ਲਾਜ਼ ਇੰਪਿਊਨਿਟੀ ਪ੍ਰੋਵਾਈਡ ਕਰਦੇ ਨੇ। ਦੇਖੋ ਬਹੁਤ ਸਾਰੇ ਕੇਸਿਸ ਦੇ ਵਿੱਚ ਤਾਂ ਆਫਿਸਰ ਸਾਫ਼ ਹੀ ਬਚ ਗਏ। ਜਿਨ੍ਹਾਂ ਆਫਿਸਰਸ ਨੇ ਆਪਣੇ ਆਫਿਸਿਸ ਦੇ ਵਿੱਚ ਬਹਿ ਕੇ ਆਰਡਰਸ ਪਾਸ ਕੀਤੇ ਨੇ, ਜਿਨ੍ਹਾਂ ਨੇ ਜਿਹੜੇ ਸੀਨੀਅਰ IPS ਆਫਿਸਰਸ ਨੇ ਆਰਡਰ ਪਾਸ ਕੀਤੇ ਨੇ, ਉਹ ਤਾਂ ਬਿਲਕੁਲ ਹੀ ਬਚ ਗਏ। ਤੇ ਕੁਝ ਕੇਸਿਸ ਦੇ ਵਿੱਚ ਜੇ ਉਹ ਕਾਨੂੰਨ ਦੇ ਸ਼ਿਕੰਜੇ ਵਿੱਚ ਆਏ ਵੀ ਨੇ, ਕਾਨੂੰਨ ਦੀ ਪਕੜ ਵਿੱਚ ਆਏ ਵੀ ਨੇ, ਤੇ ਉੱਥੇ ਉਹਨਾਂ ਤੇ ਟਰਾਇਲ ਹੋਇਆ। ਕੁਝ ਟਰਾਇਲ 'ਚੋਂ ਨਿਕਲ ਗਏ, ਕੁਝ ਟਰਾਇਲ 'ਚ ਫਸ ਗਏ। ਜਿਹੜੇ ਫਸੇ ਨੇ ਉਹਨਾਂ ਦੇ ਉੱਤੇ ਫਿਰ ਅੱਗੋਂ ਰਹਿਤ ਸ਼ੁਰੂ, ਮਤਲਬ ਉਹਨਾਂ ਦੇ ਲਈ ਇੱਕ ਮਰਸੀ, ਇੱਕ ਸੌਫਟ ਕਾਰਨਰ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਬੜੀ ਕਲੀਅਰ ਗੱਲ ਹੈ ਕਿ ਦੇ ਆਰ ਉਹ ਮਤਲਬ ਸਟੇਟ ਦੇ ਹੀ ਪੁਰਜੇ। ਭਵਿੱਖ ਦੇ ਵਿੱਚ ਇਹਨਾਂ ਪਰਿਵਾਰਾਂ ਦੇ ਵਾਸਤੇ ਕੋਈ ਆਸ ਹੈਗੀ ਆ ਕਿ ਇਨਸਾਫ ਇਹਨਾਂ ਨੂੰ ਮਿਲੂ ਜਾਂ ਨਹੀਂ? ਦੇਖੋ ਇਨਸਾਫ, ਜਿਸ ਤਰ੍ਹਾਂ ਐਡਵੋਕੇਟ ਸਾਹਿਬ ਨੇ ਵੀ ਕਿਹਾ ਹੈ ਕਿ ਇਨਸਾਫ ਸਲੋ ਹੈ। ਇਹ ਇੰਡੀਅਨ ਜੁਡੀਸ਼ੀਅਲ ਸਿਸਟਮ, ਇੰਡੀਅਨ ਜਸਟਿਸ ਸਿਸਟਮ ਦੇ ਵਿੱਚ ਇਨਸਾਫ ਸਲੋ ਹੈ, ਬਹੁਤ ਸਲੋ ਹੈ। ਕਈ ਵਾਰ ਤਾਂ ਇੱਦਾਂ ਲੱਗਦਾ ਹੈ ਕਿ ਹੋਇਆ ਨਾ ਹੋਇਆ ਇੱਕ ਬਰਾਬਰ ਹੈ। ਜਿਹੜਾ ਉਹ ਮੈਂ ਇਹ ਗੱਲ ਬੜੇ ਪ੍ਰਚਲਿਤ ਇੱਕ ਗੱਲ ਹੈਗੀ ਹੈ ਕਿ ਡਿਲੇਡ ਜਸਟਿਸ ਇਜ਼ ਡਿਨਾਈਡ ਜਸਟਿਸ, ਵੀ ਦੇਰ ਨਾਲ ਹੋਇਆ ਜਸਟਿਸ ਨਾ ਹੋਇਆ ਵਰਗਾ ਹੈ। ਪਰ ਪਿਛਲੇ 30 ਸਾਲ ਤੋਂ ਜੋ ਅਸੀਂ ਦੇਖ ਰਹੇ ਹਾਂ, ਜੋ ਸਿੱਖਾਂ ਨੇ ਹੰਢਾਇਆ ਹੈ, ਸਾਨੂੰ ਤਾਂ ਐਂ ਲੱਗਦਾ ਹੈ ਕਿ ਡਿਨਾਈਡ ਜਸਟਿਸ ਇਜ਼ ਇੰਡੀਅਨ ਜਸਟਿਸ। ਇਨਸਾਫ ਨਾ ਦੇਣਾ ਹੀ ਭਾਰਤ ਦਾ ਇਨਸਾਫ ਹੈ। ਸੋ ਕਿਤੇ ਕਿਤੇ ਜਦੋਂ ਇਨਸਾਫ ਦੀ ਕਿਰਨ ਜਾਗਦੀ ਹੈ, ਕਿਤੇ ਕਿਤੇ ਕੋਈ ਇਨਸਾਫ ਦਿਖਦਾ ਹੈ, ਤੇ ਫਿਰ ਇੱਕ ਆਸ ਜਾਗਣੀ ਵੀ ਇਨਸਾਨ ਦੇ ਅੰਦਰ ਜ਼ਰੂਰੀ ਹੁੰਦੀ ਹੈ। ਔਰ ਉਹੀ ਹੋਪ, ਉਹੀ ਆਸ ਜਿਹੜੀ ਹੈ ਤੁਹਾਨੂੰ ਲੜਨ ਲਈ ਅੱਗੇ ਤੋਰਦੀ ਹੈ। ਔਰ ਮੈਨੂੰ ਲੱਗਦਾ ਕਿ ਅੱਜ ਦੀ ਜਿਹੜਾ ਡਾਕੂਮੈਂਟੇਸ਼ਨ ਜਿਹੜੀ ਕੀਤੀ ਗਈ ਹੈ ਇਸ ਸੰਸਥਾ ਵੱਲੋਂ, ਔਰ ਜਿਹੜੀ ਉਹਦੇ ਡਾਕੂਮੈਂਟੇਸ਼ਨ ਦੇ ਬਿਹਾਫ 'ਤੇ ਉਹਨਾਂ ਨੇ ਸੁਪਰੀਮ ਕੋਰਟ 'ਚ ਕੇਸ ਵੀ ਫਾਈਲ ਕੀਤਾ ਹੈ, ਡਾਕੂਮੈਂਟਰੀ ਫਿਲਮ ਵੀ ਸਾਨੂੰ ਦਿਖਾਈ ਹੈ, ਇਹ ਉਸ ਆਸ ਨੂੰ ਅੱਗੇ ਲੈ ਕੇ ਜਾਣ ਵਾਲੀ ਇੱਕ ਹੋਰ ਆਸ। ਬਿਲਕੁਲ, ਧੰਨਵਾਦ ਤੁਹਾਡਾ ਬਹੁਤ ਬਹੁਤ। ਸੋ ਇਨਸਾਫ ਦੀ ਲੜਾਈ ਜਿਹੜੀ ਉਹ ਲੰਬੀ ਹੁੰਦੀ ਜਾ ਰਹੀ ਹੈ, ਜਿਹੜੇ ਇਨਸਾਫ ਲੈਣ ਵਾਲੇ ਆ ਉਹ ਖਤਮ ਹੁੰਦੇ ਜਾ ਰਹੇ ਆ। ਸੋ ਇਹੀ ਜਿਹੜਾ ਤਰੀਕਾ ਨਜ਼ਰ ਆ ਰਿਹਾ ਆ ਭਾਰਤ ਦੇ ਵਿੱਚ ਜਿਹੜੀ ਇਨਸਾਫ ਪ੍ਰਕਿਰਿਆ ਚੱਲਦੀ ਹੈ ਉਸ ਨੂੰ ਲੈ ਕੇ ਦੇਖੀਏ ਤਾਂ। ਸੋ ਇਹ ਸਨ ਸਰਦਾਰ ਕੰਵਰਪਾਲ ਸਿੰਘ ਜੀ ਬਿੱਟੂ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ। ਸੋ ਅੱਗੇ ਚੱਲ ਕੇ ਹੋਰ ਪਰਿਵਾਰਾਂ ਨਾਲ ਵੀ ਕਰਦੇ ਹਾਂ ਗੱਲਬਾਤ। ਸੋ ਸਾਡੇ ਨਾਲ ਇੱਕ ਪਰਿਵਾਰ ਹੈ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਵਾਂਗੇ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਕਿੱਥੋਂ ਆਏ ਜੇ ਤੇ ਤੁਹਾਡੇ ਪਰਿਵਾਰ ਚੋਂ ਕੌਣ ਸ਼ਹੀਦ ਹੋਇਆ ਤੇ ਕਦੋਂ ਸ਼ਹੀਦ ਹੋਇਆ ਤੇ ਕੀ ਕੇਸ ਜਿਹੜਾ ਤੁਹਾਡਾ ਚੱਲ ਰਿਹਾ ਆ ਜਾਂ ਹੁਣ ਤੱਕ ਇਨਸਾਫ ਮਿਲਿਆ ਜਾਂ ਨਹੀਂ ਮਿਲਿਆ, ਸਾਰੀ ਗੱਲਬਾਤ ਜਿਹੜੀ ਮੈਂ ਚਾਹੂੰ ਸੰਗਤਾਂ ਨਾਲ ਸਾਂਝੀ ਕਰੋ ਤੁਸੀਂ। ਹਾਂਜੀ, ਮਤਲਬ ਕਿ ਮੇਰੇ ਸਹੁਰਾ ਸਾਹਿਬ ਨੇ ਜਿਹੜੇ ਸ਼ਹੀਦ ਹੋਏ ਨੇ, ਇਹ ਮਤਲਬ ਕਿ ਜਿਹੜੇ ਮੇਰੇ ਨੀਅਰ ਬੈਠੇ ਹੋਏ ਨੇ ਮੇਰੇ ਹਸਬੈਂਡ ਨੇ, ਜਿਹੜੀ ਉਹਨਾਂ ਨੇ ਹੱਥ ਵਿੱਚ ਪਿੱਕ ਲਈ ਹੋਈ ਆ, ਉਹਨਾਂ ਦੇ ਪਾਪਾ ਦੀ ਆ। ਉਹ ਉਸ ਟਾਈਮ ਉਹਨਾਂ ਦਾ ਬੇਟਾ ਐਡਾ ਸੀਗਾ ਜਿਨ੍ਹਾਂ ਨੇ ਅੱਜ ਪਿੱਕੇ ਫੜੀ ਹੋਈ ਆਪਣੇ ਪਾਪਾ ਦੀ। ਇਹਨਾਂ ਦੇ ਪਾਪਾ ਦੇ ਸ਼ਹੀਦ ਹੋਣ ਤੋਂ ਬਾਅਦ ਇਹਨਾਂ ਦੇ ਮੰਮਾ ਇਹਨਾਂ ਨੂੰ ਛੱਡ ਕੇ ਚਲੇ ਗਏ। ਇਹ ਮਤਲਬ ਕਿ ਭੈਣ ਭਾਈ ਨੇ, ਭੈਣ ਦੀ ਹਾਲਾਤ ਵੀ ਬਹੁਤ ਮਾੜੀ ਆ। ਉਹਨਾਂ ਦੇ ਚਾਚਿਆਂ ਤਾਇਆਂ ਨੇ ਉਹਦੀ ਮੈਰਿਜ ਕਰ ਦਿੱਤੀ ਹੋਈ ਆ, ਪਰ ਉਹਦਾ ਕੋਈ ਮਤਲਬ ਕਿ ਹੈ ਨਹੀਂ ਆ, ਸਹੀ ਨਹੀਂ ਆ। ਮੇਰੇ ਘਰ ਦੀ ਹਾਲਾਤ ਇਵੇਂ ਦੀ ਆ ਕਿ ਮੈਂ ਬਹੁਤ ਉੱਚੀ ਜਾ ਕੇ ਉਹਦੇ ਸਹੁਰੇ ਘਰ ਨਹੀਂ ਬੋਲ ਸਕਦੀ, ਨਾ ਮੈਂ ਬਹੁਤ ਉੱਚੀ ਬੋਲਦੀ ਆ, ਕਿਉਂਕਿ ਮੇਰੇ ਘਰ ਹੀ ਇਵੇਂ ਦਾ ਆ। ਬਾਕੀ ਮੈਂ ਚਾਹੁੰਦੀ ਆ ਕਿ ਜਿਵੇਂ ਦੇ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ, ਇਹਨਾਂ ਕੁਰਬਾਨੀਆਂ ਨੂੰ ਵੇਖਿਆ ਜਾਵੇ, ਸੁਣਿਆ ਜਾਵੇ, ਇਹਨਾਂ ਦੇ ਬੱਚਿਆਂ ਨੂੰ ਵੇਖਿਆ ਜਾਵੇ। ਜੇਕਰ ਇਹ ਨਹੀਂ ਪੜ੍ਹੇ, ਅੱਜ ਇਹ ਪੜ੍ਹੇ ਹੁੰਦੇ, ਇਹ ਵੀ ਆਪਣੇ ਪਾਪਾ ਦੀ ਆਵਾਜ਼ ਨੂੰ ਉਠਾਉਂਦੇ, ਗੱਲਬਾਤ ਕਰਦੇ। ਤੇ ਇਹਨਾਂ ਨੂੰ ਕੋਈ ਵੀ ਮੈਂ ਗੱਲਬਾਤ ਪੁੱਛਦਾ ਨਾ, ਤੇ ਪਤਾ ਨਹੀਂ ਉਸ ਟਾਈਮ ਦੇ ਸਟ੍ਰੈਸ ਨੇ ਚਾਹੇ ਕਿਵੇਂ ਨੇ, ਮੈਂ ਬਹੁਤਾ ਕੁਛ ਨਹੀਂ ਜਾਣਦੀ, ਤਾਂ ਫਿਰ ਮੈਨੂੰ ਹੀ ਗੱਲ ਕਰਨੀ ਪੈਂਦੀ ਆ। ਮੈਂ ਬਹੁਤ ਘੱਟ ਇਵੇਂ ਦੇ ਪ੍ਰੋਗਰਾਮ ਅਟੈਂਡ ਕਰਦੀ, ਕਿਉਂਕਿ ਮੈਂ ਆਪਣੇ ਘਰ ਦੀ ਹਾਲਾਤ ਵੇਖਦੀ ਆ। ਮੈਂ ਬੁਟੀਕ ਦਾ ਕੰਮ ਕਰਦੀ ਆ। ਮੇਰੇ ਛੋਟੇ ਬੱਚੇ ਨੇ, 2 ਬੇਟੀਆਂ ਨੇ, 1 ਬੇਟਾ ਛੋਟਾ। ਤਾਂ ਮੈਂ ਚਾਹੁੰਦੀ ਆ ਕਿ ਚਲੋ ਮੇਰੇ ਬੱਚੇ ਪੜ੍ਹਨ। ਜੋ ਉਹਨਾਂ ਪਾਪਾ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀਗਾ? 18 ਫਰਵਰੀ 1999 ਨੂੰ। ਤੇ ਬਾਅਦ ਚ ਇਹਨਾਂ ਨੇ ਕੋਈ ਕੇਸ ਲੜਿਆ ਇਹਨਾਂ ਦੇ ਪਰਿਵਾਰ ਚੋਂ ਕਿਸੇ ਨੇ, ਕਿਉਂਕਿ ਇਹ ਤੇ ਛੋਟੇ ਸੀਗੇ ਉਦੋਂ?
ਕੋਈ ਵੀ ਕਿਸੇ ਨੇ ਮੇਰੇ ਹਿਸਾਬ ਨਾਲ ਤਾਂ ਕੇਸ ਨਹੀਂ ਲੜਿਆ ਜਦੋਂ ਮੇਰੀ ਮੈਰਿਜ ਹੋਈ। ਉਸ ਤੋਂ ਬਾਅਦ ਮੈਂ ਐਵੇਂ ਕਿਸੇ ਸ਼ਹੀਦ ਪਰਿਵਾਰ ਨੂੰ ਮਿਲੀ, ਉਹਨਾਂ ਨੇ ਮੈਨੂੰ ਇਹਨਾਂ ਦੇ ਪਾਪਾ ਦੇ ਬਾਰੇ 'ਚ ਦੱਸਿਆ ਕਿ ਸਾਡਾ ਵੀ ਭਰਾ ਇਹਨਾਂ ਨਾਲ ਸ਼ਹੀਦ ਹੋਇਆ ਸੀ, ਇੰਨੇ ਕੁ ਪੈਸੇ ਤੁਹਾਡੇ ਲੱਗਣਗੇ ਆ ਮਤਲਬ ਕਿ ਸਾਨੂੰ ਚਾਹੀਦੇ ਆ ਪ੍ਰੂਫ, ਤੇ ਅਸੀਂ ਇਹਨਾਂ ਦਾ ਕੇਸ ਪਾਉਂਦੇ ਆ ਖਾਲੜਾ ਜੀ ਦੇ ਕੋਲ। ਉਸ ਤੋਂ ਬਾਅਦ ਸਾਡਾ ਕੇਸ ਪਿਆ, ਮੇਰੇ ਹਿਸਾਬ ਨਾਲ 73,000 ਰੁਪਈਆ ਸ਼ਾਇਦ ਸਾਨੂੰ ਦਿੱਤਾ ਗਿਆ, 73,000 ਰੁਪਈਆ ਦਿੱਤਾ ਗਿਆ। 73,000 ਦੀ ਸਾਡੀ FD ਕੀਤੀ ਗਈ। ਮਤਲਬ ਕਿ ਮੈਂ ਨਹੀਂ ਸੀ ਉਹਨਾਂ ਨਾਲ ਜਾਂਦੀ, ਇਹੀ ਜਾਂਦੇ ਸੀ। ਇਹ ਪੜ੍ਹੇ ਨਹੀਂ ਸੀਗੇ, ਉਹ ਆਦਮੀ ਬਹੁਤ ਚਲਾਕ ਸੀ ਜਿਹੜਾ ਜਾਂਦਾ ਹੈਗਾ। ਉਸ ਤੋਂ ਉਦੋਂ ਇਹਨਾਂ ਦੀ ਲੱਤ ਫ੍ਰੈਕਚਰ ਹੋਈ ਸੀ 2 ਜਗ੍ਹਾ ਤੋਂ। ਕਾਫੀ ਸਮਾਂ 4 ਸਾਲ ਇੰਜ ਬੈੱਡ ਰੈਸਟ ਰਹੇ, ਵਾਕਰ ਨਾਲ ਚੱਲਦੇ ਰਹੇ। ਅਮਨਦੀਪ ਹਸਪੀਟਲ ਇਹਨਾਂ ਦਾ ਬਹੁਤ ਟ੍ਰੀਟਮੈਂਟ ਚੱਲਿਆ। ਉਹ ਜੋ ਕਿ ਸੰਦੀਪ ਕੌਰ ਦੀਦੀ, ਧਰਮ ਸਿੰਘ ਖਾਲ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਇਸ ਕੇਸ ਨੂੰ ਲੈ ਕੇ ਗੱਲ ਕਰੀਏ ਤਾਂ ਕੀ ਮੰਗ ਕਰਦੇ ਹੋ ਕਿ ਕੀ ਹੋਣਾ ਚਾਹੀਦਾ ਵਾ? ਕੇਸ ਨੂੰ ਲੈ ਕੇ ਤਾਂ ਮੈਨੂੰ ਬਹੁਤ ਕੁਛ ਨਹੀਂ ਜਾਣਕਾਰੀ, ਕਿਉਂਕਿ ਮੈਂ ਫਸਟ ਟਾਈਮ ਇਵੇਂ ਦੇ ਗੱਲ ਕਰ ਰਹੀ ਹਾਂ ਇਸ ਮਾਮਲੇ ਦੇ ਵਿੱਚ। ਮੈਂ ਬਸ ਇਹੀ ਚਾਹੁੰਦੀ ਹਾਂ ਕਿ ਜਿਵੇਂ ਮੇਰੇ ਬੱਚੇ ਸ਼੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਚੂੜੀਆਂ ਪੜ੍ਹਦੇ ਨੇ, ਮੇਰੀਆਂ ਨਾ ਉਹਨਾਂ ਦੀਆਂ ਫੀਸਾਂ ਮੇਰੇ ਕੋਲ ਨਹੀਂ, ਪਿਛਲੇ ਸਾਲ ਵੀ ਪੇ ਹੋ ਪਈਆਂ। ਮੈਂ ਚਾਹੁੰਦੀ ਬਸ ਮੇਰੇ ਬੱਚੇ ਪੜ੍ਹ ਲੈਣ, ਬੱਚੇ ਸਮਝਣ, ਬੱਚਿਆਂ ਨੂੰ ਪਤਾ ਲੱਗੇ ਸਾਡੇ ਦਾਦਾ ਨੇ ਕੁਰਬਾਨੀ ਕੀਤੀ, ਉਹਨਾਂ ਨੇ ਸ਼ਹੀਦੀ ਪਾਈ ਆ, ਉਹ ਆਪਣੇ ਦਾਦਾ ਨੂੰ ਮਤਲਬ ਕਿ ਇਸ ਤਰ੍ਹਾਂ ਗਾਂ ਵਧਾਉਣ। ਮੇਰੀ ਤਾਂ ਇਹੀ ਬਸ ਮੰਗ ਆ ਵੀ ਮੇਰੇ ਬੱਚਿਆਂ ਦੀਆਂ ਫੀਸਾਂ ਭਰੀਆਂ ਜਾਣ, ਮੇਰੇ ਬੱਚੇ ਪੜ੍ਹ ਲਿਖ ਜਾਣ, ਤਾਂ ਇਹੀ ਬਹੁਤ ਆ ਮੇਰੇ ਲਈ। ਸੋ ਬਿਲਕੁਲ ਇਹ ਵੀ ਇੱਕ ਪਰਿਵਾਰ ਨੇ ਜਿਹੜੀ ਆਪਣੀ ਦਰਦ ਭਰੀ ਦਾਸਤਾਨ ਹੈ ਉਹ ਦੱਸੀ। ਕਈ ਵਾਰ ਪਰਿਵਾਰਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੁੰਦਾ, ਨੌਲੇਜ ਨਹੀਂ ਹੁੰਦੀ ਕੇਸ ਜਿਹੜਾ ਕਿਵੇਂ ਪਾਉਣਾ, ਕਿਵੇਂ ਲੜਨਾ ਆ, ਤੇ ਬੱਚੇ ਜਿਹੜੇ ਆ ਉਹ ਕਿਸ ਤਰ੍ਹਾਂ ਦੇ ਨਾਲ ਜਿਹੜੇ ਇਸ ਸ਼ਹੀਦ ਪਰਿਵਾਰ ਦੇ ਨਾਲ ਸੰਬੰਧਿਤ ਸੀਗੇ ਉਹ ਕਿਵੇਂ ਪਲੇ ਆ। ਸੋ ਬਹੁਤ ਹੀ ਇੱਕ ਦਰਦਨਾਕ ਸਮਾਂ ਸੀਗਾ ਉਹ, ਜਿਸ ਦੇ ਵਿੱਚੋਂ ਨਿਕਲ ਕੇ ਅੱਜ ਇਹ ਇੱਥੇ ਤੱਕ ਪਹੁੰਚੇ ਆ ਤੇ ਅੱਜ ਵੀ ਇਹ ਸਰਵਾਈਵ ਕਰ ਰਹੇ ਆ। ਸੋ ਇਹਨਾਂ ਵਾਸਤੇ ਜ਼ਰੂਰ ਕੁਝ ਨਾ ਕੁਝ ਜਿਹੜਾ ਸੋਚਿਆ ਜਾਣਾ ਚਾਹੀਦਾ। ਸੋ ਮੇਰੇ ਨਾਲ ਨੇ ਸਰਦਾਰ ਸਰਬਜੀਤ ਸਿੰਘ ਵੇਰਕਾ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿਉਂਕਿ ਸਾਰੇ ਜਿੰਨੇ ਵੀ ਪੁਰਾਣੇ CBI ਦੇ ਕੇਸ ਆ ਉਹਨਾਂ ਨੂੰ ਲੈ ਕੇ ਇਹੀ ਕੋਰਟ ਦੇ ਵਿੱਚ ਪੇਸ਼ ਹੁੰਦੇ ਆ। ਸੋ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਵਾਂਗੇ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਕੀ ਕਹਿਣਾ ਚਾਹੋਗੇ ਅੱਜ ਜਿਹੜਾ ਇੱਥੇ ਡਾਕੂਮੈਂਟਰੀ ਫਿਲਮ ਵੀ ਦਿਖਾਈ ਗਈ, ਪਰਿਵਾਰ ਵੀ ਪਹੁੰਚੇ ਆ, ਤੁਸੀਂ ਵੀ ਇੱਥੇ ਗੱਲਬਾਤ ਕੀਤੀ, ਇਹਨਾਂ ਕੇਸਾਂ ਨੂੰ ਲੈ ਕੇ ਕੋਈ ਇਨਸਾਫ ਦੀ ਉਮੀਦ ਜਿਹੜੀ ਆ ਉਹ ਨਜ਼ਰ ਆਉਂਦੀ ਆ ਕਿ ਨਹੀਂ ਨਜ਼ਰ ਆਉਂਦੀ, ਜਾਂ ਜਿਹੜੇ ਪਰਿਵਾਰ ਆ ਉਹ ਲੰਬੇ ਸਮੇਂ ਤੋਂ ਇਹ ਲੜਾਈ ਲੜ ਵੀ ਰਹੇ ਆ ਪਰ ਅਜੇ ਤੱਕ ਇਨਸਾਫ ਨਾ ਮਿਲਣ ਦਾ ਵੀ ਕੀ ਕਾਰਨ ਰਿਹਾ? ਵੇਖੋ ਜੀ, ਇਹਦਾ ਵੱਡਾ ਕਾਰਨ ਤੇ ਇਹ ਹੈ ਵੀ ਜਿਹੜੀਆਂ ਸਰਕਾਰਾਂ ਵਾ ਉਹ ਉਹਨਾਂ ਨੂੰ ਪ੍ਰੋਟੈਕਟ ਕਰਦੀਆਂ ਜਿਨ੍ਹਾਂ ਨੇ ਇਹ ਸਾਰਾ ਕ੍ਰਾਈਮ ਕੀਤਾ ਵਾ। ਸਾਨੂੰ ਜਿਹੜਾ ਸਾਡਾ ਸੰਵਿਧਾਨ ਆ ਭਾਰਤ ਦਾ, ਉਹਨੂੰ ਸਭ ਤੋਂ ਪਹਿਲਾਂ ਜ਼ਰੂਰੀ ਹੈ ਵੀ ਜਿਹੜੀਆਂ ਸਾਡੀਆਂ ਲਾਅ ਐਨਫੋਰਸਿੰਗ ਏਜੰਸੀਆਂ ਵਾ, ਭਾਵੇਂ ਉਹ ਪੁਲਿਸ ਆ, CRP ਫੌਜ ਆ, ਉਹਨਾਂ ਨੂੰ ਮੰਨਣਾ ਚਾਹੀਦਾ। ਜਦੋਂ ਉਹ ਵਾਇਲੇਸ਼ਨ ਕਰਨੀ ਸ਼ੁਰੂ ਕਰ ਦੇਣਗੇ ਤੇ ਜਿਹੜਾ ਆਮ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਸੰਵਿਧਾਨ ਤੇ ਉੱਠਦਾ ਵਾ। ਇਹਨਾਂ ਸਾਰੇ ਜਿਹੜੇ ਆ ਪਰਿਵਾਰ ਅੱਜ ਆਏ ਹੀ, ਤੁਸੀਂ 92, 93, 94 ਦੀਆਂ ਗੱਲਾਂ ਵਾ ਇਹ ਜਿਹੜੀਆਂ, ਜਦੋਂ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ, ਇਹਨਾਂ ਦੇ ਬੱਚਿਆਂ ਨੂੰ, ਭਰਾਵਾਂ ਨੂੰ ਜਦੋਂ ਚੁੱਕ ਕੇ ਤੇ ਮਾਰਤਾ ਵਾ। ਜ਼ਿਆਦਾਤਰ ਕੇਸ ਉਹ ਆ ਜਿਨ੍ਹਾਂ ਦੇ ਵਿੱਚ ਲਾਸ਼ਾਂ ਵੀ ਇਹਨਾਂ ਨੂੰ ਨਹੀਂ ਦਿੱਤੀਆਂ ਗਈਆਂ, ਡਿਸਪੇਰੈਂਸ ਕਰਤਾ। ਕਈ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਕਿ ਸੱਚੀਆਂ ਵੀ ਆ ਵੀ ਨਹਿਰਾਂ 'ਚ ਸੁੱਟਤਾ ਜਾਂ ਉਹਨਾਂ ਨੂੰ ਜਿਹੜਾ ਆਪਣੇ ਆਪ ਲਵਾਰਸ ਕਹਿ ਕੇ ਸੰਸਕਾਰ ਕਰਤਾ। ਸਿਰਫ ਕੁਝ ਕੁ ਬੰਦੇ ਹੀ ਜਿਨ੍ਹਾਂ ਦੇ ਕੇਸ CBI ਨੇ ਇਨਵੈਸਟੀਗੇਟ ਕੀਤੇ, ਜਿਹੜੇ ਸਟਾਰਟ ਤੇ ਜਿਹੜੇ ਹੋ ਗਏ, ਬਾਅਦ 'ਚ ਤੇ ਜਿਹੜਾ ਹਾਈ ਕੋਰਟ, ਸੁਪਰੀਮ ਕੋਰਟ ਨੇ ਕਿਸੇ ਦੀ ਸੁਣਵਾਈ ਨਹੀਂ ਕੀਤੀ। ਜਿਹੜੇ ਉਹ ਕੇਸ ਸੀ ਉਹ ਵੀ ਮਤਲਬ ਕੁਝ ਤੇ ਕੇਸ ਜਿਹੜੇ ਸੀ ਡਿਸਾਈਡ ਹੋਏ, ਜਿਹੜੇ ਆ ਹੁਣ CBI ਕੇਸ 'ਚ 3 CBI ਅਦਾਲਤਾਂ 'ਚ 3 ਕੇਸ ਡਿਸਾਈਡ ਹੋਏ, ਉਹ ਤਿੰਨਾਂ 'ਚ ਜਿਹੜੀ ਸਜ਼ਾ ਹੋਈ ਦੋਸ਼ੀਆਂ ਨੂੰ। ਹੁਣ ਕੋਈ 44-45 ਕੇਸ ਹੈ ਜਿਹੜੇ ਪੈਂਡਿੰਗ ਆ, ਉਹਦੇ ਵਿੱਚ 18 ਜਿਹੜੇ ਉਹਨਾਂ ਦਾ ਟ੍ਰਾਇਲ ਚੱਲ ਰਿਹਾ, ਬਾਕੀ ਹਾਈ ਕੋਰਟ ਤੋਂ ਸਟੇ ਆ। ਉਹਨਾਂ ਦੀ ਅਸੀਂ ਪੈਰਵੀ ਕਰ ਰਹੇ ਹਾਂ ਵੀ ਉਹਨਾਂ ਦੇ ਸਟੇ ਜਲਦੀ ਖੁੱਲ੍ਹ ਜਾਣ ਅਤੇ ਉਹਨਾਂ 'ਚ ਗਵਾਹੀਆਂ ਹੋ ਜਾਣ। ਇੱਕ ਮਾੜਾ ਇਹਨਾਂ ਕੇਸਾਂ ਦਾ ਮਾੜਾ ਪੱਖ ਇਹ ਆ ਵੀ ਡਿਲੇ, ਆਪਾਂ 20-25 ਸਾਲ ਦੀ ਡਿਲੇ ਦੀ ਗੱਲ ਨਹੀਂ ਕਰਦੇ, ਆਪਾਂ ਕੁਝ ਚੀਜ਼ਾਂ ਜਿਹੜੀਆਂ ਆਪਣੇ ਆਪ ਖਤਮ ਹੋ ਜਾਂਦੀਆਂ। ਜਿਹੜਾ 92 'ਚ ਜਿਹੜਾ ਵਾ ਜਿਨ੍ਹਾਂ ਦਾ ਬੇਟਾ ਮਾਰਿਆ ਹੋਊਗਾ, ਉਹਨਾਂ ਦੀ ਉਮਰ ਉਦੋਂ 50-60 ਸਾਲ ਦੇ ਕਰੀਬ ਹੋਊਗੀ। ਮਤਲਬ 25 ਸਾਲਾਂ ਬਾਅਦ 80-85 ਸਾਲ ਦੇ ਜਿਹੜੇ ਆਪਾਂ ਇੱਕ ਕੈਲਕੂਲੇਸ਼ਨ ਵੈਸੇ ਹੀ ਕਰ ਲਈਏ। ਹੁਣ ਜਿਹੜੇ ਉਹ ਗਵਾਹੀ ਦੇਣ ਲਈ, ਪਹਿਲੀ ਗੱਲ ਤਾਂ 85 ਸਾਲ 80 ਸਾਲ ਦਾ ਬੰਦਾ ਜਿਹੜਾ ਵਾ, ਉਹਦੀ ਮੈਮਰੀ, ਉਹਦੀ ਸਿਹਤ, ਉਹਦਾ ਜਿਹੜਾ ਸਾਰੀਆਂ ਚੀਜ਼ਾਂ ਜਿਹੜੀਆਂ ਫਰਕ ਪੈਂਦਾ ਵਾ। ਅਤੇ ਕਈ ਬੰਦੇ ਅਸੀਂ ਇਹਨਾਂ ਕੇਸਾਂ 'ਚ ਵੇਖਿਆ ਵੀ ਕਈ ਗਵਾਹ ਜਿਹੜੇ ਉਹ ਜਿਹੜਾ ਆਪਣੀ ਉਮਰ ਭੋਗ ਕੇ ਮਰ ਚੁੱਕੇ ਆ। ਵੀ ਉਹਦਾ ਫਾਇਦਾ ਕਿਹਨੂੰ ਹੋਇਆ? ਫਾਇਦਾ ਤਾਂ ਉਹਨਾਂ ਨੂੰ ਹੋਇਆ ਜਿਨ੍ਹਾਂ ਨੇ ਜਾਤੀਆਂ ਕੀਤੀਆਂ ਵਾ। ਇਹਨਾਂ ਨੂੰ ਨੁਕਸਾਨ ਹੋਇਆ। ਇਸ ਕਰਕੇ ਜੇ ਕਿਤੇ ਨਾ ਕਿਤੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾਂ ਸਰਕਾਰਾਂ ਜਿਹੜਾ ਨਾ, ਇਹਨਾਂ ਨੇ ਬਹੁਤ ਜ਼ਿਆਦਾ ਜ਼ਿਆਦਤੀ ਕੀਤੀ ਆ। ਜੇ ਉਦੋਂ ਇਹ ਕੇਸ ਦਰਜ ਹੋਏ ਸੀ
ਇਹਨਾਂ ਦੀ ਡੇ ਟੂ ਡੇ ਪ੍ਰੋਸੀਡਿੰਗ ਜਿਹੜੀਆਂ ਚੱਲਣੀਆਂ ਚਾਹੀਦੀਆਂ ਸੀ। ਕ੍ਰਿਮੀਨਲ ਕੇਸ ਆ ਜਿਹੜੇ ਪੁਲਿਸ ਅਫਸਰਾਂ ਨੇ ਜਿਹੜਾ ਵਾ ਇਹ ਜ਼ਿਆਦਤੀ ਕੀਤੀ, ਜਿਨ੍ਹਾਂ ਦੀ ਡਿਊਟੀ ਹੈ ਉਹ ਪ੍ਰੋਟੈਕਟ ਕਰਨ, ਲੋਕਾਂ ਨੂੰ ਇਨਸਾਫ ਦੇਣ। ਜੇ ਉਹਨਾਂ ਨੇ ਵਾਇਲੇਸ਼ਨ ਕੀਤੀ ਹੈ ਤਾਂ ਮੈਨੂੰ ਲੱਗਦਾ ਵੀ ਉਹਨਾਂ ਨੂੰ, ਸਰਕਾਰਾਂ ਨੂੰ ਸਗੋਂ ਆਪ ਪਰਿਵਾਰਾਂ ਦੇ ਨਾਲ ਵਿਕਟਮ ਨਾਲ ਖੜ ਕੇ ਇਹਨਾਂ ਨੂੰ ਸਜ਼ਾ ਦਿਵਾਉਣੀਆਂ ਚਾਹੀਦੀਆਂ। ਪਰ ਜਿਹੜਾ ਇਹ ਜਿਸ ਤਰ੍ਹਾਂ ਅੱਗੇ ਮੈਂ ਦੱਸਿਆ ਵਾ ਵੀ ਜਿਹੜਾ ਪੰਜਾਬ ਦਾ ਚੀਫ ਮਿਨਿਸਟਰ ਹੈ ਔਰ ਸਿਕਿਉਰਿਟੀ ਹੈੱਡ ਆ, ਪੰਜਾਬ ਦਾ DGP ਆ, ਲਿਟੀਗੇਸ਼ਨ ਦੀ ਹੈੱਡ ਆ, ਇਹ ਸਾਰੇ ਬੰਦੇ ਇੱਕ ਟੀਮ ਵਰਕ ਕਰਦੇ ਆ। ਇਹ ਇਹਨਾਂ ਨੂੰ ਜਿਹੜੇ ਵਕੀਲ ਵੀ ਇਹਨਾਂ ਨੂੰ ਦੋਸ਼ੀਆਂ ਨੂੰ ਕਰਕੇ ਦਿੱਤੇ ਆ, ਉਹ ਵਕੀਲ ਵੀ ਇਹਨਾਂ ਨੇ ਉਹਨਾਂ ਦੀਆਂ ਫੀਸਾਂ ਜਿਹੜੀਆਂ ਉਹ ਸਰਕਾਰ ਇੱਕ ਆਪਣੇ ਹਿਡਨ ਫੰਡ ਜਿਹੜੇ ਇਹਨਾਂ ਨੇ ਕ੍ਰੀਏਟ ਕੀਤੇ ਆ ਉਹਨਾਂ ਵਿੱਚੋਂ ਦੇ ਰਹੇ ਆ। ਜਦੋਂ ਕਿ ਪਰਿਵਾਰਾਂ ਦੇ ਨਾਲ ਇਹਨਾਂ ਨੂੰ ਕੰਪਨਸੇਸ਼ਨ ਦੇਣੇ ਚਾਹੀਦੇ ਸੀ, ਇਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ। ਇਹ ਖੜੇ ਰਹਿੰਦੇ ਪਏ ਇਨਸਾਫ ਲੈਣਾ ਵਾ। ਇਹ ਜਿਹੜੇ 25 ਸਾਲਾਂ ਤੋਂ ਜਿਹੜੇ ਲਿਟੀਗੇਸ਼ਨ 'ਚ ਪਏ ਆ, ਇਹਨਾਂ ਨੇ ਆਪਣਾ ਕਈ ਕੁਝ ਨੁਕਸਾਨ ਕਰਾਇਆ ਵਾ। ਤੇ ਇਹ ਜਿਹੜਾ ਬੜੀ ਮਾੜੀ ਗੱਲ ਆ, ਪਰ ਫਿਰ ਵੀ ਸਾਨੂੰ ਲੱਗਦਾ ਵੀ ਇਹਨਾਂ ਕੇਸਾਂ 'ਚ ਇਨਸਾਫ ਹੋਣਗੇ। ਅਸੀਂ ਇਹਨਾਂ ਦੇ ਨਾਲ ਖੜੇ ਹਾਂ ਤੇ ਬਿਲਕੁਲ ਅਸੀਂ ਫ੍ਰੀ ਕੇਸ ਜਿਹੜਾ ਸਾਡੀ ਟੀਮ ਸਤਨਾਮ ਸਿੰਘ ਬੈਂਸ, ਰਾਜਵਿੰਦਰ ਸਿੰਘ ਬੈਂਸ, ਜਗਜੀਤ, ਮੈਂ ਅਸੀਂ ਸਾਰੇ ਜਿਹੜੇ ਆ ਉਹ ਇਸ ਕੰਮ ਲਈ ਇਹਨਾਂ ਲਈ ਕਮਿਟਡ ਆ। ਬਿਲਕੁਲ ਤੁਹਾਨੂੰ ਮਨੋਂ ਹਰ ਇੱਕ ਤਰ੍ਹਾਂ ਇਹਨਾਂ ਦੇ ਨਾਲ ਆ ਤੇ ਇਹਨਾਂ ਕੇਸਾਂ 'ਚ ਰਿਜ਼ਲਟ ਜਿਹੜਾ ਇਨਸਾਫ ਮਿਲੂਗਾ ਇਹਨਾਂ ਨੂੰ। ਹਾਂਜੀ। ਲਾਪਤਾ ਪੰਜਾਬ ਡਿਸਅਪੀਅਰਡ ਨਾਮ ਦੀ ਇੱਕ ਡਾਕੂਮੈਂਟਰੀ ਅੱਜ ਅੰਮ੍ਰਿਤਸਰ ਦੇ ਵਿੱਚ ਦਿਖਾਈ ਗਈ, ਜਿੱਥੇ ਬਹੁਤ ਸਾਰੇ ਅੰਮ੍ਰਿਤਸਰ ਦੇ ਨਾਲ ਸੰਬੰਧਿਤ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਜਿੱਥੇ ਪਹੁੰਚੇ, ਆਮ ਲੋਕ ਵੀ ਪਹੁੰਚੇ, ਉੱਥੇ ਉਹ ਪਰਿਵਾਰ ਵੀ ਪਹੁੰਚੇ ਜਿਨ੍ਹਾਂ ਦੀ ਗੱਲ ਇਸ ਡਾਕੂਮੈਂਟਰੀ ਦੇ ਵਿੱਚ ਕੀਤੀ ਗਈ। ਉਹ ਲੋਕ ਜਿਨ੍ਹਾਂ ਨੂੰ ਜਿਹੜੇ ਪੰਜਾਬ ਦੇ ਹੀ ਵਸਨੀਕ ਸਨ, ਜਿਨ੍ਹਾਂ ਦੀਆਂ ਉਮਰਾਂ ਵੀ ਅਜੇ ਛੋਟੀਆਂ ਸਨ, ਉਹਨਾਂ ਨੂੰ ਘਰੋਂ ਚੁੱਕ ਕੇ ਜਾਂ ਉਹਨਾਂ ਨੂੰ ਆਪਣੀ ਬੰਬੀ ਤੋਂ ਚੁੱਕ ਕੇ ਜਾਂ ਕਿਤੇ ਰਾਹ ਜਾਂਦਿਆਂ ਜਾਂ ਕਿਤੇ ਰਿਸ਼ਤੇਦਾਰ ਦੇ ਕੋਲ ਜਾਂਦਿਆਂ ਚੁੱਕ ਕੇ ਮਾਰ ਦਿੱਤਾ ਗਿਆ ਜਾਂ ਉਹਨਾਂ ਦਾ ਮੁਕਾਬਲਾ ਬਣਾ ਦਿੱਤਾ ਗਿਆ। ਪਰ ਉਹਨਾਂ ਦੀ ਡੈੱਡ ਬੋਡੀ ਜਿਹੜੀ ਆ ਉਹ ਵੀ ਪਰਿਵਾਰ ਤੱਕ ਨਹੀਂ ਪਹੁੰਚ ਸਕੀ। ਇੱਥੋਂ ਤੱਕ ਕਿ ਡੈਥ ਸਰਟੀਫਿਕੇਟ ਜਿਹੜੇ ਆ ਉਹ ਵੀ ਇਹਨਾਂ ਪਰਿਵਾਰਾਂ ਨੂੰ ਨਹੀਂ ਮਿਲ ਸਕੇ। ਇੱਕ ਬੜਾ ਵੱਡਾ ਪੰਜਾਬ ਦਾ ਇਹ ਦੁਖਾਂਤ ਜਿਹੜਾ ਵਾਪਰਿਆ, ਜਿਸ ਨੂੰ ਫਿਰ ਲੱਭਣ ਦੀ ਕੋਸ਼ਿਸ਼ ਕੀਤੀ, ਖੰਗਾਲਣ ਦੀ ਕੋਸ਼ਿਸ਼ ਕੀਤੀ ਸਰਦਾਰ ਜਸਵੰਤ ਸਿੰਘ ਖਾਲੜਾ ਹੋਰਾਂ ਨੇ। ਪਰ ਬਾਅਦ ਦੇ ਵਿੱਚ ਉਹਨਾਂ ਨੇ ਜਿਹੜੇ ਕੇਸਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਉਹਨਾਂ ਨਾਲ ਵੀ ਉਹੀ ਕੁਝ ਹੋਇਆ। ਉਸ ਸਮੇਂ ਦੀ ਹਕੂਮਤ ਵੱਲੋਂ, ਉਸ ਸਮੇਂ ਦੀ ਪੁਲਿਸ ਵੱਲੋਂ, ਪ੍ਰਸ਼ਾਸਨ ਵੱਲੋਂ ਜੋ ਕੁਝ ਕੀਤਾ ਗਿਆ, ਸੋ ਉਸ ਚੀਜ਼ ਨੂੰ ਲੈ ਕੇ ਲੰਮੇ ਸਮੇਂ ਤੋਂ ਇਹ ਪਰਿਵਾਰ ਜਿਹੜੇ ਆ ਆਪਣੇ ਕਿਸੇ ਦਾ ਜਿਹੜਾ ਬੇਟਾ ਆ ਉਹ ਸ਼ਹੀਦ ਕੀਤਾ ਗਿਆ, ਕਿਸੇ ਦਾ ਪਿਤਾ ਜਿਹੜਾ ਉਹ ਸ਼ਹੀਦ ਕੀਤਾ ਗਿਆ, ਕਿਸੇ ਦਾ ਚਾਚਾ, ਕਿਸੇ ਦਾ ਤਾਇਆ, ਉਹਨਾਂ ਨੂੰ ਲੈ ਕੇ ਇਨਸਾਫ ਦੀ ਮੰਗ ਜਿਹੜੀ ਲਗਾਤਾਰ ਇਹ ਪਰਿਵਾਰ ਜਿਹੜੇ ਆ ਕੋਈ 25 ਸਾਲ ਤੋਂ, ਕੋਈ 26 ਸਾਲ ਤੋਂ ਜਿਹੜੀ ਆ ਉਹ ਮੰਗ ਕਰ ਰਹੇ ਆ। ਪਰ ਅਜੇ ਤੱਕ ਇਨਸਾਫ ਜਿਹੜਾ ਉਹ ਨਹੀਂ ਮਿਲਿਆ। ਸੋ ਇਸ ਚੀਜ਼ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਆ ਕਿ ਭਾਰਤ ਦਾ ਜੁਡੀਸ਼ੀਅਲ ਸਿਸਟਮ ਜਿਹੜਾ ਆ ਉਹ ਇਹ ਉਡੀਕ ਕਰਦਾ ਆ ਕਿ ਇਨਸਾਫ ਲੈਣ ਵਾਲਾ ਵਿਅਕਤੀ ਜਿਹੜਾ ਆ ਉਹ ਖਤਮ ਹੋ ਜਾਵੇ, ਪਰ ਉਸਦੇ ਇਨਸਾਫ ਦੀ ਉਡੀਕ ਖਤਮ ਨਾ ਹੋਵੇ। ਸੋ ਇਹੀ ਕ੍ਰਾਈਟੇਰੀਆ ਜਿਹੜਾ ਇਹਨਾਂ ਕੇਸਾਂ ਦੇ ਵਿੱਚ ਅਪਣਾਇਆ ਗਿਆ ਤੇ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਅੱਜ ਵੀ ਪਰਿਵਾਰਾਂ ਨੂੰ ਇਨਸਾਫ ਜਿਹੜਾ ਉਹ ਨਹੀਂ ਮਿਲਿਆ। ਅੱਜ ਜਿਹੜੀ ਇੱਥੇ ਡਾਕੂਮੈਂਟਰੀ ਦਿਖਾਈ ਗਈ ਆ ਉਹ ਪ੍ਰਬੰਧਕਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਉਸ ਨੂੰ ਰਿਕਾਰਡ ਨਹੀਂ ਕਰਨਾ, ਸੋ ਇਸ ਕਰਕੇ ਉਹ ਰਿਕਾਰਡ ਨਹੀਂ ਕੀਤੀ ਗਈ। ਪਰ ਉਹਦੇ ਵਿੱਚ ਇਹੀ ਦਰਸਾਇਆ ਗਿਆ ਉਸ ਡਾਕੂਮੈਂਟਰੀ ਦੇ ਬਿਹਾਫ ਦੇ ਉੱਤੇ ਹੁਣ ਕੋਰਟ ਦੇ ਵਿੱਚ ਕੇਸ ਜਿਹੜਾ ਆ ਉਹ ਕੀਤਾ ਗਿਆ ਆ ਕਿ ਇਹ ਪਰਿਵਾਰ ਜਿਨ੍ਹਾਂ ਦੇ ਬੱਚੇ ਮਾਰ ਦਿੱਤੇ, ਉਹਨਾਂ ਨੇ ਕਿਵੇਂ ਆਪਣੀ ਜ਼ਿੰਦਗੀ ਜਿਹੜੀ ਆ ਉਹ ਬਸਰ ਕੀਤੀ, ਕਿੰਨਾ ਮੁਸੀਬਤਾਂ 'ਚੋਂ ਲੰਘ ਕੇ ਉਹ ਇੱਥੋਂ ਤੱਕ ਪਹੁੰਚੇ, ਕਿਵੇਂ ਉਹਨਾਂ ਨੇ ਕੇਸ ਲੜੇ, ਉਹਨਾਂ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ। ਸੋ ਇਸੇ 'ਤੇ ਆਧਾਰਿਤ ਅੱਜ ਦਾ ਇਹ ਸਾਰਾ ਜਿਹੜਾ ਪ੍ਰੋਗਰਾਮ ਸੀਗਾ, ਵੱਖ-ਵੱਖ ਜਿਹੜੇ ਇੱਥੇ ਸੱਜਣ ਪਹੁੰਚੇ ਸੀ ਉਹਨਾਂ ਦੀ ਵੀ ਤੁਸੀਂ ਗੱਲਬਾਤ ਸੁਣੀ, ਕੁਝ ਪਰਿਵਾਰ ਜਿਹੜੇ ਬੋਲ ਸਕਦੇ ਸੀ ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਦੀ ਵੀ ਗੱਲ ਤੁਸੀਂ ਸੁਣੀ। ਸੋ ਅੱਜ ਵੀ ਇਹ ਜਿਹੜਾ ਦਰਦ ਆ ਉਹ ਪੰਜਾਬ ਦੇ ਲੋਕ ਆਪਣੇ ਸੀਨੇ ਦੇ ਵਿੱਚ ਸਮੋ ਕੇ ਬੈਠੇ ਆ ਤੇ ਇਸ ਦਾ ਇਨਸਾਫ ਜਿਹੜਾ ਆ ਉਹ ਮਿਲਣਾ ਚਾਹੀਦਾ ਆ। ਭਾਰਤ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਹਿੰਦਾ ਆ, ਪਰ ਇਹ ਸਿਰਫ ਕਾਗਜ਼ ਦੇ ਉੱਤੇ ਲਿਖਿਆ ਹੋਇਆ ਆ। ਜ਼ਮੀਨੀ ਪੱਧਰ 'ਤੇ ਇਸ ਦੀ ਹਕੀਕਤ ਇਹਨਾਂ ਕੇਸਾਂ ਨੂੰ ਦੇਖ ਕੇ, ਇਸ ਡਾਕੂਮੈਂਟਰੀ ਨੂੰ ਦੇਖ ਕੇ, ਇਹਨਾਂ ਲੋਕਾਂ ਨਾਲ ਗੱਲਬਾਤ ਕਰਕੇ ਪਤਾ ਲੱਗਦੀ ਆ ਕਿ ਇੱਥੇ ਇਨਸਾਫ ਮਿਲਦਾ ਆ ਜਾਂ ਨਹੀਂ ਮਿਲਦਾ। ਸੋ ਇੱਥੇ ਹੀ ਇਸ ਪ੍ਰੋਗਰਾਮ ਨੂੰ ਸਮਾਪਤ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 10 ਦਿਨ ਬਾਅਦ ਉਹਨੂੰ ਮਾਰ ਦਿੱਤਾ। ਉਹਦੀ ਲਾਸ਼ ਜਿਹੜੀ ਸੀ ਉਹ ਵੀ ਨਹੀਂ ਸਾਨੂੰ ਦੱਸੀ। ਜੇ ਮੁੰਡਾ ਮਾਰਿਆ ਗਿਆ ਤਾਂ ਸਾਨੂੰ ਵੀ ਮਾਰ ਦਿਓ। ਬੜੇ ਔਖੇ ਜਾਂਦੇ ਹਾਂ ਕਿਉਂਕਿ ਮੇਰਾ ਕੌਣ ਸੀ, ਆਦਮੀ ਮਰ ਗਿਆ ਸੀ, ਪੁੱਤ ਵੀ ਸ਼ਹੀਦ ਹੋ ਗਿਆ ਸੀ।
ਮੇਰੇ ਪਾਪਾ ਦੀ ਡੈਥ ਮੇਰੇ ਹੋਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ। सोलह साल ਦਾ ਮੇਰਾ ਵੀਰ ਝੋਨੇ ਨੂੰ ਪਾਣੀ ਲਾਉਂਦਾ, ਬਲਦੇਵ ਸਿੰਘ ਨੇ ਫੜ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ। ਘੱਟੋ ਘੱਟ ਡੈਥ ਸਰਟੀਫਿਕੇਟ ਤਾਂ ਅਵੇਲੇਬਲ ਹੋਣੇ ਚਾਹੀਦੇ ਆ ਨਾ, ਕਿ ਬੱਚੇ ਕੁਛ ਨਾ ਕੁਛ ਕਰ ਸਕਣ ਅੱਗੇ। उसका कोर्ट बड़ा है, एक ना एक दिन इंसाफ मिलेगा, जरूर मिलेगा।